ਸਵਾਲ ਨੰਬਰ 151 ਭਾਈ ਗੁਰਵਿੰਦਰ ਸਿੰਘ ਕਾਰਨਪੁਰ ਤੋਂ ਸਵਾਲ ਪੁੱਛਦੇ ਨੇ ਕਿ ਗੁਰਬਾਣੀ ਵਿੱਚ ਧਰਮ ਰਾਜ ਬਾਰੇ ਕੀ ਵਿਚਾਰ ਹੈ। ਪਹਿਲਾਂ ਤਾਂ ਆਪਾਂ ਜੋ ਭਾਸ਼ਾ ਵਿਭਾਗ ਪੰਜਾਬ ਸਰਕਾਰ ਪਟਿਆਲਾ ਵੱਲੋਂ ਵੱਡਾ ਦਫ਼ਤਰ ਹੈ ਉੱਥੋਂ ਛਪੀ ਹੋਈ ਕਿਤਾਬ ਹਿੰਦੂ ਮਿਥਿਹਾਸ ਕੋਸ਼ ਇਹਦਾ ਧਿਆਨ ਰੱਖਣਾ। ਮਿੱਥ ਦਾ ਮਨਾ ਹੁੰਦਾ ਹੈ ਕਲਪਨਾ 'ਤੇ ਆਧਾਰਿਤ ਕੋਈ ਲਿਖਤ ਜਾਂ ਬੋਲਚਾਲ। ਇਹਦਾ ਨਾਮ ਹੀ ਜੌਨ ਡੋਸਨ ਨਾਮ ਦੇ ਅੰਗਰੇਜ਼ ਨੇ ਇਹ ਕਿਤਾਬ ਤਿਆਰ ਕੀਤੀ ਸੀ। ਸੰਸਕ੍ਰਿਤ ਤੋਂ ਇੰਗਲਿਸ਼ ਦੇ ਵਿੱਚ ਲਿਖੀ ਸੀ ਅਤੇ ਇੰਗਲਿਸ਼ ਤੋਂ ਬਾਅਦ ਦੇ ਵਿੱਚ ਭਾਰਤ ਦੀਆਂ ਤਕਰੀਬਨ ਸਾਰੀਆਂ ਬੋਲੀਆਂ ਦੇ ਵਿੱਚ ਇਹਦਾ ਅਨੁਵਾਦ ਹੋ ਗਿਆ ਅਤੇ ਵਿਦੇਸ਼ਾਂ ਦੇ ਵਿੱਚ ਵੀ ਲੋਕਾਂ ਨੇ ਇਹਨੂੰ ਪਸੰਦ ਕੀਤਾ ਅਤੇ ਅਨੁਵਾਦ ਹੋ ਕੇ ਬਹੁਤ ਸਾਰੇ ਦੇਸ਼ਾਂ 'ਚ ਵੀ ਚਲੀ ਗਈ ਹੈ। ਇਸ ਹਿੰਦੂ ਮਿਥਿਹਾਸ ਕੋਸ਼ ਕਿਤਾਬ ਦੇ ਮੁਤਾਬਕ ਧਰਮਰਾਜ ਜਾਂ ਜਮਰਾਜ ਇਹ ਮੌਤ ਦਾ ਦੇਵਤਾ ਹੈ। ਉਂਝ ਸ਼ਿਵਜੀ ਨੂੰ ਵੀ ਮੌਤ ਦਾ ਦੇਵਤਾ ਮੰਨਿਆ ਜਾਂਦਾ ਹੈ। ਇਹ ਸੂਰਜ ਦਾ ਪੁੱਤਰ ਹੈ। ਆਹ ਜਿਹੜਾ ਸੂਰਜ ਆਕਾਸ਼ ਦੇ ਵਿੱਚ ਅੱਗ ਵਰਾਉਂਦਾ ਹੈ, ਚਾਨਣਾ ਕਰਦਾ ਹੈ, ਇਹਨੂੰ ਸੂਰਜ ਦਾ ਪੁੱਤਰ ਮੰਨਿਆ ਗਿਆ। ਸਭ ਤੋਂ ਪਹਿਲਾਂ ਯਮਰਾਜ ਦੀ ਮ੍ਰਿਤੂ ਹੋਈ, ਭਾਵ ਕਿ ਮੌਤ ਹੋਈ, ਅਤੇ ਇਹ ਸਵਰਗ ਵਿੱਚ ਚਲਾ ਗਿਆ। ਇਸੇ ਧਰਮਰਾਜ ਨੇ ਜਾਂ ਜਮਰਾਜ ਨੇ, ਕਿਉਂਕਿ ਇਹ ਅਲੱਗ-ਅਲੱਗ ਨਹੀਂ ਹੈਗੇ, ਇੱਕੋ ਹੀ ਹੈ ਧਰਮਰਾਜ ਅਤੇ ਜਮਰਾਜ। ਕਲਪਨਾ ਦੇ ਨਾਲ ਇਹਨਾਂ ਨੂੰ ਦੋ ਬਣਾ ਦਿੱਤਾ ਗਿਆ। ਇਸੇ ਨੇ ਸਵਰਗ ਦਾ ਰਾਹ ਲੱਭਿਆ ਸੀ। ਇਸ ਦੀਆਂ 4 ਅੱਖਾਂ ਹਨ, ਚੌੜੀਆਂ ਨਾਸਾਂ ਹਨ, 2 ਭੁੱਖੜ ਕੁੱਤੇ ਇਹਨੇ ਰੱਖੇ ਹੋਏ ਨੇ ਜੋ ਮਰ ਗਏ ਪ੍ਰਾਣੀ ਨੂੰ ਧਰਤੀ ਉੱਤੋਂ ਉੱਪਰ ਨੂੰ ਲਿਜਾਣ ਵਾਸਤੇ ਤੇਜ਼ ਦੌੜਨ ਲਈ ਮਜਬੂਰ ਕਰਦੇ ਨੇ। ਇਹ ਯੁਧਿਸ਼ਟਰ ਦਾ ਪਿਤਾ ਸੀ। ਯੁਧਿਸ਼ਟਰ ਉਹ ਜਿਹੜਾ ਪਾਂਡਵਾਂ ਦਾ ਵੱਡਾ ਭਾਈ ਸੀ। ਚਿੱਤਰਗੁਪਤ ਇਸ ਦਾ ਹਿਸਾਬ ਕਰਨ ਵਾਲਾ ਮੁਨੀਮ ਹੈ। ਚੰਗੇ ਕੰਮ ਕਰਨ ਵਾਲਿਆਂ ਨੂੰ ਉਹ ਪਿਤਰ ਲੋਕ ਵਿੱਚ ਭੇਜ ਦਿੰਦਾ ਹੈ, ਭੈੜਿਆਂ ਨੂੰ ਹੇਠਾਂ 21 ਨਰਕਾਂ ਵਿੱਚੋਂ ਕਿਸੇ ਇੱਕ ਨਰਕ ਵਿੱਚ ਭੇਜ ਦਿੰਦਾ ਹੈ ਜਾਂ ਧਰਤੀ ਉੱਤੇ ਜਨਮ ਲੈਣ ਲਈ ਭੇਜ ਦਿੰਦਾ ਹੈ। ਯਮਰਾਜ ਹਰੇ ਰੰਗ ਦਾ ਹੈ ਅਤੇ ਲਾਲ ਕੱਪੜੇ ਪਹਿਨਦਾ ਹੈ। ਇਹ ਝੋਟੇ ਦੀ ਸਵਾਰੀ ਕਰਦਾ ਹੈ। ਅਪਰਾਧੀਆਂ ਨੂੰ ਕਾਬੂ ਕਰਨ ਲਈ ਇਸ ਕੋਲ ਇੱਕ ਭੱਲਾ ਜਾਂ ਬਰਛਾ ਰੱਖਿਆ ਹੁੰਦਾ ਹੈ। ਆਪਣੇ ਪਿਤਾ ਦੀ ਇੱਕ ਦਾਸੀ ਛਾਇਆ ਦੇ ਲੱਤ ਮਾਰਨ ਕਰਕੇ ਪਿਤਾ ਸੂਰਜ ਨੇ ਧਰਮਰਾਜ ਨੂੰ ਸਰਾਪ ਦੇ ਦਿੱਤਾ ਸੀ। ਇਹ ਪਾਪ ਕਰਨ ਕਰਕੇ ਇਸ ਦੇ ਇੱਕ ਪੈਰ ਵਿੱਚ ਕੀੜੇ ਪੈ ਗਏ। ਧਰਮਰਾਜ ਦੇ ਪਿਤਾ ਨੇ ਇੱਕ ਕੁੱਕੜ ਲਿਆ ਕੇ ਦਿੱਤਾ, ਜਾਣੀ ਕਿ ਮੁਰਗੇ ਨੇ ਕੀੜੇ ਖਾ ਲਏ ਅਤੇ ਫਿਰ ਤੰਦਰੁਸਤ ਹੋ ਗਿਆ। ਮਹਾਚੰਦ ਅਤੇ ਕਾਲਪੁਰਸ਼ ਇਸ ਦੇ ਪਹਿਰੇਦਾਰ ਨੇ। ਹੁਣ ਇਹ ਕਹਾਣੀ ਹੈ ਜਿਹੜੀ, ਇਹਦੇ ਵਿੱਚ ਕੀ ਸੱਚਾਈ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ। ਜਿਵੇਂ ਇਸ ਨੂੰ ਬਿਆਨ ਕੀਤਾ ਗਿਆ ਧਰਮਰਾਜ ਜਮਰਾਜ ਇਸ ਤਰ੍ਹਾਂ ਹੋ ਹੀ ਨਹੀਂ ਸਕਦਾ। ਸੂਰਜ ਦਾ ਪੁੱਤਰ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾਓ। ਸੂਰਜ ਇਹ ਤਾਂ ਹੈ ਕਿ ਸੂਰਜ ਦੀ ਨਿੱਘ ਦੇ ਨਾਲ ਧਰਤੀ ਦੇ ਉੱਤੇ ਸਾਰੇ ਹੀ ਜੀਵ ਜਨਮ ਲੈਂਦੇ ਨੇ, ਪਰ ਇੱਕ ਧਰਮਰਾਜ ਸੂਰਜ ਦੀ ਪਤਨੀ ਤੋਂ ਸੰਯੋਗ ਦੇ ਨਾਲ ਜਨਮ ਲਵੇ, ਹਾਸੋਹੀਣੀ ਗੱਲ ਨਹੀਂ ਤਾਂ ਹੋਰ ਕੀ ਹੈ। ਇਦੋਂ ਵੱਡੀ ਜ਼ਿਆਦਾ ਮਿੱਥ ਆਪਾਂ ਸ਼ਾਇਦ ਘੱਟ ਹੀ ਸੋਚ ਸਕੀਏ। ਇਦੋਂ ਇਲਾਵਾ ਭਾਈ ਕੰਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਇਹ ਲਿਖਿਆ, ਧਰਮਰਾਜ ਅਤੇ ਯਮਰਾਜ ਅਸਲ ਵਿੱਚ ਇੱਕੋ ਹੈ। ਸੰਸਕ੍ਰਿਤ ਗ੍ਰੰਥਾਂ ਮੁਤਾਬਕ ਇਸ ਦਾ ਜਨਮ ਸੰਗਿਆ ਦੇ ਗਰਭ ਤੋਂ ਸੂਰਜ ਦੁਆਰਾ ਹੋਇਆ ਲਿਖਿਆ ਹੈ। ਯਮ ਅਤੇ ਜਮੀ ਜੋੜੇ ਭੈਣ ਭਰਾ ਸਨ। ਧਰਮਰਾਜ ਦੀ ਪੁਰੀ ਦਾ ਨਾਮ ਸੰਯਨੀ ਹੈ। ਉਸ ਦੇ ਮਹਿਲ ਦਾ ਨਾਮ ਕਾਲੀਚੀ ਹੈ। ਉਸ ਦੇ ਸਿੰਘਾਸਣ ਦਾ ਨਾਮ ਵਿਹਾਰਭੂ ਹੈ। ਇਸ ਦੇ ਹਿਸਾਬ ਵਾਲੇ ਵੱਡੇ ਰਜਿਸਟਰ ਦਾ ਨਾਮ ਸੰਧਾਨੀ ਹੈ। ਸ਼ਰਮਾ ਨਾਮ ਵਾਲੇ ਇਸ ਕੋਲ 2 ਕੁੱਤੇ ਹਨ ਜਿਨ੍ਹਾਂ ਦੀਆਂ 4-4 ਅੱਖਾਂ ਹਨ, ਜੋ ਇਸ ਦੀ ਰਾਖੀ ਕਰਦੇ ਹਨ ਅਤੇ ਮ੍ਰਿਤਕ ਨੂੰ ਤੇਜ਼ ਦੌੜਨ ਲਈ ਮਜਬੂਰ ਕਰਦੇ ਹਨ ਤਾਂ ਕਿ ਛੇਤੀ ਉੱਪਰ ਕਿਤੇ ਹਿਸਾਬ ਕਿਤਾਬ ਵਾਲੀ ਥਾਂ 'ਤੇ ਪਹੁੰਚ ਜਾਵੇ। ਹੁਣ ਇਹ ਸਾਰਾ ਕੁਝ ਸੁਣਾਉਣ ਤੋਂ ਭਾਵ ਹੈ ਕਿ ਜੋ ਸਾਡੇ ਸਿੱਖ ਧਰਮ ਦੇ ਵਿੱਚ ਪ੍ਰਚਾਰਕ ਸੁਣਾ ਰਹੇ ਨੇ, ਆਮ ਭੋਲੀਆਂ ਸੰਗਤਾਂ ਨੂੰ ਅੰਦਾਜ਼ਾ ਲਾ ਕੇ ਵੇਖ ਸਕਦੇ ਹੋ ਕਿ ਇਹ ਸੱਚਾਈ ਹੋ ਸਕਦੀ ਹੈ। ਦੂਜੀ ਗੱਲ, ਗੁਰਬਾਣੀ ਨੇ ਮੂਲੋਂ ਹੀ ਇਹਨਾਂ ਚੀਜ਼ਾਂ ਨੂੰ ਰੱਦ ਕੀਤਾ ਹੈ, ਕਿਉਂਕਿ ਗੁਰਬਾਣੀ ਤਾਂ ਬਾਰ-ਬਾਰ ਕਹਿੰਦੀ ਹੈ ਪਾਪ ਪੁੰਨ ਸਭ ਵੇਦ ਦਰੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ।
ਇਹ ਪਾਪ ਪੁੰਨ ਨਰਕ ਸੁਰਗ ਜਮਰਾਜ ਧਰਮਰਾਜ ਚਿੱਤਰਗੁਪਤ ਆਦਿਕ ਇਹ ਵੇਦਾਂ ਦੀ ਦੇਣ ਹੈ। ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਇਹਨਾਂ ਦੀ ਹੋਂਦ ਕਿਤੇ ਵੀ ਨਹੀਂ ਹੈ। ਅਤੇ ਹੋਰ ਬਹੁਤ ਸਾਰੇ ਧਰਮ ਜਿਵੇਂ ਯਹੂਦੀ ਈਸਾਈ ਇਸਲਾਮ ਬੁੱਧ ਜੈਨ ਆਦਿਕ ਇਹਨੂੰ ਉੱਕਾ ਨਹੀਂ ਮੰਨਦੇ। ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਤਾਂ ਆਇਆ ਕਿਉਂਕਿ ਅਸੀਂ ਭਾਰਤੀ ਖਿੱਤੇ ਦੇ ਵਿੱਚ ਰਹੇ ਹਾਂ ਜਿੱਥੇ ਬ੍ਰਾਹਮਣੀ ਕਰਮਕਾਂਡ ਲੋਕਾਂ ਦੇ ਮਨਾਂ 'ਤੇ ਛਾਇਆ ਹੋਇਆ। ਉਹ ਸ਼ਬਦਾਵਲੀ ਉਹ ਢੰਗ ਤਰੀਕਾ ਗੁਰੂ ਸਾਹਿਬ ਨੇ ਵਰਤਿਆ। ਇਹਨਾਂ ਨੂੰ ਅਲੰਕਾਰਕ ਤੌਰ 'ਤੇ ਉਦਾਹਰਣਾਂ ਦੇ ਤੌਰ 'ਤੇ ਧਰਮਰਾਜ ਜਮਰਾਜ ਨੂੰ ਵਰਤਿਆ, ਪਰ ਅਸਲੀਅਤ ਦੇ ਵਿੱਚ ਇਹਨਾਂ ਨੂੰ ਬਹੁਤ ਵਾਰੀ ਰੱਦ ਵੀ ਕੀਤਾ ਹੈ ਕਿਉਂਕਿ ਇਹਨਾਂ ਦੀ ਹੋਂਦ ਨਹੀਂ ਹੈ। ਇਹ ਲੋਕਾਂ ਨੂੰ ਡਰਾ ਕੇ ਧਰਮਰਾਜ ਦਾ ਹਊਆ ਖੜ੍ਹਾ ਕਰਕੇ ਜਮਦੂਤਾਂ ਦਾ ਉੱਪਰ ਜਿਹੜੇ ਤਸੀਹੇ ਦਿੱਤੇ ਜਾਂਦੇ ਨੇ ਉਹਨਾਂ ਦਾ ਡਰ ਆਮ ਮਨੁੱਖ ਦੇ ਅੰਦਰ ਪੈਦਾ ਕਰਕੇ ਉਹਦੇ ਤੋਂ ਦਾਨ ਪੁੰਨ ਲਿਆ ਜਾਂਦਾ ਹੈ ਅਤੇ ਦਾਨ ਪੁੰਨ ਦਾ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਸਾਰੇ ਦਾ ਸਾਰਾ ਉੱਪਰ ਭੇਜ ਦਿਆਂਗੇ, ਜਦੋਂ ਕਿ ਉਹ ਸਾਰਾ ਦਾਨ ਪੁੰਨ ਪੁਜਾਰੀ ਦੇ ਕੋਲੇ ਹੀ ਵਰਤੋਂ ਵਿੱਚ ਆਉਂਦਾ ਹੈ। ਪੈਸੇ ਦਿਓ, ਕੱਪੜੇ ਲੀੜੇ ਦਿਓ, ਮੰਜੇ ਬਿਸਤਰੇ ਦਿਓ, ਭਾਂਡੇ ਦਿਓ, ਅਤੇ ਕਈ ਵਾਰੀ ਤਾਂ ਮਰ ਗਏ ਪ੍ਰਾਣੀ ਨਿਮਿੱਤ ਅਖੰਡ ਪਾਠ ਵੀ ਅਤੇ ਜ਼ਮੀਨਾਂ ਜਾਇਦਾਦਾਂ ਵੀ ਦਾਨ ਕਰ ਦਿੱਤੀਆਂ ਜਾਂਦੀਆਂ ਨੇ। ਆਸ ਇਹ ਲਾਈ ਜਾਂਦੀ ਹੈ ਕਿ ਕਿਤੇ ਉੱਪਰ ਜਾਣਗੀਆਂ। ਹੱਦ ਹੋ ਗਈ ਹੈ। ਅੱਜ ਤੱਕ ਸਾਨੂੰ ਇਹ ਸਮਝ ਨਹੀਂ ਆਈ ਉੱਪਰ ਜਾਣ ਵਾਸਤੇ ਕੋਈ ਟਰਾਂਸਪੋਰਟ ਵਿਭਾਗ ਨਹੀਂ ਖੁੱਲ੍ਹਿਆ ਹੋਇਆ, ਸੜਕਾਂ ਨਹੀਂ ਬਣੀਆਂ ਹੋਈਆਂ ਅਤੇ ਰੇਲਵੇ ਵਿਭਾਗ ਨਹੀਂ ਖੁੱਲ੍ਹਿਆ ਹੋਇਆ ਅਤੇ ਕੋਈ ਰੇਲਾਂ ਦੀਆਂ ਪਟੜੀਆਂ ਉੱਪਰ ਜਾਣ ਨੂੰ ਨਹੀਂ ਬਣੀਆਂ ਹੋਈਆਂ। ਇੱਥੇ ਇਹ ਵੀ ਧਿਆਨ ਰਵੇ ਅਤੇ ਮਰ ਗਏ ਪ੍ਰਾਣੀ ਦਾ ਸਰੀਰ ਇੱਥੇ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ ਜਾਂ ਧਰਤੀ 'ਚ ਦਬਾ ਦਿੱਤਾ ਜਾਂਦਾ ਹੈ। ਅਤੇ ਜਦੋਂ ਸਾਰਾ ਕੁਝ ਇੱਥੇ ਖਤਮ ਹੋ ਗਿਆ ਅਤੇ ਉੱਪਰ ਫਿਰ ਜਾਂਦਾ ਕੀ ਹੈ? ਜਿਹੜਾ ਸਮਾਨ ਅਸੀਂ ਉੱਪਰ ਭੇਜਦੇ ਹਾਂ ਉਹ 'ਤੇ ਸਰੀਰਧਾਰੀ ਜੀਵ ਵਰਤੋਂ ਕਰ ਸਕਦਾ ਹੈ। ਜਦੋਂ ਜੀਵ ਦਾ ਸਰੀਰ ਹੀ ਨਹੀਂ ਹੈ ਉਹ ਉੱਪਰ ਚੀਜ਼ਾਂ ਦੀ ਵਰਤੋਂ ਕੌਣ ਕਰੇਗਾ? ਪਰ ਸਾਡੇ ਦਿਮਾਗਾਂ ਨੂੰ ਤਾਲੇ ਲਾ ਦਿੱਤੇ ਗਏ ਨੇ। ਪੁਜਾਰੀ ਖੂਬ ਆਮ ਇਨਸਾਨ ਦੀ 21ਵੀਂ ਸਦੀ ਚੱਲ ਰਹੀ ਹੈ, ਇਹਦੇ ਵਿੱਚ ਵੀ ਪੁਜਾਰੀ ਲੁੱਟ ਕੇ ਖਾ ਰਹੇ ਨੇ ਅਤੇ ਸਿੱਖਾਂ ਦੇ ਵਿੱਚ ਵੀ ਇਹੋ ਹੀ ਕੁਝ ਸਿਲਸਿਲਾ ਅੱਜ ਤੱਕ ਬੇਰੋਕ ਚੱਲ ਰਿਹਾ ਹੈ ਅਤੇ ਸਾਡੇ ਪ੍ਰਚਾਰਕ ਸਾਡੇ ਵਿਦਵਾਨ ਖੁੱਲ੍ਹ ਕੇ ਇਸ ਪਾਸੇ ਬੋਲਣ ਨੂੰ ਤਿਆਰ ਨਹੀਂ ਹੈਗੇ। ਅਤੇ ਇਹ ਤਾਂ ਜਦੋਂ ਅਸੀਂ ਗਹਿਰਾਈ ਨਾਲ ਵੇਖਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਇੱਥੋਂ ਤੱਕ ਕਹਿ ਦਿੱਤਾ, ਧਰਮ ਰਾਏ ਦਰ ਕਾਗਦ ਫਾੜੇ ਜਨ ਨਾਨਕ ਲੇਖਾ ਸਮਝਾ। ਅਸੀਂ ਤਾਂ ਧਰਮ ਰਾਏ ਦੇ ਕਾਗਜ਼ ਪਾੜ ਕੇ ਸੁੱਟ ਦਿੱਤੇ। ਅਸੀਂ ਇਸ ਹਿਸਾਬ ਕਿਤਾਬ ਨੂੰ ਚੰਗੀ ਤਰ੍ਹਾਂ ਸਮਝ ਲਿਆ, ਭਾਵ ਕਿ ਜਾਣ ਲਿਆ। ਇੱਥੇ ਤਾਂ ਗੁਰੂ ਸਾਹਿਬ ਇੱਥੋਂ ਤੱਕ ਸਮਝਾਉਂਦੇ ਨੇ, ਆਵਣ ਜਾਣ ਇੱਕ ਖੇਲ ਰਚਾਇਆ, ਆਗਿਆਕਾਰੀ ਕੀਨੀ ਮਾਇਆ, ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਏ ਸਮਾਏ। ਇੱਥੇ ਇੱਕ ਬੱਝਵੇਂ ਨਿਯਮ ਦੇ ਵਿੱਚ ਜੀਵ ਆਉਂਦਾ ਅਤੇ ਆਪਣੀ ਉਮਰ ਪੂਰੀ ਕਰਕੇ ਉਸੇ ਨਿਯਮ ਦੇ ਤਹਿਤ ਉਹਦਾ ਸਰੀਰ ਬਿਖਰ ਜਾਂਦਾ ਹੈ, ਖਿਲਰ ਜਾਂਦਾ ਹੈ, ਜਿਹਨੂੰ ਆਪਾਂ ਮਰਨਾ ਕਹਿ ਦਿੰਦੇ ਹਾਂ। ਉਸੇ ਦੇ ਨਿਯਮ ਦੇ ਵਿੱਚ ਆਉਂਦਾ ਜਾਂਦਾ ਹੈ ਅਤੇ ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਜਾਂ ਭਾਵੈ ਤਾਂ ਲਏ ਸਮਾਏ। ਇਹ ਉਹਦਾ ਨਿਯਮ ਹੈ, ਉਹਨੇ ਕਿਵੇਂ ਕਰਨਾ ਹੈ ਉਹ ਲਗਾਤਾਰ ਚੱਲ ਰਿਹਾ ਹੈ। ਹੁਣ ਇੱਥੇ ਸਾਨੂੰ ਇਹ ਵੀ ਡਰਾਇਆ ਜਾਂਦਾ ਹੈ ਕਿ ਉੱਪਰ ਸਵਰਗ ਹੈ, ਉੱਪਰ ਨਰਕ ਹੈ, ਉੱਪਰ ਪਰਮਾਤਮਾ ਬੈਠਾ ਹੈ, ਤੁਹਾਡਾ ਉਹਦੇ ਨਾਲ ਮਿਲਾਪ ਹੋਊਗਾ। ਹੁਣ ਗੁਰਬਾਣੀ 'ਚੋਂ ਇੱਕ ਸ਼ਬਦ 1104 ਪੰਨੇ 'ਤੇ ਤੁਸੀਂ ਆਪ ਪੜ੍ਹ ਕੇ ਵੇਖ ਲਿਓ ਅਤੇ ਗੁਰਬਾਣੀ 'ਚ ਕੀ ਹੁਕਮ ਹੈ ਅਤੇ ਅਸੀਂ ਕੀ ਕਰੀ ਜਾਂਦੇ ਹਾਂ। ਜੋ ਤੁਮ ਮੋਕੋ ਦੂਰ ਕਰਤ ਹੋ ਤਉ ਤੁਮ ਮੁਕਤ ਬਤਾਵੋ, ਏਕ ਅਨੇਕ ਹੋਏ ਰਹਿਓ ਸਗਲ ਮੈਂ ਅਬ ਕੈਸੇ ਭਰਮਾਵੋ। ਜਦੋਂ ਤੁਸੀਂ ਮੈਨੂੰ, ਹੇ ਪ੍ਰਮਾਤਮਾ ਜੀ, ਲੋਕੀ ਕਹਿੰਦੇ ਨੇ ਕਿ ਉੱਪਰ ਜਾ ਕੇ ਤੁਸੀਂ ਮਿਲੋਗੇ, ਪਰ ਮੈਂ ਤਾਂ ਤੁਹਾਨੂੰ ਘੱਟ ਘੱਟ ਦੇ ਵਿੱਚ ਵੇਖਦਾ। ਆਪਣੇ ਮੇਰੇ ਅੰਦਰ ਵੀ ਤੂੰ ਹੈ, ਤੇਰੀ ਹੀ ਜੋਤ ਮੈਨੂੰ ਜੀਵਤ ਰੱਖ ਰਹੀ ਹੈ, ਮੈਂ ਤੇਰਾ ਹੀ ਪੈਦਾ ਕੀਤਾ ਹੋਇਆ ਹਾਂ। ਜੋ ਤੁਮ ਮੋਕੋ ਦੂਰ ਕਰਤ ਹੋ। ਹੁਣ ਜੇ ਮੈਂ ਤੇਰੇ ਤੋਂ ਦੂਰ ਹੋ ਜਾਵਾਂ ਤਾਂ ਇਹਨੂੰ ਮੈਂ ਮੁਕਤੀ ਮੰਨ ਲਵਾਂ? ਬਿਲਕੁਲ ਨਹੀਂ ਹੈ, ਮੈਂ ਤਾਂ ਸਦਾ ਹੀ ਤੇਰੇ ਵਿੱਚ ਸਮਾਇਆ ਹੋਇਆ। ਇਹ ਏਕ ਅਨੇਕ ਹੋਏ ਰਹਿਓ ਸਗਲ ਮੈਂ ਤਾਂ ਇਹ ਵੀ ਜਾਣ ਚੁੱਕਿਆ। ਕਬੀਰ ਜੀ ਕਹਿੰਦੇ ਨੇ, ਤੂੰ ਆਪ ਹੀ ਇੱਕ ਹੈ, ਆਪ ਹੀ ਅਨੇਕ ਹੈ, ਤੇਰਾ ਹੀ ਨਿਯਮ ਸਾਰੇ ਜੀਵਾਂ 'ਚ ਚੱਲ ਰਿਹਾ। ਏਕ ਅਨੇਕ ਹੋਏ ਰਹਿਓ ਸਗਲ ਮੈਂ ਅਬ ਕੈਸੇ ਭਰਮਾਵੋ। ਇਹ ਤਾਂ ਲੋਕੀ ਭਰਮਾਂ 'ਚ ਪਏ ਹੋਏ ਨੇ, ਮੈਂ ਇਹਨਾਂ ਭਰਮਾਂ 'ਚ ਨਹੀਂ ਪਵਾਂਗਾ। ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ। ਹੇ ਪ੍ਰਭੂ ਜੀ, ਮੈਨੂੰ ਤਾਰ ਕੇ ਕਿੱਥੇ ਲੈ ਕੇ ਜਾਓਗੇ?
ਕਿਉਂਕਿ ਤੁਸੀਂ ਤਾਂ ਮੇਰੇ ਕੋਲ ਹੀ ਹੋ, ਮੇਰੇ ਅੰਦਰ ਵਸਦੇ ਹੋ, ਮੈਂ ਤੁਹਾਡਾ ਹੀ ਜ਼ਿੰਦਗੀ ਦਾ ਹਿੱਸਾ ਹਾਂ। ਰਾਮ ਮੁਕ ਤਾਰ ਕਹਾਂ ਲੈ ਜਾਈ ਹੈ, ਸੋਧੋ ਮੁਕਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਹਿ ਪਾਈ ਹੈ। ਰਹਾਓ। ਸੋਧੋ ਮੁਕਤ, ਮੈਂ ਤਾਂ ਬੰਧਨਾਂ ਨੂੰ ਕੱਢ ਦਿੱਤਾ, ਆਪਣੇ ਮਨ ਨੂੰ, ਆਪਣੇ ਸਰੀਰ ਨੂੰ ਸੋਧ ਲਿਆ ਅਤੇ ਪੂਰੀ ਤਰ੍ਹਾਂ ਬੁਰਾਈਆਂ ਤੋਂ ਮੁਕਤ ਹੋ ਗਿਆ। ਅਤੇ ਤੁਸੀਂ ਮੈਨੂੰ ਮੁਕਤੀ ਹੋਰ ਕਿਹੜੀ ਦਿਓਗੇ? ਸੋਧੋ ਮੁਕਤ ਕਹਾਂ ਦਿਓ ਕੈਸੀ, ਕਰ ਪ੍ਰਸਾਦ ਮੋਹਿ ਪਾਈ ਹੈ। ਮੈਂ ਤਾਂ ਤੁਹਾਡੀ ਕਿਰਪਾ ਦੇ ਨਾਲ ਪਹਿਲਾਂ ਹੀ ਮੁਕਤੀ ਪ੍ਰਾਪਤ ਕਰ ਲਈ ਹੈ, ਅਤੇ ਬਾਕੀ ਹੋਰ ਮੁਕਤੀਆਂ ਜੇ ਕੋਈ ਪਾਉਣ ਵਾਲੀਆਂ ਨੇ ਉਹ ਧਰਤੀ ਦੇ ਉੱਤੇ ਨੇ, ਬਾਹਰ ਜਾ ਕੇ ਕਿਤੋਂ ਮੁਕਤੀ ਨਹੀਂ ਮਿਲਣੀ। ਤਾਰਨ ਤਰਨ ਤਬੈ ਲਗ ਕਹੀਐ, ਜਬ ਲਗ ਤਤ ਨਾ ਜਾਣਿਆ। ਕਬੀਰ ਜੀ ਕਹਿੰਦੇ ਨੇ ਇਹ ਤਾਰਨ ਅਤੇ ਤਰਨ ਦੀਆਂ ਗੱਲਾਂ ਉਦੋਂ ਤੱਕ ਚੱਲਦੀਆਂ ਨੇ, ਉਦੋਂ ਤੱਕ ਲੋਕੀ ਮੰਨਦੇ ਨੇ ਜਦੋਂ ਤੱਤ ਵਸਤੂ ਸਮਝ ਨਹੀਂ ਆਈ, ਮਾਨਸਿਕ ਵਿਕਾਸ ਨਹੀਂ ਹੋਇਆ, ਪੁਜਾਰੀ ਦੇ ਗੁਲਾਮ ਬਣ ਗਏ ਇਨਸਾਨ, ਉਦੋਂ ਤੱਕ ਤਾਰਨ ਦੀਆਂ ਤਰਨ ਦੀਆਂ ਗੱਲਾਂ ਇਹਨਾਂ ਨੂੰ ਚੰਗੀਆਂ ਲੱਗਦੀਆਂ ਨੇ, ਕਿਉਂਕਿ ਇਹਨਾਂ ਨੂੰ ਅਸਲੀਅਤ ਦਾ ਪਤਾ ਨਹੀਂ ਹੈ। ਤਾਰਨ ਤਰਨ ਤਬੈ ਲਗ ਕਹੀਐ, ਜਬ ਲਗ ਤਤ ਨ ਜਾਣਿਆ, ਅਬ ਤੋਂ ਬਿਮਲ ਭਏ ਘਟ ਹੀ ਮੈਂ, ਕਹਿ ਕਬੀਰ ਮਨ ਮਾਨਿਆ। ਹੁਣ ਤਾਂ ਸਾਡੇ ਅੰਦਰ ਹੀ ਪ੍ਰਭੂ ਪ੍ਰਗਟ ਹੋ ਗਿਆ, ਅਸੀਂ ਪੂਰੀ ਤਰ੍ਹਾਂ ਬੰਧਨ ਮੁਕਤ ਹੋ ਗਏ ਹਾਂ ਅਤੇ ਸਾਡਾ ਮਨ ਇਸ ਗੱਲ ਨੂੰ ਸਵੀਕਾਰ ਕਰ ਚੁੱਕਿਆ ਹੋਇਆ। ਗੁਰੂ ਪਿਆਰ ਵਾਲਿਓ, ਧਰਮਰਾਜ ਜਮਰਾਜ ਸਾਨੂੰ ਡਰਾਉਣ ਵਾਸਤੇ ਪੁਜਾਰੀਆਂ ਨੇ ਸਾਡੇ ਮੱਥੇ 'ਤੇ ਮੜ੍ਹੇ ਨੇ। ਇਹਨਾਂ ਕਦੀ ਧਰਮਰਾਜ ਦੇ ਰਾਹੀਂ, ਕਦੀ ਜਮਰਾਜ ਦੇ ਰਾਹੀਂ, ਜਾਂ ਚਿੱਤਰਗੁਪਤ ਦੇ ਰਾਹੀਂ, ਨਰਕ ਸੁਰਗ ਦੇ ਰਾਹੀਂ, ਦਾਨ ਪੁੰਨ ਦੇ ਰਾਹੀਂ, ਡਰਾਵਿਆਂ ਦੇ ਰਾਹੀਂ ਇਹ ਸਾਨੂੰ ਪੁਜਾਰੀ ਨੇ ਆਪਣਾ ਗੁਲਾਮ ਬਣਾ ਕੇ ਰੱਖਿਆ ਹੋਇਆ। ਇਸ ਗੁਲਾਮੀ ਦੇ ਸੰਗਲ ਤੋੜਨ ਵਾਸਤੇ ਮਾਨਸਿਕ ਵਿਕਾਸ ਦਾ ਹੋਣਾ ਬਹੁਤ ਜ਼ਰੂਰੀ ਹੈ। ਗੁਰਬਾਣੀ ਨੂੰ ਸਮਝ ਕੇ ਪੜ੍ਹਨਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਸੇ ਤਰ੍ਹਾਂ ਅਸੀਂ ਸਦਾ ਗੁਲਾਮ ਬਣੇ ਰਵਾਂਗੇ। ਜਿੰਨਾ ਚਿਰ ਤੱਕ ਅਸੀਂ ਅਕਲਮੰਦ ਨਹੀਂ ਬਣ ਜਾਂਦੇ, ਉਤਨੀ ਦੇਰ ਸਾਡੀ ਹਾਲਤ ਨਹੀਂ ਸੁਧਰਨੀ। ਸਵਾਲ ਨੰਬਰ 152, ਭਾਈ ਵੀਰ ਇੰਦਰ ਸਿੰਘ, ਪੱਖੋਵਾਲ ਰੋਡ, ਲੁਧਿਆਣਾ। ਇਹਨਾਂ ਦਾ ਸਵਾਲ ਹੈ ਕਿ ਭਗਤ ਰਵਿਦਾਸ ਜੀ ਦੀਆਂ ਕਰਾਮਾਤਾਂ ਬਾਰੇ ਚਾਨਣਾ ਪਾਓ। ਗੁਰੂ ਪਿਆਰ ਵਾਲਿਓ, ਕਰਾਮਾਤ ਸਾਡੇ ਮੱਥੇ ਮੜ੍ਹੀ ਗਈ ਹੈ ਪੁਜਾਰੀਆਂ ਵੱਲੋਂ, ਕਿਉਂਕਿ ਪੁਜਾਰੀ ਲੋਕ ਆਪ ਕੁਝ ਵੀ ਕਰਨਾ ਨਹੀਂ ਚਾਹੁੰਦੇ ਅਤੇ ਸਮਾਜ ਨੂੰ ਵੀ ਆਮ ਤੌਰ 'ਤੇ ਨਕਾਰਾ ਬਣਾ ਕੇ, ਬੇਵਕੂਫ ਬਣਾ ਕੇ ਕੇਵਲ ਲੁੱਟਣਾ ਚਾਹੁੰਦੇ ਨੇ। ਇਸ ਦੀਆਂ ਮਿਸਾਲਾਂ ਸਾਡੇ ਸਾਹਮਣੇ ਇਤਿਹਾਸ ਵਿੱਚ ਮੌਜੂਦ ਨੇ। ਬਾਬਰ ਵਰਗੇ, ਔਰੰਗਜ਼ੇਬ ਵਰਗੇ, ਜਹਾਂਗੀਰ ਵਰਗੇ, ਅਹਿਮਦ ਸ਼ਾਹ ਅਬਦਾਲੀ ਵਰਗੇ ਜਾਂ ਹੋਰ ਅਨੇਕਾਂ ਇੱਥੇ ਜਾਬਰ ਆਏ, ਹਮਲੇ ਕੀਤੇ, ਹਜ਼ਾਰਾਂ ਨੂੰ, ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਮੰਦਰ ਤੋੜੇ, ਸੋਨਾ ਚਾਂਦੀ ਲੁੱਟਿਆ, ਮੂਰਤੀਆਂ ਤੋੜੀਆਂ, ਅਤੇ ਇਸੇ ਤਰ੍ਹਾਂ ਬਹੁਤ ਸਾਰਾ ਧਨ ਦੌਲਤ ਵੀ ਵਾਪਸ ਨਾਲ ਲੈ ਕੇ ਜਾਂਦੇ ਰਹੇ, ਅਤੇ ਇੱਥੋਂ ਦੀਆਂ ਸੁੰਦਰ ਲੜਕੀਆਂ ਨੂੰ ਵੀ ਜਬਰੀ ਉਧਾਲ ਕੇ ਆਪਣੇ ਨਾਲ ਲਿਜਾਂਦੇ ਰਹੇ ਨੇ। ਅਤੇ ਕਿਤਨੀਆਂ ਸਾਰੀਆਂ ਔਰਤਾਂ ਦਾ ਇਸ ਧਰਤੀ ਦੇ ਉੱਤੇ, ਜਿਹਨੂੰ ਦੇਵਤਿਆਂ ਦੀ ਪਵਿੱਤਰ ਧਰਤੀ ਆਖਿਆ ਜਾਂਦਾ ਹੈ, ਇੱਥੇ ਅਪਮਾਨ ਹੁੰਦਾ ਰਿਹਾ। ਕਦੀ ਸੋਚ ਕੇ ਵੇਖੋ, ਜੇ ਇਹਨਾਂ ਪੁਜਾਰੀਆਂ ਦੇ ਕੋਲੇ ਕੋਈ ਕਰਾਮਾਤ ਹੁੰਦੀ, ਜਾਂ ਕੋਈ ਮੂਰਤੀਆਂ ਦੇ ਵਿੱਚੋਂ ਕਰਾਮਾਤ ਨਿਕਲਦੀ, ਜਾਂ ਕੋਈ ਦੇਵੀ ਦੇਵਤੇ ਕਰਾਮਾਤ ਕਰ ਸਕਦੇ ਹੁੰਦੇ, ਤਾਂ ਇਸ ਦੇਸ਼ ਦੇ ਲੋਕਾਂ ਉੱਤੇ ਇੰਨੀਆਂ ਮੁਸੀਬਤਾਂ ਲਗਾਤਾਰ ਕਿਉਂ ਆਈਆਂ? ਤਕਰੀਬਨ 700 ਸਾਲ ਤਾਂ ਇੱਥੇ ਮੁਸਲਮਾਨਾਂ ਦਾ ਰਾਜ ਰਿਹਾ ਭਾਰਤ ਦੇ ਉੱਤੇ, ਕਰੀਬ 200 ਸਾਲ ਅੰਗਰੇਜ਼ਾਂ ਦਾ ਰਾਜ ਰਿਹਾ। ਅਤੇ ਦੂਜਾ ਪੱਖ ਇਹ ਵੀ ਨਾਲ ਜੋੜ ਲਈਏ ਕਿ ਇੱਥੇ ਸ਼ੂਦਰਾਂ ਦੇ ਉੱਤੇ ਅੱਜ ਤੱਕ ਵੀ ਗੁਲਾਮੀ ਦਾ ਡੰਡਾ ਮੌਜੂਦ ਹੈ। ਭਾਵੇਂ ਸੰਵਿਧਾਨ ਨੇ ਕੁਝ ਛੋਟਾਂ ਉਹਨਾਂ ਨੂੰ ਦਿੱਤੀਆਂ ਨੇ, ਡਾਕਟਰ ਅੰਬੇਦਕਰ ਨੇ ਬੜੀ ਸਿਆਣਪ ਦੇ ਨਾਲ ਉਹਨਾਂ ਨੂੰ ਰਾਖਵਾਂ ਕੋਟਾ ਲੈ ਕੇ ਸੰਵਿਧਾਨ ਦੇ ਮੁਤਾਬਕ ਦੇ ਦਿੱਤਾ ਹੈ, ਪਰ ਅਜੇ ਵੀ ਉਹਨਾਂ ਦੇ ਦੁੱਖ ਦਰਦ ਪੂਰੇ ਤਰ੍ਹਾਂ ਦੂਰ ਨਹੀਂ ਹੋਏ। ਅਤੇ ਇਹਨਾਂ ਸਾਰੀਆਂ ਮੁਸੀਬਤਾਂ ਨੂੰ ਦੂਰ ਕਰਨ ਵਾਸਤੇ ਕੋਈ ਵੀ ਕਰਾਮਾਤ ਕਿਤੇ ਨਹੀਂ ਵਾਪਰੀ। ਜੇ ਰਵਿਦਾਸ ਜੀ ਕਰਾਮਾਤਾਂ ਕਰ ਸਕਦੇ ਹੁੰਦੇ ਤਾਂ ਉਹਨਾਂ ਨੇ ਬਹੁਤ ਪਹਿਲਾਂ 500-600 ਸਾਲ ਪਹਿਲਾਂ ਹੀ ਸਾਰੇ ਦੇਸ਼ ਦੇ ਲੋਕਾਂ ਦੀ ਕਿਸਮਤ ਸੁਧਾਰ ਦੇਣੀ ਸੀ, ਉਹਨਾਂ ਦਾ ਜੀਵਨ ਚੰਗਾ ਬਣਾ ਦੇਣਾ ਸੀ। ਇਹ ਪੁਜਾਰੀ ਦੀਆਂ ਕਹਾਣੀਆਂ ਘੜੀਆਂ ਹੋਈਆਂ ਨੇ। ਜਿਹੜਾ ਕੋਈ ਇਨਸਾਨ ਉਹਨੂੰ ਲੱਗਦਾ ਕਿ ਆਮ ਨਾਲੋਂ ਸਿਆਣਾ ਹੈ, ਅਕਲਮੰਦ ਹੈ, ਜਾਂ ਤਾਂ ਉਹਨੂੰ ਕਤਲ ਕਰਵਾ ਦਿਓ, ਖਤਮ ਕਰ ਦਿਓ, ਬਦਨਾਮ ਕਰ ਦਿਓ, ਤਾਂ ਕਿ ਕਿਤੇ ਮੂੰਹ ਦਿਖਾਉਣ ਜੋਗਾ ਨਾ ਰਵੇ। ਅਤੇ ਜੇ ਉਹਨੂੰ ਕਤਲ ਨਹੀਂ ਕੀਤਾ ਜਾ ਸਕਿਆ ਤਾਂ ਬ੍ਰਾਹਮਣ ਇਹੋ ਜਿਹੀਆਂ ਕਹਾਣੀਆਂ ਘੜ ਕੇ ਉਹਦੇ ਮੱਥੇ ਮੜ੍ਹ ਦਿੰਦਾ ਹੈ ਕਿ ਉਹਨੂੰ, ਲੋਕਾਂ ਨੂੰ ਲੱਗਣ ਲੱਗ ਪੈਂਦਾ ਹੈ ਕਿ ਇਹਨੇ
ਕੋਈ ਆਮ ਪ੍ਰੈਕਟੀਕਲ ਢੰਗ ਨਾਲ ਕੰਮ ਨਹੀਂ ਕੀਤਾ। ਇਹ ਤਾਂ ਕੋਈ ਕਰਾਮਾਤੀ ਸ਼ਕਤੀਆਂ ਦਾ ਮਾਲਕ ਸੀ, ਇਸ ਕਰਕੇ ਇਹੋ ਜਿਹੇ ਕੰਮ ਕਰ ਦਿੱਤੇ ਅਤੇ ਕਰਾਮਾਤਾਂ ਦੇ ਰਾਹੀਂ ਉਹਨੂੰ ਝੂਠੀਆਂ ਕਹਾਣੀਆਂ ਜੋੜ ਕੇ ਅਜਿਹੇ ਕੰਮ ਕਰਵਾ ਦਿੱਤੇ। ਜਿਵੇਂ ਰਵਿਦਾਸ ਜੀ ਨਾਲ ਜੋੜਿਆ ਹੋਇਆ ਕਿ ਰਵਿਦਾਸ ਜੀ ਨੇ ਕੁਝ ਤੋਹਫਾ ਭੇਜਿਆ, ਆਪਣੇ ਸੇਵਕਾਂ ਨੂੰ ਆਖਿਆ ਕਿ ਇਹ ਮੇਰਾ ਤੋਹਫਾ ਗੰਗਾ ਦੇ ਉੱਤੇ ਜਾ ਕੇ ਤੁਸੀਂ ਗੰਗਾ ਮਾਈ ਨੂੰ, ਜਿਹੜਾ ਕਿ ਇੱਕ ਦਰਿਆ ਹੈ, ਉਹਨੂੰ ਭੇਟ ਕਰ ਦਿਓ। ਪਰ ਜੇ ਗੰਗਾ ਮਾਈ ਆਪਣੀ ਬਾਂਹ ਕੱਢ ਕੇ ਇਹ ਮੇਰੇ ਦਿੱਤੇ ਹੋਏ ਤੋਹਫੇ ਟੂਮਾ ਗਹਿਣੇ ਲਵੇ, ਆਪਣਾ ਹੱਥ ਕੱਢ ਕੇ ਤਾਂ ਦੇਣੀ ਹੈ। ਹੈਰਾਨੀ ਦੀ ਗੱਲ ਹੈ। ਕਹਿੰਦੇ ਗੰਗਾ ਮਾਈ ਦਰਿਆ ਨੇ ਔਰਤ ਦਾ ਰੂਪ ਧਾਰਨ ਕਰਕੇ ਆਪਣਾ ਹੱਥ ਬਾਹਰ ਕੱਢਿਆ ਅਤੇ ਉਹਨੂੰ ਉਹ ਗਹਿਣੇ ਅਰਪਣ ਕੀਤੇ ਗਏ। ਹੋਰ ਕਿਸੇ ਪੁਜਾਰੀ ਦੇ ਉਹਨੇ ਹੱਥ ਕੱਢ ਕੇ ਇਸ ਤਰ੍ਹਾਂ ਗਹਿਣੇ ਪ੍ਰਾਪਤ ਨਹੀਂ ਕੀਤੇ, ਪਰ ਰਵਿਦਾਸ ਜੀ ਦੇ ਗਹਿਣੇ ਪ੍ਰਾਪਤ ਕਰ ਲਏ। ਅਤੇ ਦੂਜਾ ਪੱਖ ਨਾਲ ਇਹ ਵੀ ਕਹਾਣੀ ਘੜ ਦਿੱਤੀ। ਜਦੋਂ ਕਿਸੇ ਨੇ ਪੁੱਛਿਆ ਕਿ ਰਵਿਦਾਸ ਜੀ ਤੁਸੀਂ ਤਾਂ ਗੰਗਾ 'ਤੇ ਇਸ਼ਨਾਨ ਕਰਨ ਨਹੀਂ ਜਾਂਦੇ, ਪਵਿੱਤਰ ਕਿਵੇਂ ਹੋਵੋਗੇ? ਤਾਂ ਕਹਿੰਦੇ ਨੇ ਰਵਿਦਾਸ ਜੀ ਨੇ ਆਪਣਾ ਜਿੱਥੇ ਜੁੱਤੀਆਂ ਬਣਾਉਂਦੇ ਸੀ, ਗੰਢਦੇ ਸੀ, ਅਤੇ ਪੱਥਰ ਸੀ ਵੱਡਾ ਸਾਰਾ ਰੱਖਿਆ ਹੋਇਆ, ਉਸ ਪੱਥਰ ਨੂੰ ਸਰਕਾ ਕੇ ਜਦੋਂ ਵਿਖਾਇਆ, ਕਹਿੰਦੇ ਗੰਗਾ ਹੇਠਾਂ ਦੀ ਵਗ ਰਹੀ ਸੀ। ਹੱਦ ਹੋ ਗਈ ਹੈ, ਅਜੀਬੋ ਗਰੀਬ ਕਹਾਣੀਆਂ ਨੇ। ਅਤੇ ਫਿਰ ਰਵਿਦਾਸ ਜੀ ਨਾਲ ਜੰਝੂ ਦੀ, ਜਨੇਊ ਦੀ ਕਹਾਣੀ ਵੀ ਜੋੜ ਦਿੱਤੀ। ਜਦੋਂ ਕਈਆਂ ਨੇ ਆਖਿਆ ਕਿ ਤੁਸੀਂ ਜੰਝੂ ਨਹੀਂ ਪਾਉਂਦੇ, ਕਹਿਣ ਲੱਗਿਆ ਉਹਨੇ ਆਪਣੀ ਚਮੜੀ ਉਧੇੜ ਕੇ ਦਿਖਾ ਦਿੱਤਾ ਕਿ ਮੇਰੇ ਚਮੜੀ ਦੇ ਅੰਦਰਲੇ ਪਾਸੇ ਜੰਝੂ ਪਿਆ ਹੋਇਆ ਹੈ। ਇਹ ਬਹੁਤ ਕੁਝ ਰਵਿਦਾਸ ਜੀ ਨਾਲ ਜੋੜਿਆ ਹੋਇਆ। ਅਤੇ ਪਿਛਲੇ ਜਨਮ ਦੇ ਵਿੱਚ ਰਵਿਦਾਸ ਜੀ ਬਾਰੇ ਇਹ ਵੀ ਕਹਾਣੀ ਉਡਾ ਦਿੱਤੀ ਕਿ ਉਹ ਪਿਛਲੇ ਜਨਮ ਦੇ ਵਿੱਚ ਬ੍ਰਾਹਮਣ ਸੀ, ਪਰ ਉਹਨੇ ਕੋਈ ਗਲਤੀ ਕਰ ਲਈ ਅਤੇ ਉਹਨੂੰ ਫਿਰ ਸ਼ੂਦਰ ਦੇ ਘਰ ਜਨਮ ਲੈਣ ਦਾ ਉਹਦੇ ਗੁਰੂ ਨੇ ਸਰਾਪ ਦੇ ਦਿੱਤਾ। ਇਸ ਤਰ੍ਹਾਂ ਇੱਕ ਪਾਸੇ ਤਾਂ ਰਵਿਦਾਸ ਜੀ ਦੀ ਕ੍ਰਾਂਤੀਕਾਰੀ ਸਿੱਖਿਆਦਾਇਕ ਉੱਤਮ ਦਰਜੇ ਦੀ ਬਾਣੀ ਹੈ, ਅਤੇ ਦੂਜੇ ਪਾਸੇ ਪੁਜਾਰੀ ਨੇ ਉਹਨਾਂ ਦਾ ਅਪਮਾਨ ਕਰਨ ਵਾਸਤੇ ਘੜੀਆਂ ਹੋਈਆਂ ਅਜਿਹੀਆਂ ਕਹਾਣੀਆਂ ਨੇ। ਉਹਨਾਂ ਦੇ 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਨੇ। ਉਹਨਾਂ ਨੇ ਆਪਣੀਆਂ ਕਰਾਮਾਤਾਂ ਦਾ ਕਿਤੇ ਵੀ ਬਾਣੀ ਦੇ ਵਿੱਚ ਇਸ ਤਰ੍ਹਾਂ ਦਾ ਢੰਗ ਨਾਲ ਕੋਈ ਜ਼ਿਕਰ ਨਹੀਂ ਕੀਤਾ। ਇਹ ਪੁਜਾਰੀ ਦੀ ਕਾਢ ਹੈ। ਪੁਜਾਰੀ ਜਿਵੇਂ ਦਿਲ ਚਾਹੇ ਲੋਕਾਂ ਨੂੰ ਮਰੋੜ ਲੈਂਦਾ ਹੈ, ਲੋਕਾਂ ਦਾ ਦਿਮਾਗ ਵਧਣ ਨਹੀਂ ਦਿੱਤਾ ਗਿਆ। ਅਤੇ ਇਸੇ ਕਰਕੇ ਅੱਜ ਤੱਕ ਵੀ ਸਾਡਾ ਸਿੱਖ ਲਾਣਾ ਅਤੇ ਹੋਰ ਆਲੇ ਦੁਆਲੇ ਲੋਕੀ ਪੁਜਾਰੀਆਂ ਦੇ ਪੈਰਾਂ 'ਚ ਪੈ ਰਹੇ ਨੇ। ਪੁਜਾਰੀ ਤਾਂ ਫਿਰ ਵੀ ਇੱਕ ਇਨਸਾਨ ਹੈ। ਅੱਜ ਤੱਕ ਪੱਥਰਾਂ ਨੂੰ, ਮੜੀਆਂ ਨੂੰ, ਕਬਰਾਂ ਨੂੰ, ਇੱਟਾਂ ਦੇ ਢੇਰਾਂ ਨੂੰ, ਸੱਪਾਂ ਨੂੰ, ਬਾਂਦਰਾਂ ਨੂੰ ਅਤੇ ਰੁੱਖਾਂ ਬਿਰਖਾਂ ਨੂੰ ਅੱਜ ਤੱਕ ਲੋਕੀ ਪੂਜਦੇ ਆ ਰਹੇ ਨੇ। ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਇਹਨਾਂ ਚੀਜ਼ਾਂ ਨੂੰ ਪੂਜਣ ਵਾਲੇ ਇਨਸਾਨ ਅਖਵਾਉਣ ਦੇ ਵੀ ਹੱਕਦਾਰ ਨੇ। ਇਹ ਤਾਂ ਕੇਵਲ ਸਰੀਰ ਤੇ ਮਨੁੱਖਾਂ ਦਾ ਜ਼ਰੂਰ ਮਿਲ ਗਿਆ, ਪਰ ਉਹਨਾਂ ਦਾ ਮਾਨਸਿਕ ਵਿਕਾਸ ਮਨੁੱਖਾਂ ਵਰਗਾ ਨਹੀਂ ਹੋਇਆ। ਅਜੇ ਵੀ ਜਾਨਵਰਾਂ ਦੇ ਤਲ 'ਤੇ ਖਲੋਤੇ ਨੇ, ਭਾਵ ਕਿ ਆਪਣੇ ਆਪ ਨੂੰ ਇਨਸਾਨ ਅਖਵਾਉਣਾ ਅਤੇ ਇੱਕ ਜਾਨਵਰ ਦੇ ਅੱਗੇ ਹੱਥ ਜੋੜ ਕੇ ਖਲੋਣਾ ਅਤੇ ਜਾਨਵਰ ਤੋਂ ਆਪਣੀਆਂ ਮਾਨਤਾਵਾਂ ਪੂਰੀਆਂ ਕਰਨ ਦੀਆਂ ਅਰਦਾਸਾਂ ਕਰਨੀਆਂ, ਇਹ ਸਾਰਾ ਕੁਝ ਵਾਪਰਿਆ ਪਿਆ। ਰਵਿਦਾਸ ਜੀ ਨੇ ਸਾਨੂੰ ਜਾਤ ਪਾਤ ਤੋੜਨ ਨੂੰ ਆਖਿਆ। ਇੱਥੇ ਇੱਕ ਅਜਿਹਾ ਦੇਸ਼, ਅਜਿਹਾ ਮੁਲਕ, ਅਜਿਹਾ ਖਿੱਤਾ ਬਣਾਉਣ ਵਾਸਤੇ ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅਦੋ ਨਹੀਂ ਤੈਂ ਠਾਓ, ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਇਹ ਸਾਰਾ ਸ਼ਬਦ ਕਦੀ ਪੜ੍ਹ ਕੇ ਵੇਖਿਓ। ਰਵਿਦਾਸ ਜੀ ਕਹਿ ਰਹੇ ਨੇ ਕਿ ਮੈਨੂੰ ਇਹੋ ਜਿਹਾ ਦੇਸ਼ ਚਾਹੀਦਾ ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ, ਕੋਈ ਡਰ ਭੈ ਨਾ ਹੋਵੇ, ਕਿਸੇ ਨੂੰ ਕੋਈ ਰੋਕ ਨਾ ਹੋਵੇ, ਕਿਸੇ ਦਾ ਹੱਕ ਨਾ ਕੋਈ ਖਾਵੇ, ਕਿਸੇ ਨੂੰ ਕੋਈ ਨੀਚ ਨੀਵਾਂ ਨਾ ਆਖੇ, ਕੋਈ ਇੱਥੇ ਪੂਜਣ ਯੋਗ ਨਾ ਹੋਵੇ, ਸਾਰੇ ਇਨਸਾਨ ਇਕਸਾਰ ਹੋਣ। ਉਹਨੂੰ ਮੈਂ ਬੇਗਮਪੁਰਾ ਆਖਾਂਗਾ ਜਿੱਥੇ ਕੋਈ ਗਮ ਨਹੀਂ ਹੈ। ਗੁਰੂ ਪਿਆਰ ਵਾਲਿਓ, ਰਵਿਦਾਸ ਜੀ ਤਾਂ ਇਹ ਵੀ ਕਹਿੰਦੇ ਨੇ, ਅਸੀਂ ਕਿਉਂ ਇਹੋ ਜਿਹੇ ਬਣ ਗਏ। ਨਰਪਤ ਏਕ ਸਿੰਘਾਸਣ ਸੋਇਆ, ਸੁਪਨੇ ਭਇਆ ਭਿਖਾਰੀ। ਉਹ ਭਾਈ ਅਸੀਂ ਵੀ ਕਦੇ ਬਾਦਸ਼ਾਹ ਸੀ। ਅਸੀਂ ਆਪਣੇ ਰਾਜ ਪਾਟ ਨੂੰ ਲੈਣ ਵਾਸਤੇ ਉਹ ਯਤਨ ਨਾ ਕਰ ਸਕੇ। ਦੁਸ਼ਮਣਾਂ ਨੇ ਸਾਡਾ ਰਾਜ ਪਾਟ ਕਿਸੇ ਜ਼ਮਾਨੇ 'ਚ ਖੋਹ ਲਿਆ। ਅਸੀਂ ਉਹਦੀਆਂ ਚਲਾਕੀਆਂ ਨੂੰ ਪਰਖ ਨਾ ਸਕੇ, ਪਛਾਣ ਨਾ ਸਕੇ। ਅਸੀਂ ਉਹਦੀ ਮਾਰ ਵਿੱਚ ਆ ਗਏ। ਸਾਡਾ ਰਾਜ ਵੀ ਖੋਹ ਲਿਆ, ਸਾਡੀ ਇੱਜ਼ਤ ਆਬਰੂ ਵੀ ਮਿੱਟੀ 'ਚ ਮਿਲਾਤੀ। ਸਾਨੂੰ ਅਪਮਾਨਜਨਕ ਢੰਗ ਨਾਲ ਪਿੰਡਾਂ 'ਚੋਂ, ਸ਼ਹਿਰਾਂ 'ਚੋਂ ਵੀ ਕੱਢ ਦਿੱਤਾ ਅਤੇ ਅਸੀਂ ਅੱਜ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਹੇ ਹਾਂ। ਜੇ ਅਸੀਂ ਇਸੇ ਤਰ੍ਹਾਂ ਸੁੱਤੇ ਰਹੇ ਅਤੇ ਫਿਰ ਕਦੇ ਵੀ ਸਾਨੂੰ ਕੁਝ ਆਪਣੇ ਹੱਕ ਉਹ ਵਾਪਸ ਨਹੀਂ ਮਿਲਣੇ। ਤੋ ਕਰਾਮਾਤਾਂ ਨਾਲ ਜੇ ਕੁਝ ਹੋਣਾ ਹੁੰਦਾ ਤਾਂ ਭਾਰਤ ਦੇ ਜਿਹੜੇ ਬਾਰਡਰ ਨੇ ਇਹਨਾਂ 'ਤੇ ਕਰਾਮਾਤੀ ਸਾਧੂਆਂ ਨੂੰ ਅੱਜ ਬਿਠਾ ਦੇਣਾ ਚਾਹੀਦਾ।
चीन वाले पासे, पाकिस्तान वाले पासे, ਬੰਗਲਾਦੇਸ਼ वाले पासे, होर ਜਿਹੜੇ ਸਮੁੰਦਰੀ ਤੱਟ ਨੇ ਆਲੇ ਦੁਆਲੇ ਭਾਰਤ ਦੇ, ਉਹਨਾਂ ਸਾਰੀਆਂ ਥਾਵਾਂ 'ਤੇ ਕਰਾਮਾਤੀ ਸਾਧੂਆਂ ਮਹਾਤਮਾ ਨੂੰ ਬਿਠਾ ਦਿਓ। ਤੋਪਾਂ ਦੀ, ਜੰਗੀ ਜਹਾਜ਼ਾਂ ਦੀ, ਮਿਜ਼ਾਈਲਾਂ ਦੀ, ਰਾਕਟਾਂ ਦੀ ਕੋਈ ਰੱਖਣ ਦੀ, ਖਰਚਾ ਕਰਨ ਦੀ ਜ਼ਰੂਰਤ ਹੀ ਨਹੀਂ। ਜਦੋਂ ਕੋਈ ਵਿਦੇਸ਼ੀ ਹਮਲਾ ਕਰੇ ਤਾਂ ਇਹ ਸਾਧੂ ਮਹਾਤਮਾ ਆਪੇ ਆਪਣੀ ਕਰਾਮਾਤ ਨਾਲ ਉਹਨਾਂ ਨੂੰ ਵਾਪਸ ਮੋੜ ਦੇਵੇ, ਚਾਹੇ ਮਾਰ ਦੇਵੇ। ਅਤੇ ਇਹ ਉਹ ਸਾਧੂ ਦੀ ਮਰਜ਼ੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਮੂੰਹ ਮੰਗੀਆਂ ਤਨਖਾਹਾਂ ਦੇ ਕੇ ਇਹਨਾਂ ਨੂੰ ਦੇਸ਼ ਦੀ ਰਾਖੀ ਕਰਨ ਵਾਸਤੇ ਜ਼ਿੰਮੇਵਾਰੀ ਸੌਂਪ ਦੇਵੇ। ਗੁਰੂ ਪਿਆਰ ਵਾਲਿਓ, ਸਰਕਾਰਾਂ ਨੂੰ ਪਤਾ ਹੈ ਕਿ ਇਹਨਾਂ ਕੋਲ ਕੋਈ ਕਰਾਮਾਤ ਨਹੀਂ ਹੈ, ਤਾਂ ਹੀ ਬੇਅੰਤ ਧਨ ਦੌਲਤ ਹਥਿਆਰਾਂ 'ਤੇ ਖਰਚਿਆ ਜਾਂਦਾ ਹੈ। 14-15 ਲੱਖ ਫੌਜ ਦੇ ਵਿੱਚ ਭਰਤੀ ਕਰਕੇ ਦੇਸ਼ ਦੀ ਰਾਖੀ ਵਾਸਤੇ ਲਾਏ ਜਾਂਦੇ ਨੇ। ਇਹ ਕੇਵਲ ਅਤੇ ਕੇਵਲ ਲੋਕਾਂ ਨੂੰ ਬੇਵਕੂਫ ਬਣਾ ਕੇ ਲੁੱਟਣ ਦੇ ਢੰਗ ਨੇ ਕਰਾਮਾਤੀ ਕਹਾਣੀਆਂ ਦੇ, ਅਤੇ ਬੇਵਕੂਫ ਬਣ ਕੇ ਲੋਕ ਇਹਨਾਂ ਕਹਾਣੀਆਂ ਨੂੰ ਸੱਚ ਮੰਨ ਲੈਂਦੇ ਨੇ। ਇਹਨਾਂ ਕਰਾਮਾਤਾਂ 'ਚ ਕੋਈ ਸੱਚਾਈ ਨਹੀਂ ਹੈ। ਜੇ ਸੱਚਾਈ ਹੁੰਦੀ ਤਾਂ ਗੁਰੂ ਸਾਹਿਬ ਨੂੰ ਵੀ ਜੰਗ ਯੁੱਧ ਲੜਨ ਦੀ ਲੋੜ ਨਹੀਂ ਸੀ, ਮੁਸੀਬਤਾਂ ਝੱਲਣ ਦੀ ਜ਼ਰੂਰਤ ਨਹੀਂ ਸੀ, ਆਪਣਾ ਆਪਾ ਲੇਖੇ ਲਾਉਣ ਦੀ ਲੋੜ ਨਹੀਂ ਸੀ, ਧੀਆਂ ਪੁੱਤਰ ਪਰਿਵਾਰ ਸ਼ਹੀਦ ਕਰਾਉਣ ਦੀ ਜ਼ਰੂਰਤ ਨਹੀਂ ਸੀ, ਸਿੱਖਾਂ ਨੂੰ ਲੰਮੇ ਸਮੇਂ ਤੱਕ ਜੰਗ ਯੁੱਧ ਲੜਨ ਦੀ, ਵੱਡੇ ਘੱਲੂਘਾਰੇ, ਛੋਟੇ ਘੱਲੂਘਾਰੇ, ਸਿਰਾਂ ਦਾ ਮੁੱਲ ਪੈਣਾ, ਜੰਗਲੀ ਵਾਸ ਆਉਣਾ, ਇਹ ਮੁਸੀਬਤਾਂ ਝੱਲਣ ਦੀ ਫਿਰ ਲੋੜ ਨਹੀਂ ਸੀ। ਕਿਸੇ ਨਾਮ ਸਿਮਰਨ ਕਰਕੇ, ਭਗਤੀ ਤਪੱਸਿਆ ਕਰਕੇ, ਕਰਾਮਾਤ ਦੇ ਨਾਲ ਆਪਣਾ ਰਾਜ ਪ੍ਰਾਪਤ ਕਰ ਲੈਣਾ ਸੀ। ਅਤੇ ਅੱਜ ਵੀ ਸਿੱਖਾਂ 'ਤੇ ਇੰਨੀਆਂ ਮੁਸੀਬਤਾਂ ਚੱਲ ਰਹੀਆਂ ਨੇ, ਗੁਰਬਾਣੀ ਇਹਨਾਂ ਦੇ ਕੋਲ ਹੈ। ਜੇ ਕਰਾਮਾਤੀ ਸ਼ਕਤੀ ਹੈ ਗੁਰਬਾਣੀ ਦੇ ਵਿੱਚ, ਤਾਂ ਕਰਾਮਾਤੀ ਸ਼ਕਤੀਆਂ ਵਰਤ ਕੇ ਅੱਜ ਵੀ ਆਪਣੇ ਦੁੱਖੜੇ ਦੂਰ ਕਰ ਲੈਣੇ ਚਾਹੀਦੇ ਸੀ, ਜਦੋਂ ਕਿ ਇਹ ਸੱਚ ਨਹੀਂ ਹੈ। ਚੰਗੇ ਇਨਸਾਨ ਬਣ ਕੇ, ਸਿਆਣੇ ਮਨੁੱਖ ਬਣ ਕੇ, ਪਰਉਪਕਾਰੀ ਬਣ ਕੇ, ਬਹਾਦਰ ਬਣ ਕੇ ਅੱਜ ਦੇ ਹਾਲਾਤ ਅਨੁਸਾਰ ਆਪਣੇ ਹੱਕ ਲੈਣ ਦਾ ਉਪਰਾਲਾ ਕਰਨਾ ਹੈ। ਗੁਰਬਾਣੀ ਨੇ ਜਾਂ ਰਵਿਦਾਸ ਜੀ ਨੇ, ਕਬੀਰ ਜੀ ਨੇ ਇਹਨਾਂ ਅਖੌਤੀ ਕਰਾਮਾਤਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ। ਉਹਨਾਂ ਨੇ ਸਾਰੀ ਉਮਰ ਮੁਸੀਬਤਾਂ ਝੱਲੀਆਂ, ਦੁਸ਼ਮਣਾਂ ਨਾਲ ਆਢਾ ਲਾਇਆ। ਉਹਨਾਂ ਮੁਸ਼ਕਲਾਂ ਦੇ ਵਿੱਚ ਅੱਜ ਤੋਂ ਕਰੀਬ 500 ਸਾਲ ਪਹਿਲਾਂ ਇੰਨੀਆਂ ਮੁਸੀਬਤਾਂ ਦੇ ਵਿੱਚ ਉਹਨਾਂ ਨੇ ਹਿੱਕ ਡਾਹ ਕੇ ਹਰ ਮੁਸੀਬਤ ਦਾ ਮੁਕਾਬਲਾ ਕੀਤਾ ਅਤੇ ਸਾਨੂੰ ਲਾਮਬੰਦ ਕਰਕੇ ਆਪਣੇ ਹੱਕ ਲੈਣ ਵਾਸਤੇ ਤਿਆਰ ਕੀਤਾ। ਸੋ ਕਰਾਮਾਤੀ ਕਹਾਣੀਆਂ ਤੋਂ ਆਪਣੇ ਆਪ ਨੂੰ ਬਚਾਓ। ਇਹ ਸੱਚਾਈ ਨਹੀਂ ਹੈ, ਕੇਵਲ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਇੱਕ ਢੰਗ ਹੈ। ਸਵਾਲ ਨੰਬਰ 153, ਭਾਈ ਗੁਰਦਾਸ ਜੀ ਦੀ ਲਿਖੀ ਪਹਿਲੀ ਵਾਰ ਦੀ 47ਵੀਂ ਪੌੜੀ ਵਿੱਚ ਇਹ ਲਿਖਿਆ ਮਿਲਦਾ ਹੈ, ਜਾਣ ਨਾ ਦੇਸਾਂ ਸੋਢੀਓਂ ਕਿ ਹੁਣ ਗੁਰਤਾ ਗੱਦੀ ਘਰ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ। ਇਹ ਸਵਾਲ ਕੀਤਾ ਹੈ ਭਾਈ ਹਰਜੀਤ ਸਿੰਘ ਮਲੇਸ਼ੀਆ ਨੇ। ਨਾਲ ਹੀ ਇਹਨਾਂ ਨੇ ਸਵਾਲ ਕੀਤਾ ਕਿ ਬੀਬੀ ਭਾਨੀ ਜੀ ਨਾਲ ਸੰਬੰਧਿਤ ਜੋ ਵਰਦਾਨ ਵਾਲੀ ਸਾਖੀ ਜੁੜੀ ਹੋਈ ਹੈ, ਇਹਦੇ ਬਾਰੇ ਵੀ ਦੱਸਣਾ। ਗੁਰੂ ਪਿਆਰ ਵਾਲਿਓ, ਗੁਰੂ ਰਾਮਦਾਸ ਸਾਹਿਬ ਤੱਕ ਗੁਰਤਾ ਗੱਦੀ ਜਿਵੇਂ ਕਿ ਆਪਾਂ ਇਤਿਹਾਸ ਦੇ ਵਿੱਚੋਂ ਪੜ੍ਹਦੇ ਹਾਂ, ਉਹ ਯੋਗਤਾ ਦੇ ਆਧਾਰ 'ਤੇ ਮਿਲੀ ਹੈ। ਹੁਣ ਇਹ ਤਾਂ ਹੋ ਨਹੀਂ ਸਕਦਾ ਕਿ ਚੌਥੇ ਪਾਤਸ਼ਾਹ ਨੂੰ ਯੋਗਤਾ ਤੋਂ ਬਿਨਾਂ ਗੱਦੀ ਦੇਣ ਦਾ ਕੋਈ ਮਨ ਦੇ ਵਿੱਚ ਪੁੱਤਰ ਮੋਹ ਦਾ ਕੋਈ ਸਿਲਸਿਲਾ ਪੈਦਾ ਹੋ ਗਿਆ ਹੋਵੇ। ਕੋਈ ਪੁੱਤਰ ਪਿਆਰ ਦੇ ਵਿੱਚ ਆ ਕੇ ਗੁਰੂ ਅਰਜਨ ਸਾਹਿਬ ਨੂੰ ਉਹਨਾਂ ਨੇ ਗੱਦੀ ਦੇ ਦਿੱਤੀ ਹੋਵੇ। ਉਹਨਾਂ ਦੇ ਪੁੱਤਰ ਤਾਂ ਹੋਰ ਵੀ ਹੈਗੇ ਸੀ, ਵੱਡਾ ਪ੍ਰਿਥੀ ਚੰਦ ਸੀ ਅਤੇ ਇੱਕ ਸਾਧ ਬਣ ਗਿਆ ਸੀ, ਉਹ ਸਦਾ ਹੀ ਭਗਤੀ ਆਦਿਕ ਦੇ ਨਾਟਕ ਕਰਦਾ ਸੀ ਅਤੇ ਲੋਕੇ ਬੈਠ ਜਾਂਦਾ ਸੀ। ਹੁਣ ਗੱਲ ਹੈ ਚੋਣ ਕਰਨ ਦੀ। ਗੁਰੂ ਨਾਨਕ ਸਾਹਿਬ ਨੇ ਧੁਰ ਤੋਂ ਹੀ ਯੋਗਤਾ ਵਾਲੀ ਗੱਲ ਗੁਰੂ ਸਾਹਿਬਾਨਾਂ ਦੇ ਸਿੱਖਾਂ ਦੇ ਮਨਾਂ 'ਚ ਪਾਈ ਸੀ, ਪਰ ਇਹ ਕਿਸੇ ਨੂੰ ਸਮਝ ਆਈ ਅਤੇ ਕਿਸੇ ਨੂੰ ਨਾ ਆਈ। ਪਰ ਗੁਰੂ ਘਰ ਦੇ ਵਿੱਚ ਇਹ ਪਰੰਪਰਾ 10ਵੇਂ ਪਾਤਸ਼ਾਹ ਤੱਕ ਨਿਰੰਤਰ ਚੱਲਦੀ ਰਹੀ ਹੈ। ਜਿਹੜਾ ਇਨਸਾਨ ਇਸ ਵੱਡੀ ਜ਼ਿੰਮੇਵਾਰੀ ਦੇ ਯੋਗ ਹੈ, ਇਹ ਜ਼ਿੰਮੇਵਾਰੀ ਉਸੇ ਨੂੰ ਦਿੱਤੀ ਗਈ ਹੈ। ਪਹਿਲਾਂ ਜਦੋਂ ਬਾਹਰੋਂ ਤਿਆਰੀ ਹੋਊਗੀ ਕਿਸੇ ਵੀ ਵਿਅਕਤੀ ਦੀ, ਤਾਂ ਉਹਨੂੰ ਯੋਗ ਜਾਣ ਕੇ ਪਰਖ ਪੜਚੋਲ ਕਰਕੇ ਇਸ ਵੱਡੀ ਜ਼ਿੰਮੇਵਾਰੀ 'ਤੇ ਬਿਠਾ ਦਿੱਤਾ। ਤਾਂ ਗੁਰੂ ਰਾਮਦਾਸ ਸਾਹਿਬ ਨੇ ਗੁਰੂ ਅਰਜਨ ਸਾਹਿਬ ਨੂੰ, ਜਿਹਦੀ ਕਿ ਉਮਰ ਉਦੋਂ ਲਗਭਗ 18 ਸਾਲ ਦੀ ਸੀ, ਉਹਨਾਂ ਨੂੰ ਗੁਰਗੱਦੀ ਦੇ ਯੋਗ ਜਾਣਿਆ। ਹੁਣ ਭਾਈ ਗੁਰਦਾਸ ਨੇ ਜੋ ਲਿਖਿਆ ਜਾਣ ਨਾ ਦੇਸਾਂ ਸੋਢੀਓਂ, ਇਹ ਕੇਵਲ ਅਲੰਕਾਰਕ ਭਾਸ਼ਾ ਹੁੰਦੀ ਹੈ ਕਿ ਹੁਣ ਤੱਕ ਭਾਵੇਂ ਸਾਨੂੰ ਬਾਹਰੋਂ ਚੋਣ ਕਰਨੀ ਪੈਂਦੀ ਸੀ, ਪਰ ਹੁਣ ਘਰ ਦੇ ਵਿੱਚ ਵੀ ਏਡੇ ਬਹਾਦਰ, ਏਡੇ ਸਿਆਣੇ, ਏਡੇ ਯੋਧੇ, ਏਡੇ ਪਰਉਪਕਾਰੀ ਉਹ ਪੈਦਾ ਹੋ ਗਏ ਨੇ ਅਤੇ ਹੁਣ ਇਹ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਹੈ। ਮੈਂ ਪਰਖ ਪੜਚੋਲ ਕਰ ਲਈ ਹੈ। ਹੁਣ ਇਸ ਤੋਂ ਬਾਅਦ
ਮੇਰਾ ਬੇਟਾ ਗੁਰੂ ਅਰਜਨ ਸਾਹਿਬ ਇਹ ਵੱਡੀ ਜ਼ਿੰਮੇਵਾਰੀ ਦਾ ਮਾਲਕ ਹੋਵੇਗਾ। ਹੁਣ ਇੱਥੇ ਭਾਈ ਗੁਰਦਾਸ ਨੇ ਉਹੀ ਗੱਲ ਆਖੀ ਹੈ ਕਿ ਜਾਣਨਾ ਦੇਸਾਂ ਸੋਢੀਓਂ। ਇੱਕ ਤਾਂ ਇਸ ਵੀਰ ਨੇ ਸਵਾਲ ਪੁੱਛਿਆ ਕਿ ਜਾਤ ਪਾਤ ਤਾਂ ਗੁਰਬਾਣੀ ਦੇ ਵਿੱਚ ਹੈ ਨਹੀਂ। ਇੱਥੇ ਮਸਲਾ ਜਾਤ ਪਾਤ ਦਾ ਨਹੀਂ ਹੈ, ਮਸਲਾ ਹੈ ਕਿ ਬ੍ਰਾਹਮਣ ਆਪਣੇ ਆਪ ਨੂੰ ਗੁਰੂ ਖਵਾਉਂਦਾ ਸੀ, ਸਾਰੇ ਵੱਡੇ ਕੰਮਾਂ ਦਾ ਆਪਣੇ ਆਪ ਨੂੰ ਮਾਲਕ ਸਮਝਦਾ ਸੀ, ਧਨ ਦੌਲਤ ਦਾ ਮਾਲਕ ਸਮਝਦਾ ਸੀ, ਅਤੇ ਜਿਹੜਾ ਫੈਸਲਾ ਲੈਣਾ ਇਹ ਬ੍ਰਾਹਮਣ ਹੀ ਕਰਦਾ ਸੀ। ਸਾਰੇ ਸਮਾਜ ਦਾ ਗੁਰੂ ਵੀ ਬ੍ਰਾਹਮਣ ਹੀ ਬਣਿਆ ਹੋਇਆ ਸੀ। ਭੱਟਾਂ ਨੇ ਵੀ ਇਸ ਤਰ੍ਹਾਂ ਦੀ ਗੱਲ ਲਿਖੀ ਹੋਈ ਹੈ ਆਪਣੇ ਸਵਈਆਂ ਦੇ ਵਿੱਚ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਉੱਥੇ ਸੋਢੀ ਸ਼ਬਦ ਵੀ ਵਰਤਿਆ ਹੋਇਆ ਹੈ। ਭਾਵ ਹੈ ਕਿ ਅਸੀਂ ਬ੍ਰਾਹਮਣ ਨੂੰ ਗੁਰੂ ਨਹੀਂ ਮੰਨਦੇ। ਸਾਡੇ ਗੁਰੂ ਭਾਵੇਂ ਸੋਢੀ ਨੇ, ਭਾਵੇਂ ਬੇਦੀ ਨੇ, ਅਤੇ ਭਾਵੇਂ ਕੋਈ ਵੀ ਹੋਰ ਨੇ। ਅਸੀਂ ਗੁਣਵਾਨ ਇਨਸਾਨ ਨੂੰ, ਜਿਹੜਾ ਇਸ ਲਹਿਰ ਨੂੰ ਚਲਾ ਰਿਹਾ ਹੈ, ਸਮਾਜ ਦਾ ਭਲਾ ਕਰ ਰਿਹਾ ਹੈ, ਅਸੀਂ ਉਹਨੂੰ ਆਪਣਾ ਗੁਰੂ ਸਵੀਕਾਰ ਕਰਦੇ ਹਾਂ। ਜਾਣਨਾ ਦੇਸਾਂ ਸੋਢੀਓਂ, ਇਹ ਜਿਹੜੀ ਗੱਲ ਹੈ ਕਿ ਇਸੇ ਤਰ੍ਹਾਂ ਹੁਣ ਘਰ ਦੇ ਵਿੱਚ ਯੋਗ ਮਨੁੱਖ ਪੈਦਾ ਹੋ ਗਿਆ। ਇਹਦੇ ਨਾਲ ਤਾਂ ਕਹਾਣੀ ਬੀਬੀ ਭਾਨੀ ਦੀ ਵੀ ਜੋੜੀ ਹੋਈ ਹੈ ਕਿ ਬੀਬੀ ਭਾਨੀ ਜੀ ਆਪਣੇ ਪਿਤਾ ਗੁਰੂ ਅਮਰਦਾਸ ਨੂੰ ਇਸ਼ਨਾਨ ਕਰਾਉਂਦੀ ਹੁੰਦੀ ਸੀ। ਪਹਿਲੀ ਗੱਲ ਤਾਂ ਸਾਡੇ ਸਮਾਜ ਦੇ ਵਿੱਚ ਕੋਈ ਵੀ ਲੜਕੀ ਆਪਣੇ ਪਿਤਾ ਨੂੰ ਇਸ਼ਨਾਨ ਨਹੀਂ ਕਰਾਉਂਦੀ। ਗੁਰੂ ਅਮਰਦਾਸ ਸਾਹਿਬ ਵਾਸਤੇ ਬਹੁਤ ਸਾਰੇ ਸੇਵਾਦਾਰ ਮੌਜੂਦ ਸੀ। ਪੁਰਸ਼ ਔਰਤ ਨੂੰ ਇਸ਼ਨਾਨ ਕਰਾਵੇ ਅਤੇ ਔਰਤ ਪੁਰਸ਼ ਨੂੰ ਇਸ਼ਨਾਨ ਕਰਾਵੇ, ਇਹ ਸਭਿਅਤਾ ਤੋਂ ਉਲਟ ਹੈ। ਇਹ ਕਹਾਣੀ ਕੇਵਲ ਜੋੜੀ ਗਈ ਹੈ ਅਤੇ ਫਿਰ ਪੀੜ੍ਹੀ ਟੁੱਟ ਗਈ। ਪੀੜ੍ਹੀ ਦੇ ਪਾਵੇ ਦੀ ਥਾਂ 'ਤੇ ਬੀਬੀ ਭਾਨੀ ਨੇ ਆਪਣਾ ਪੈਰ ਦੇਤਾ, ਉਹ ਲਹੂ ਲਹਾਨ ਹੋ ਗਿਆ। ਗੁਰੂ ਅਮਰਦਾਸ ਨੇ ਕਿਹਾ ਵਰਦਾਨ ਮੰਗ। ਉਹ ਕਹਿਣ ਲੱਗੀ ਜੇ ਤੁਸੀਂ ਖੁਸ਼ ਹੋਏ ਹੋ ਤਾਂ ਇਹ ਜਿਹੜੀ ਗੁਰਤਾ ਗੱਦੀ ਹੈ ਮੇਰੇ ਘਰ ਦੇ ਵਿੱਚ ਹੀ ਰਹਿਣੀ ਚਾਹੀਦੀ ਹੈ। ਗੁਰੂ ਸਾਹਿਬ ਕਹਿਣ ਲੱਗੇ ਫਿਰ ਗੱਦੀ ਤੇ ਘਰ ਦੇ ਵਿੱਚ ਰਹੂਗੀ, ਪਰ ਸ਼ਹੀਦੀਆਂ ਬਹੁਤ ਦੇਣੀਆਂ ਪੈਣਗੀਆਂ। ਅਤੇ ਬੀਬੀ ਭਾਨੀ ਜੀ ਕਹਿਣ ਲੱਗੇ ਮੈਨੂੰ ਪ੍ਰਵਾਨ ਨੇ। ਤਾਂ ਇਸ ਤਰ੍ਹਾਂ ਇਹ ਸ਼ਹੀਦੀਆਂ ਗੁਰੂ ਅਰਜਨ ਸਾਹਿਬ ਤੋਂ ਸ਼ੁਰੂ ਹੋ ਗਈਆਂ ਅਤੇ ਲਗਾਤਾਰ ਇਹ ਹੁੰਦਾ ਗਿਆ। ਇੱਥੋਂ ਇਹ ਵੀ ਭੈੜਾ ਰਿਜ਼ਲਟ ਨਿਕਲਦਾ ਹੈ ਕਿ ਜਿਹੜੀਆਂ ਸ਼ਹੀਦੀਆਂ ਹੋਈਆਂ ਨੇ ਉਹ ਤਾਂ ਬੀਬੀ ਭਾਨੀ ਨੇ ਅਤੇ ਗੁਰੂ ਅਮਰਦਾਸ ਨੇ ਆਪ ਹੀ ਵਰਦਾਨ ਦੇਣਾ ਲੈਣਾ ਕਰਕੇ ਪਹਿਲਾਂ ਹੀ ਨਿਸ਼ਚਿਤ ਕਰ ਦਿੱਤੀਆਂ ਸਨ। ਫਿਰ ਸ਼ਹੀਦੀ ਦੀ ਕੀਮਤ ਕਿੱਥੇ ਰਹਿ ਗਈ। ਇਹ ਬਹੁਤ ਕੁਝ ਇਹੋ ਜਿਹਾ ਹੋਇਆ ਪਿਆ। ਸੋ ਇਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਨੇ ਆਪਣੇ ਬੇਟੇ ਗੁਰੂ ਹਰਗੋਬਿੰਦ ਸਾਹਿਬ ਨੂੰ ਗੱਦੀ ਦੇ ਦਿੱਤੀ। ਹੁਣ ਇਹ ਸਿਲਸਿਲਾ 10ਵੇਂ ਪਾਤਸ਼ਾਹ ਤੱਕ ਚੱਲਦਾ ਰਿਹਾ, ਪਰ ਪਰਖ ਇਸ ਗੱਲ ਦੀ ਕਰਨੀ ਚਾਹੀਦੀ ਹੈ ਕਿਸੇ ਗੁਰ ਵਿਅਕਤੀ ਨੇ ਸਮਾਜ ਨੂੰ ਧੋਖਾ ਦਿੱਤਾ, ਕਿਤੇ ਆਪਣੇ ਅਸੂਲਾਂ ਤੋਂ ਥੜਕਿਆ, ਜਾਨ ਭਾਵੇਂ ਵਾਰ ਦਿੱਤੀ ਪਰ ਟਸ ਤੋਂ ਮਸ ਨਹੀਂ ਹੋਇਆ। ਹਕੂਮਤ ਦੇ ਨਾਲ ਸਿੱਧੀ ਟੱਕਰ ਲਈ, ਜੰਗ ਦੇ ਵਿੱਚ ਵੀ ਅਤੇ ਗੁਰੀਲਾ ਜੰਗ ਵੀ, ਆਹਮਣੇ ਸਾਹਮਣੇ ਵੀ ਲੜਨਾ ਪਿਆ, ਭਾਵੇਂ ਕੋਈ ਵੀ ਤਰੀਕਾ ਵਰਤਣਾ ਪਿਆ। ਸਮਾਜ ਦੇ ਭਲੇ ਵਾਸਤੇ ਜਾਨਾਂ ਵੀ ਵਾਰਨੀਆਂ ਪਈਆਂ, ਪਰਿਵਾਰ ਵੀ ਵਾਰਨੇ ਪਏ। ਕੋਈ ਵੀ ਗੁਰ ਵਿਅਕਤੀ ਆਪਣੇ ਇਸ ਵੱਡੀ ਜ਼ਿੰਮੇਵਾਰੀ ਤੋਂ ਫੇਲ ਨਹੀਂ ਹੋਇਆ। ਉਹਨਾਂ ਨੇ ਕਾਮਯਾਬੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਨਿਭਾਇਆ। ਤੋ ਇਸ ਤਰ੍ਹਾਂ ਇਹ ਕੋਈ ਵਰਦਾਨ ਵਾਲੀ ਗੱਲ ਨਹੀਂ ਹੈ, ਇਹ ਤਾਂ ਗੁਰੂ ਸਾਹਿਬ ਦਾ ਇੱਕ ਸਧਾਰਨ ਜੀ ਜ਼ਿੰਦਗੀ ਦਾ ਤੌਰ ਤਰੀਕਾ ਹੈ ਅਤੇ ਭਾਈ ਗੁਰਦਾਸ ਨੇ ਉਸ ਨੂੰ ਬਿਆਨ ਕਰ ਦਿੱਤਾ ਹੈ। ਸਵਾਲ ਨੰਬਰ 154 ਭਾਈ ਅਜੀਤ ਸਿੰਘ ਸਵਾਲ ਕਰਦੇ ਨੇ, ਸਵਸਤ ਆਥ ਬਾਣੀ ਬਰਮਾਹੁ ਸਤ ਸੁਹਾਣ ਸਦਾ ਮਨ ਚਾਓ। ਜਪਜੀ ਸਾਹਿਬ ਦੇ ਵਿੱਚ ਇਹ ਪੰਕਤੀ ਹੈ, 21ਵੀਂ ਪੌੜੀ ਨਾਲ ਸੰਬੰਧਿਤ ਹੈ। ਇਹ ਸਵਾਲ ਕਰਦੇ ਨੇ ਕਿ ਇਸ ਦਾ ਸਵਸਤ ਆਥ ਬਾਣੀ ਬਰਮਾਹੁ ਇਹਦਾ ਕੀ ਮਤਲਬ ਹੈ। ਗੁਰੂ ਪਿਆਰੇ ਵਾਲਿਓ, ਇੱਕ ਤਾਂ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਕਦੀ ਨਾ ਕਦੀ ਗੁਰਬਾਣੀ ਦੀਆਂ ਪੋਥੀਆਂ ਚੁੱਕ ਕੇ ਖੋਲ੍ਹ ਕੇ ਜ਼ਰੂਰ ਵੇਖ ਲਿਆ ਕਰੋ। ਪੰਕਤੀਆਂ ਗੁਰਬਾਣੀ ਦੇ ਵਿੱਚ ਹਜ਼ਾਰਾਂ ਨਹੀਂ ਬਲਕਿ ਲੱਖਾਂ ਨੇ। ਇੱਕ ਇੱਕ ਪੰਕਤੀ ਦੇ ਜੇ ਆਪਾਂ ਅਰਥ ਕਰਨ ਲੱਗਾਂਗੇ ਤਾਂ ਇਹ ਨਵੇਂ ਸਿਰਿਓਂ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਆਪਾਂ ਕਰ ਦਈਏ ਅਤੇ ਫਿਰ ਵੀ ਪੂਰਾ ਨਹੀਂ ਪੈਣਾ, ਕਿਉਂਕਿ ਸਵਾਲ ਬੇਅੰਤ ਨੇ। ਹੁਣ ਇਹ ਜਿਹੜੀ ਪੰਕਤੀ ਹੈ ਇਹਨੂੰ ਜਪਜੀ ਸਾਹਿਬ ਦੇ ਵਿੱਚ ਹੀ ਸ਼ਾਮਲ ਹੈ। ਆਪਾਂ ਆਮ ਸਿੱਖ ਜਪਜੀ ਸਾਹਿਬ ਦੇ ਰੋਜ਼ਾਨਾ ਨਹੀਂ ਤਾਂ ਕਦੇ ਨਾ ਕਦੇ ਪਾਠ ਕਰ ਹੀ ਲੈਂਦੇ ਹਾਂ, ਅਤੇ ਬਹੁਤਿਆਂ ਦੇ ਤਾਂ ਜ਼ਬਾਨੀ ਯਾਦ ਵੀ ਜਪਜੀ ਸਾਹਿਬ ਹੈ, ਅਤੇ ਬਹੁਤ ਸਾਰੇ ਹੁਣ ਤੱਕ ਸਟੀਕ ਵੀ ਜਪਜੀ ਸਾਹਿਬ ਦੇ ਹੋ ਚੁੱਕੇ ਹੋਏ ਨੇ। ਮੇਰੀ ਜਾਣਕਾਰੀ ਦੇ ਮੁਤਾਬਕ 350 ਅਰਥ ਪੂਰੇ ਜਪਜੀ ਸਾਹਿਬ ਦੇ ਅਲੱਗ-ਅਲੱਗ ਲਿਖਾਰੀਆਂ ਨੇ ਕਰ ਦਿੱਤੇ ਹੋਏ ਨੇ, ਭਾਵੇਂ ਇੱਕ ਦੂਜੇ ਨਾਲ ਮੇਲ ਕੋਈ ਵੀ ਨਹੀਂ ਖਾਂਦਾ, ਮਤਭੇਦ ਨੇ, ਪਰ ਅਰਥ ਹੋਏ ਨੇ ਬਹੁਤ ਵਾਰੀ। ਇੱਥੇ ਧਿਆਨ ਰਵੇ
ਉਹ ਜਿਹੜਾ ਪਰਮਾਤਮਾ ਹੈ, ਜਿਹੜਾ ਹਰ ਥਾਂ 'ਤੇ ਵਸਦਾ ਹੈ, ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਉਹ ਪਰਮਾਤਮਾ ਹੀ ਸਭ ਕੁਝ ਕਰਨ ਕਰਾਵਣਹਾਰ ਹੈ। ਸਵਸਥ ਦਾ ਮਤਲਬ ਹੈ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਮੇਰੀ ਕੇਵਲ ਉਸ ਨੂੰ ਨਮਸਕਾਰ ਹੈ। ਹੋਰ ਕੋਈ ਸ੍ਰਿਸ਼ਟੀ ਬਣਾਉਣ ਵਾਲਾ ਨਹੀਂ ਹੈ ਅਤੇ ਕਿਸੇ ਬ੍ਰਹਮਾ ਨੇ, ਦੇਵੀਆਂ ਦੇਵਤਿਆਂ ਨੇ ਜਾਂ ਕਿਸੇ ਹੋਰ ਨੇ ਇਹ ਸ੍ਰਿਸ਼ਟੀ, ਇਹ ਧਰਤੀ, ਇਹ ਆਕਾਸ਼ ਇਹ ਨਹੀਂ ਬਣਾਏ। ਮੈਂ ਕੇਵਲ ਇੱਕੋ ਨੂੰ ਮੰਨਦਾ ਹਾਂ। ਅਤੇ ਇਸੇ ਤਰ੍ਹਾਂ ਆਥ ਹੈ ਮਾਇਆ ਤੋਂ ਭਾਵ ਉਹਦੀ ਰਚਨਾ ਜਿਹੜੀ ਰਚੀ ਹੋਈ ਹੈ, ਜਿਹਨੂੰ ਆਮ ਕਰਕੇ ਧਾਰਮਿਕ ਭਾਸ਼ਾ ਦੇ ਵਿੱਚ ਆਥ ਕਿਹਾ ਜਾਂਦਾ ਹੈ, ਭਾਵ ਕਿ ਮਾਇਆ ਦਾ ਇੱਕ ਰੂਪ ਕਿ ਉਹ ਵੀ ਉਸੇ ਦੀ ਬਣਾਈ ਹੋਈ ਹੈ ਅਤੇ ਉਹ ਪਰਮਾਤਮਾ ਜੋ ਕੁਛ ਕਰਦਾ, ਸਾਰਾ ਕੁਝ ਬਣਾਉਂਦਾ, ਇੱਕੋ ਤੋਂ ਸਾਰਾ ਕੁਝ ਬਣਿਆ, ਆਪ ਸ੍ਰਿਸ਼ਟੀ ਦੇ ਵਿੱਚ ਹੀ ਉਹ ਸਮਾਇਆ ਹੋਇਆ ਹੈ। ਤੋ ਅਸੀਂ ਜਦੋਂ ਇਹ ਚੀਜ਼ਾਂ ਪੜ੍ਹਦੇ ਹਾਂ, ਸਾਨੂੰ ਇਹ ਵੀ ਸੁਣਨ ਨੂੰ ਮਿਲਦਾ ਕਿ ਪਹਿਲਾਂ ਪਰਮਾਤਮਾ ਨੇ ਓਮ ਕਿਹਾ, ਇਸਲਾਮ ਕਹਿੰਦਾ ਉਹਨੇ ਕੁਨ ਕਿਹਾ, ਅਤੇ ਕਿਸੇ ਨੇ ਧਰਤੀ ਨੂੰ ਕੰਨ ਦੇ ਵਿੱਚੋਂ ਮੈਲ ਕੱਢ ਕੇ ਬਣਾ ਦਿੱਤਾ, ਕਿਸੇ ਨੇ ਕੁਨ ਕਹਿ ਕੇ ਬਣਾ ਦਿੱਤੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਮੈਂ ਇਹਨਾਂ ਗੱਲਾਂ ਨੂੰ ਨਹੀਂ ਮੰਨਦਾ, ਮੈਂ ਪੂਰੀ ਤਰ੍ਹਾਂ ਇਹਨਾਂ ਨੂੰ ਰੱਦ ਕਰਦਾ ਹਾਂ। ਉਹ ਤਾਂ ਸਦਾ ਹੀ ਕਾਇਮ ਹੈ, ਦਾਇਮ ਹੈ, ਸਤ ਸੁਹਾਣ ਸਦਾ ਮਨ ਚਾਓ। ਉਹ ਜਿਹੜਾ ਮੇਰਾ ਨਿਰੰਕਾਰ ਹੈ ਉਹ ਸਦਾ ਖੜਾ ਉਹਦੇ ਵਿੱਚ ਹੈ, ਸਦਾ ਇਸ ਸ੍ਰਿਸ਼ਟੀ ਦੇ ਵਿੱਚ ਮੌਜੂਦ ਹੈ। ਉਹ ਇੱਕੋ ਹੀ ਹੈ। ਕੁਦਰਤ ਅਤੇ ਕਾਦਰ ਕੋਈ ਵੱਖਰੇ ਨਹੀਂ ਹਨ। ਕਿਤੇ ਉਹਨੂੰ ਲੱਭਣ ਵਾਸਤੇ ਅਸੀਂ ਨਹੀਂ ਜਾਣਾ। ਇਹ ਸਾਰਾ ਕੁਛ ਬਾਕੀਆਂ ਧਰਮਾਂ ਨਾਲੋਂ ਗੁਰੂ ਨਾਨਕ ਸਾਹਿਬ ਨੇ ਨਿਰਾਲਾ ਵੀ ਸਾਡੇ ਸਾਹਮਣੇ ਰੱਖਿਆ ਅਤੇ ਵਿਗਿਆਨਕ ਢੰਗ ਦੇ ਨੇੜੇ ਤੇੜੇ ਵੀ ਇਹ ਰੱਖਿਆ ਹੋਇਆ ਹੈ। ਇਹ ਜਦੋਂ ਚੀਜ਼ਾਂ ਅਸੀਂ ਪੜ੍ਹਾਂਗੇ ਅੱਗੇ ਜਾ ਕੇ, ਗੁਰੂ ਨਾਨਕ ਸਾਹਿਬ ਤਾਂ ਹੋਰ ਵੀ ਬਹੁਤ ਵੱਡੇ ਸਵਾਲ ਖੜ੍ਹੇ ਕਰਦੇ ਨੇ ਕਿ ਤੁਸੀਂ ਧਰਤੀ ਇਉਂ ਬਣੀ, ਸ੍ਰਿਸ਼ਟੀ ਇਉਂ ਬਣੀ, ਦੇਵੀ ਦੇਵਤਿਆਂ ਦੇ ਨਾਮ ਨਾਲ ਜੋੜ ਕੇ ਦੱਸਦੇ ਹੋ। ਕਾਵਣ ਸੁਬੇਲਾ ਵਕਤ ਕਾਵਣ, ਕਾਵਣ ਥਿਤ ਕਾਵਣ ਵਾਰ। ਤੁਸੀਂ ਦੱਸ ਸਕਦੇ ਹੋ ਕਿ ਉਹ ਕਿਹੜਾ ਵੇਲਾ ਸੀ, ਉਹ ਕਿਹੜਾ ਵਕਤ ਸੀ, ਉਹ ਕਿਹੜੀ ਥਿਤ ਸੀ, ਉਹ ਕਿਹੜਾ ਦਿਨ ਸੀ, ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ। ਕਾਵਣ ਸਰੁੱਤੀ ਮਾਹ ਕਾਵਣ ਜਿਤ ਹੋਆ ਆਕਾਰ। ਜਦੋਂ ਇਹ ਆਕਾਰ ਹੋਇਆ, ਬ੍ਰਹਿਮੰਡ ਫੈਲਿਆ, ਅਤੇ ਉਦੋਂ ਕਿਵੇਂ ਫੈਲ ਗਿਆ, ਕਿਹੜੀ ਤਰੀਕ ਸੀ ਉਦੋਂ। ਵੇਲ ਨਾ ਪਾਈਆਂ ਪੰਡਤੀ ਜੇ ਹੋਵੇ ਲੇਖ ਪੁਰਾਣ। ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਹੈ। ਜੇ ਇਹਨਾਂ ਨੂੰ ਪਤਾ ਹੁੰਦਾ ਤਾਂ ਸਾਰੀ ਡਿਟੇਲ ਇਹਨਾਂ ਦੀਆਂ ਪੁਸਤਕਾਂ ਦੇ ਵਿੱਚ ਲਿਖੀ ਹੋਣੀ ਸੀ। ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਇਹ ਕਾਜ਼ੀਆਂ ਨੂੰ ਵੀ ਪਤਾ ਨਹੀਂ ਸੀ। ਜੇ ਪਤਾ ਹੁੰਦਾ ਤਾਂ ਉਹਨਾਂ ਨੇ ਕੁਰਾਨ ਦੇ ਵਿੱਚ ਲਿਖ ਦੇਣਾ ਸੀ। ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ। ਇਹ ਥਿੱਤਾਂ ਵਾਰਾਂ ਨੂੰ ਜੇ ਜੋਗੀ ਵੀ ਜਾਣਦੇ ਹੁੰਦੇ ਕਿ ਕਿਹੜੀ ਥਿੱਤ ਨੂੰ, ਵਾਰ ਨੂੰ ਸ੍ਰਿਸ਼ਟੀ ਬਣੀ ਹੈ, ਤਾਂ ਜੋਗੀਆਂ ਨੇ ਵੀ ਲਿਖ ਕੇ ਧਰ ਜਾਣੀ ਸੀ। ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ। ਇਹ ਤਾਂ ਉਹਨੂੰ ਆਪ ਹੀ ਪਤਾ ਹੈ। ਸਾਡੀ ਇੰਨੀ ਉੱਚੀ ਪਹੁੰਚ ਨਹੀਂ ਹੈ, ਸਾਡਾ ਇੰਨਾ ਮਾਨਸਿਕ ਵਿਕਾਸ ਨਹੀਂ ਹੋਇਆ। ਅਸੀਂ ਤਾਂ ਧਰਤੀ ਦੇ ਉੱਤੇ ਜਿਉਣਾ, ਬਸਣਾ, ਦੂਜਿਆਂ ਨਾਲ ਮਿਲਵਰਤਨ ਕਰਨਾ, ਚੰਗੇ ਇਨਸਾਨ ਬਣਨਾ, ਚੰਗੇ ਸਮਾਜ ਦੀ ਸਿਰਜਣਾ ਕਰਨੀ, ਅਸੀਂ ਇਹ ਸਾਰਾ ਕੁਝ ਸਿੱਖ ਲਈਏ, ਸਾਡੇ ਵਾਸਤੇ ਤਾਂ ਇਹੀ ਬਹੁਤ ਹੈ। ਜਿਹੜਾ ਰੱਬ ਬਾਰੇ, ਬ੍ਰਹਿਮੰਡ ਬਾਰੇ, ਸ੍ਰਿਸ਼ਟੀ ਬਾਰੇ ਇਹ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਅਸੀਂ ਨਹੀਂ ਜਾਣ ਸਕਦੇ। ਵਿਗਿਆਨੀਆਂ ਕੋਲੇ ਇੰਨੇ ਵੱਡੇ ਸਾਧਨ ਨੇ, ਉਹਨਾਂ ਕੋਲੇ ਇੰਨਾ ਗਿਆਨ ਹੈ, ਅਕਲ ਹੈ, ਸਰਕਾਰਾਂ ਉਹਨਾਂ ਨੂੰ ਸਹੂਲਤਾਂ ਦਿੰਦੀਆਂ ਨੇ, ਤਾਂ ਵੀ ਵਿਗਿਆਨੀ ਕਹਿ ਦਿੰਦੇ ਨੇ ਕਿ ਭਾਈ ਇਹਨਾਂ ਚੀਜ਼ਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿੰਨੀ ਸਾਨੂੰ ਸਮਝ ਆਈ ਹੈ ਉਤਨਾ ਅਸੀਂ ਸਮਾਜ ਦੇ ਸਾਹਮਣੇ ਇਹ ਸੱਚ ਰੱਖ ਦਿੰਦੇ ਹਾਂ, ਪਰ ਹੋਰ ਬਹੁਤ ਕੁਝ ਹੈ ਜਿਹੜਾ ਅਣਸਮਝਿਆ ਅਤੇ ਅਣਦੱਸਿਆ, ਅਣਲਿਖਿਆ ਇਸ ਧਰਤੀ ਦੇ ਉੱਤੇ, ਇਸ ਬ੍ਰਹਿਮੰਡ ਦੇ ਵਿੱਚ ਮੌਜੂਦ ਪਿਆ। ਲਗਾਤਾਰ ਵਿਕਾਸ ਹੋ ਰਿਹਾ ਗਿਆਨ ਦਾ, ਵਿਗਿਆਨ ਦਾ, ਮਨੁੱਖੀ ਮਨ ਦਾ। ਉਤਨੀਆਂ ਗੱਲਾਂ ਉਹ ਸਮਝ ਆਉਂਦੀਆਂ ਜਾਂਦੀਆਂ ਨੇ, ਪਰ ਅਸੀਂ ਆਮ ਇਨਸਾਨ ਤਾਂ ਕੁੱਲੀ ਗੁੱਲੀ ਜੁੱਲੀ ਤੱਕ ਸੀਮਤ ਹਾਂ। ਬਹੁਤੀਆਂ ਆਕਾਸ਼ ਨੂੰ ਟਾਕੀਆਂ ਲਾਉਣ ਦਾ ਯਤਨ ਨਾ ਕਰੀਏ, ਕਿਉਂਕਿ ਸਾਡਾ ਦਿਮਾਗ ਇੰਨਾ ਵਿਕਸਿਤ ਨਹੀਂ ਹੈ ਕਿ ਉਹਨਾਂ ਵੱਡੀਆਂ ਗੱਲਾਂ ਨੂੰ ਆਪਾਂ ਸਮਝ ਸਕੀਏ। ਸਾਡੇ ਆਲੇ ਦੁਆਲੇ ਜੋ ਵਿਗਾੜ ਆਏ ਹੋਏ ਨੇ, ਰਾਜਨੀਤਿਕ ਵਿਗਾੜ, ਧਾਰਮਿਕ ਵਿਗਾੜ, ਸਮਾਜਿਕ ਵਿਗਾੜ, ਘਰੇਲੂ ਵਿਗਾੜ, ਇਹਨਾਂ ਨੂੰ ਆਪਾਂ ਵਿਗਾੜਾਂ ਨੂੰ ਦੂਰ ਕਰਕੇ ਸਮਾਜ ਨੂੰ ਸੋਹਣਾ ਬਣਾਉਣ ਦਾ ਉਪਰਾਲਾ ਕਰੀਏ, ਆਪਣਾ ਯੋਗਦਾਨ ਪਾਈਏ। ਸਵਾਸਥ ਆਤ ਬਾਣੀ ਬਰਮਾਓ, ਇਹਦੇ ਬਾਰੇ ਸਾਰਾ ਕੁਝ ਅਸੀਂ ਹਾਲੇ ਸਮਝ ਨਹੀਂ ਸਕਦੇ। ਸਵਾਲ ਨੰਬਰ
155। ਭਾਈ ਭਗਵੰਤ ਸਿੰਘ ਤਲਵੰਡੀ ਮਲਕ ਤੋਂ ਸਵਾਲ ਪੁੱਛਦੇ ਨੇ, ਜਦੋਂ ਵੀ ਧਰਤੀ 'ਤੇ ਬਿਮਾਰੀ ਭੁਚਾਲ ਆਵੇ ਤਾਂ ਬਹੁਤ ਤਬਾਹੀ ਹੋ ਜਾਵੇ। ਆਮ ਤੌਰ 'ਤੇ ਇਹ ਕਿਹਾ ਜਾਂਦਾ ਹੈ ਕਿ ਇਹ ਤਾਂ ਕੁਦਰਤੀ ਕਹਿਰ ਵਾਪਰ ਗਿਆ ਹੈ, ਪਰ ਕੁਦਰਤ ਤਾਂ ਨਿਰਵੈਰ ਹੈ, ਉਹ ਕਹਿਰ ਕਿਵੇਂ ਵਰਤਾ ਸਕਦੀ ਹੈ? ਇਹਦੇ ਬਾਰੇ ਜ਼ਰੂਰ ਚਾਨਣਾ ਪਾਓ। ਗੁਰੂ ਪਿਆਰ ਵਾਲਿਓ, ਕੁਦਰਤ ਦਾ ਵਰਤਾਰਾ ਅਸੀਂ ਪੂਰੀ ਤਰ੍ਹਾਂ ਤਾਂ ਨਹੀਂ ਸਮਝ ਸਕਦੇ। ਬਹੁਤ ਕੁਝ ਹੈ ਕਿ ਇਹ ਵੀ ਆਪਾਂ ਦੇਖਦੇ ਹਾਂ ਕਿ ਧਰਤੀ ਦੇ ਉੱਤੇ ਕਿਤੇ ਬਹੁਤ ਜ਼ਿਆਦਾ ਠੰਡ ਹੈ ਅਤੇ ਕਿਤੇ ਸਧਾਰਨ ਜਿਹਾ ਤਾਪਮਾਨ ਹੈ, ਕਿਤੇ ਇੰਨੀ ਤਪਸ਼ ਹੈ ਕਿ ਮਨੁੱਖੀ ਚਮੜੀ ਕਾਲੀ ਹੋ ਜਾਂਦੀ ਹੈ, ਜਿਵੇਂ ਅਫਰੀਕੀ ਦੇਸ਼ ਨੇ। ਸਹੂਲਤਾਂ ਮਿਲਣ ਤੋਂ ਪਹਿਲਾਂ ਅਰਬ ਮੁਲਕਾਂ ਦੇ ਵਿੱਚ ਵੀ ਬਹੁਤ ਭੁੱਖਮਰੀ ਸੀ, ਰੇਤ ਸੀ, ਗਰਮੀ ਸੀ, ਬਹੁਤ ਮੰਦਾ ਹਾਲ ਸੀ ਉੱਥੋਂ ਦੇ ਲੋਕਾਂ ਦਾ। ਅਤੇ ਪੱਛਮੀ ਮੁਲਕਾਂ ਦੇ ਵਿੱਚ ਠੰਡ ਇੰਨੀ ਪੈਂਦੀ ਹੈ ਕਿ ਉੱਥੇ ਬਰਫ਼ ਹੀ ਬਰਫ਼ ਜੰਮ ਜਾਂਦੀ ਹੈ ਅਤੇ ਉਹਨਾਂ ਨੂੰ ਬਹੁਤ ਸਾਰਾ ਠੰਡ ਤੋਂ ਬਚਣ ਵਾਸਤੇ ਪ੍ਰਬੰਧ ਕਰਨੇ ਪਏ ਨੇ। ਕਿਸੇ ਪਾਸੇ ਬਿਮਾਰੀਆਂ ਆ ਜਾਂਦੀਆਂ ਨੇ। ਬਹੁਤ ਸਾਰੀਆਂ ਇਹਨਾਂ ਚੀਜ਼ਾਂ ਨੂੰ ਵਿਗਿਆਨੀਆਂ ਨੇ ਸਮਝ ਲਿਆ ਕਿ ਇਹ ਸਾਰਾ ਕੁਝ ਕਿਵੇਂ ਵਾਪਰਦਾ ਹੈ, ਪਰ ਫਿਰ ਵੀ ਅਜੇ ਇਹਨਾਂ 'ਤੇ ਜਿਹੜੀਆਂ ਵੱਡੀਆਂ ਆਫਤਾਂ ਨੇ ਕੰਟਰੋਲ ਨਹੀਂ ਕੀਤਾ ਜਾ ਸਕਿਆ। ਇਹ ਧਰਤੀ ਦੇ ਉੱਤੇ ਵਾਤਾਵਰਣ ਦੇ ਵਿੱਚ ਆਪਣੇ ਨਿਯਮਾਂ ਦੇ ਮੁਤਾਬਕ ਕੋਈ ਬਦਲਾਅ ਆਉਂਦਾ ਹੈ। ਜਿਵੇਂ ਧਰਤੀ ਦੇ ਅੰਦਰੋਂ ਬਹੁਤ ਸਾਰੀ ਗਰਮੈਸ਼ ਹੈ, ਉਹ ਅੰਦਰ ਧਰਤੀ ਦੇ ਪੱਥਰ ਵੀ ਮੌਜੂਦ ਨੇ ਜਿਹੜੇ ਕਿ ਪਾਣੀ ਵਾਂਗੂ ਪਿਘਲ ਜਾਂਦੇ ਨੇ। ਇੰਨੀ ਗਰਮੈਸ਼ ਧਰਤੀ ਦੇ ਅੰਦਰ ਮੌਜੂਦ ਪਈ ਹੈ। ਉਹ ਜਿਹੜਾ ਪੱਥਰ ਹੈ ਜਦੋਂ ਲਗਾਤਾਰ ਪਿਘਲਦੇ ਚਲੇ ਜਾਂਦੇ ਨੇ, ਗਰਮੈਸ਼ ਉਹਨਾਂ ਦੇ ਵਿੱਚੋਂ ਵੱਧ ਤੋਂ ਵੱਧ ਪੈਦਾ ਹੋਈ ਜਾਂਦੀ ਹੈ, ਤਾਂ ਕਿਸੇ ਨਾ ਕਿਸੇ ਥਾਂ ਤੋਂ ਧਰਤੀ ਨੂੰ ਪਾੜ ਕੇ ਪੱਥਰ ਬਾਹਰ ਨਿਕਲਦੇ ਨੇ। ਉਹਨੂੰ ਕਹਿੰਦੇ ਨੇ ਲਾਵਾ ਫੁੱਟ ਪਿਆ। ਅਤੇ ਜਿੱਥੇ ਜਿੱਥੇ ਉਹ ਪੱਥਰ ਪਿਘਲਿਆ ਹੋਇਆ ਫੈਲਦਾ ਚਲਾ ਜਾਂਦਾ ਹੈ ਤਾਂ ਤਬਾਹੀ ਮਚਦੀ ਚਲੀ ਜਾਂਦੀ ਹੈ। ਜਿੱਥੇ ਜਿੱਥੇ ਉਹਦਾ ਸੇਕ ਪਹੁੰਚਦਾ ਉੱਥੇ ਵੀ ਜੀਵ ਜੰਤੂ, ਪਸ਼ੂ ਪੰਛੀ, ਬਨਸਪਤੀ ਸਭ ਖਤਮ ਹੋ ਜਾਂਦੇ ਨੇ। ਤਾਂ ਇਹ ਜਿਹੜੇ ਪਹਾੜ ਸਾਡੇ ਆਲੇ ਦੁਆਲੇ ਕਿਤੇ ਵੀ ਨਜ਼ਰ ਆਉਂਦੇ ਨੇ, ਇਹ ਪਹਾੜ ਇਸੇ ਤਰ੍ਹਾਂ ਹੀ ਬਣੇ ਨੇ। ਕਈ ਵਾਰੀ ਤਾਂ ਸਮੁੰਦਰ ਦੇ ਵਿੱਚ ਵੀ ਲਾਵਾ ਫੁੱਟ ਪੈਂਦਾ ਹੈ ਅਤੇ ਧਰਤੀ ਦੇ ਹੇਠਲਾ ਪਿਘਲਿਆ ਹੋਇਆ ਪੱਥਰ ਜਦੋਂ ਨਿਕਲ ਪਵੇ ਤਾਂ ਸਮੁੰਦਰਾਂ ਦੇ ਵਿੱਚ ਵੀ ਪਹਾੜ ਖੜ੍ਹੇ ਹੋ ਜਾਂਦੇ ਨੇ। ਇਸੇ ਤਰ੍ਹਾਂ ਜਿੱਥੇ ਪਹਾੜ ਨੇ ਹੋ ਸਕਦਾ ਹੈ ਉਹ ਕਦੀ ਗਰਕ ਹੋ ਜਾਣ, ਅਲੋਪ ਹੋ ਜਾਣ ਅਤੇ ਪਾਣੀ ਕਿਤੇ ਹੋਰ ਚਲਾ ਜਾਵੇ, ਪਹਾੜ ਕਿਤੇ ਹੋਰ ਪੈਦਾ ਹੋ ਜਾਣ। ਇਸ ਤਰ੍ਹਾਂ ਤਬਦੀਲੀ ਕੁਦਰਤ ਦੇ ਆਪਣੇ ਨਿਯਮਾਂ ਦੇ ਵਿੱਚ ਆਉਂਦੀ ਹੈ। ਇਹ ਅੰਦਰ ਜਿਹੜਾ ਵਰਤਾਰਾ ਚੱਲ ਰਿਹਾ ਧਰਤੀ ਦੇ, ਇਹਨੂੰ ਸਮਝਣਾ ਸਾਡੇ ਵਾਸਤੇ ਨਾਮੁਮਕਿਨ ਹੈ। ਆਮ ਇਨਸਾਨ ਇਹਦੇ ਬਾਰੇ ਨਹੀਂ ਜਾਣ ਸਕਦਾ। ਇੱਥੋਂ ਤੱਕ ਧਰਤੀ ਦੇ ਆਰ ਪਾਰ ਸੁਰਾਖ ਕਰਨ ਦਾ ਯਤਨ ਵੀ ਵਿਗਿਆਨੀਆਂ ਨੇ ਕੀਤਾ ਹੈ, ਪਰ ਉਹ ਜਿਹੜਾ ਅੱਜ ਤੱਕ ਇਹੋ ਜਿਹੇ ਸੰਦ ਨਹੀਂ ਬਣ ਸਕੇ ਜਿਹੜੇ ਧਰਤੀ ਦੀ ਜਿਹੜੀ ਅੰਦਰਲੀ ਗਰਮੈਸ਼ ਹੈ ਉਸ ਗਰਮੈਸ਼ ਨੂੰ ਬਰਦਾਸ਼ਤ ਕਰ ਲੈਣ ਅਤੇ ਸੁਰਾਖ ਆਰ ਪਾਰ ਧਰਤੀ ਦੇ ਕਰ ਲੈਣ, ਤਾਂ ਕਿ ਜਹਾਜ਼ ਵਗੈਰਾ ਲੰਘਣ ਵਾਸਤੇ ਧਰਤੀ ਦੇ ਵਿੱਚੋਂ ਦੀ ਹੀ ਮਘੋਰਾ ਕਰ ਲਿਆ ਜਾਵੇ। ਇਹ ਵੀ ਉਪਰਾਲੇ ਵਿਗਿਆਨੀ ਨੇ ਕੀਤੇ ਨੇ, ਪਰ ਅੰਦਰ ਧਰਤੀ ਦੇ ਇੰਨੀ ਤਪਸ਼ ਹੈ ਕੋਈ ਵੀ ਯੰਤਰ ਉੱਥੇ ਆਪਣਾ ਕੰਮ ਨਹੀਂ ਕਰ ਸਕਦਾ। ਉਹ ਪਿਘਲ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਤੋ ਇਹ ਅੰਦਰ ਦੀਆਂ ਚੀਜ਼ਾਂ ਨੇ ਜਿਹੜੀਆਂ, ਇਹ ਅਸੀਂ ਸਾਰੀ ਦੀਆਂ ਸਾਰੀਆਂ ਨਹੀਂ ਜਾਣ ਸਕਦੇ। ਫਿਰ ਵੀ ਧਰਤੀ ਦੇ ਉੱਤੇ ਬਿਮਾਰੀ, ਭੁਚਾਲ ਦਾ ਤਾਂ ਆਪਾਂ ਕਰ ਚੁੱਕੇ ਹਾਂ ਜ਼ਿਕਰ, ਕਿ ਜਦੋਂ ਲਾਵਾ ਫੁੱਟਦਾ ਜਾਂ ਲਾਵਾ ਫੁੱਟਣ ਦੇ ਨੇੜੇ ਹੁੰਦਾ, ਭਾਵੇਂ ਲਾਵਾ ਬਾਹਰ ਤਾਂ ਨਹੀਂ ਆਉਂਦਾ ਪਰ ਅੰਦਰ ਧਰਤੀ ਦੇ ਉਹ ਹਲਚਲ ਪੈਦਾ ਕਰ ਦਿੰਦਾ। ਉਹ ਐਡਾ ਵੱਡਾ ਜਿਹੜਾ ਪ੍ਰਬੰਧ ਹੈ ਉਹਦੇ ਬਾਰੇ ਬਿਆਨ ਕਰਨਾ ਇਹ ਅਸਮਾਨ ਨੂੰ ਟਾਕੀਆਂ ਲਾਉਣ ਵਾਲੀ ਗੱਲ ਹੈ। ਅਸੀਂ ਉਹਦੇ ਬਾਰੇ ਬਿਆਨ ਨਹੀਂ ਕਰ ਸਕਦੇ, ਕਿਉਂਕਿ ਜੇ ਕੋਈ ਬਿਆਨ ਕਰੇਗਾ ਵੀ ਫਿਰ ਉਹ ਇੰਨੀ ਗਰਮੈਸ਼ ਆਉਂਦੀ ਕਿੱਥੋਂ ਹੈ ਅਤੇ ਫਿਰ ਠੰਡੀ ਕਿਉਂ ਹੋ ਜਾਂਦੀ ਹੈ, ਇਹ ਸਾਡੇ ਕੋਲ ਜਵਾਬ ਨਹੀਂ ਹੈਗੇ। ਇੱਥੋਂ ਤੱਕ ਸਮੁੰਦਰ ਦੇ ਵਿੱਚ ਇੰਨਾ ਕੁਝ ਪਿਆ, ਭਾਵੇਂ ਵਿਗਿਆਨੀਆਂ ਨੇ ਬਹੁਤ ਕੁਝ ਖੋਜ ਲਿਆ, ਪਰ ਅਜੇ ਵੀ ਵਿਗਿਆਨੀ ਕਹਿੰਦੇ ਨੇ ਕਿ ਸਮੁੰਦਰ ਦੇ ਵਿੱਚ ਸਾਰੀਆਂ ਖੋਜਾਂ ਹੇਠਾਂ ਤੱਕ ਨਹੀਂ ਕੀਤੀਆਂ ਜਾ ਸਕੀਆਂ। ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ ਆਪਣੇ ਢੰਗ ਦੇ ਬਾਗ ਬਗੀਚੇ, ਫੁੱਲ ਬੂਟੇ, ਪਸ਼ੂ ਪੰਛੀ, ਤਰ੍ਹਾਂ ਤਰ੍ਹਾਂ ਦੇ ਜੀਵ ਵਿੱਚ ਮੌਜੂਦ ਨੇ, ਜਿਹੜਿਆਂ ਦੀ ਦੁਨੀਆ ਅਲੱਗ ਕਿਸਮ ਦੀ ਹੈ। ਉਹਦੇ ਬਾਰੇ ਵੀ ਸਾਰਾ ਕੁਝ ਆਪਾਂ ਨਹੀਂ ਜਾਣਦੇ। ਤੋ ਇਹ ਚੀਜ਼ਾਂ, ਬਿਮਾਰੀ ਆਉਂਦੀ ਹੈ ਤਾਂ ਉਹ ਵੀ ਵਾਤਾਵਰਣ ਦੇ ਕਿਸੇ ਵਿਗਾੜ ਨਾਲ ਆਉਂਦੀ ਹੈ। ਪਰ ਕੁਦਰਤ ਦਾ ਸਿੱਧਾ ਲੋਕਾਂ ਨੇ ਤਾਂ ਜੋੜਿਆ ਸੀ ਕਿ ਰੱਬ ਦਾ ਕਹਿਰ ਹੈ, ਰੱਬ ਪਾਪੀਆਂ ਨੂੰ ਸਜ਼ਾ ਦਿੰਦਾ ਹੈ। ਧਰਤੀ ਦੇ ਉੱਤੇ ਪਾਪ ਵੱਧ ਗਏ ਸੀ ਤਾਂ ਇਹ ਕਹਿਰ ਵਾਪਰ ਗਿਆ, ਤਾਂ ਇਹ ਬਿਮਾਰੀ ਆਈ, ਤਾਂ ਇਹ ਭੁਚਾਲ ਹਨੇਰੀ ਆਈ। ਇਸ ਤਰ੍ਹਾਂ ਨਹੀਂ ਹੁੰਦਾ। ਇਹ ਕੁਦਰਤ ਦੇ ਵਿੱਚ ਜਦੋਂ ਗਰਮੀਆਂ ਹੁੰਦੀਆਂ ਨੇ ਤਾਂ ਗਰਮ ਹਵਾ ਕਿਸੇ ਹੋਰ ਪਾਸੇ ਨੂੰ ਚੱਲਦੀ ਹੈ, ਠੰਡੀ ਹਵਾ
ਤਾਂ ਗਰਮੀ ਵਾਲੇ ਪਾਸੇ ਆ ਕੇ ਉਹਦੀ ਥਾਂ ਮਲਦੀ ਹੈ। ਇਸ ਤਰ੍ਹਾਂ ਪਹਾੜਾਂ ਵੱਲੋਂ ਬੱਦਲ ਆਉਂਦੇ ਨੇ, ਗਰਮੀ ਵਾਲੇ ਪਾਸੇ ਨੂੰ ਚੱਲਦੇ ਨੇ ਅਤੇ ਉਹ ਕਈਆਂ ਥਾਵਾਂ 'ਤੇ ਵਾਤਾਵਰਣ ਦੇ ਅਨੁਸਾਰ ਟਕਰਾਉਂਦੇ ਨੇ, ਤਾਂ ਇਸ ਤਰ੍ਹਾਂ ਮੀਂਹ ਪੈਂਦਾ ਹੈ। ਅਤੇ ਮੀਂਹ ਕਈ ਵਾਰੀ ਵੱਧ ਘੱਟ ਪੈਂਦਾ ਹੈ। ਜੰਗਲਾਂ ਦਾ ਕਿੰਨਾ ਹੋਣਾ ਚਾਹੀਦਾ ਹੈ, ਧਰਤੀ 'ਚ ਹਰਿਆਲੀ ਕਿੰਨੀ ਹੋਣੀ ਚਾਹੀਦੀ ਹੈ, ਇੰਜਣ ਮਸ਼ੀਨਰੀ ਕਿੰਨੀ ਕੁ ਹੋਣੀ ਚਾਹੀਦੀ ਹੈ, ਇਹ ਸਾਰਾ ਕੰਟਰੋਲ ਧਰਤੀ ਦਾ ਬਾਦਸ਼ਾਹ ਜੇ ਇਨਸਾਨ ਹੈ ਤਾਂ ਇਹਨੇ ਕੰਟਰੋਲ ਕਰਨਾ ਹੈ, ਇਹਨੇ ਜਾਣਕਾਰੀ ਲੈਣੀ ਹੈ। ਵੱਡੀਆਂ ਸਰਕਾਰਾਂ ਦੀ, ਤਾਕਤਵਰ ਧਿਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਗਿਆਨਵਾਨ ਬਣਾਵੇ, ਵਾਤਾਵਰਣ ਸ਼ੁੱਧ ਰੱਖਣ ਦੇ ਢੰਗ ਤਰੀਕੇ ਸਿਖਾਵੇ, ਤਾਂ ਬਰਸਾਤਾਂ, ਮੀਂਹ, ਹੜ੍ਹ, ਤੂਫਾਨ ਆਦਿਕ ਤੋਂ ਬਚਣ ਦੇ ਤੌਰ ਤਰੀਕੇ ਸਿਖਾਵੇ, ਅਤੇ ਜਿਹੜੀਆਂ ਪਾਣੀ ਦੇ ਨਿਕਾਸ ਦੇ ਪ੍ਰਬੰਧ ਨੇ ਸਰਕਾਰਾਂ ਉਹ ਠੀਕ ਢੰਗ ਨਾਲ ਵਿਕਸਿਤ ਕਰਨ। ਜਿਵੇਂ ਨਦੀਆਂ ਨਾਲੇ ਸਾਫ਼ ਸਫਾਈ ਕਰਨੀ, ਆਪਣੇ ਸ਼ਹਿਰਾਂ 'ਚੋਂ ਪਿੰਡਾਂ 'ਚੋਂ ਅੰਡਰਗਰਾਊਂਡ ਪਾਈਪਲਾਈਨ ਜਾਂ ਓਪਨ ਪਾਣੀ ਨਿਕਾਸੀ ਦਾ ਪ੍ਰਬੰਧ, ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ। ਅਤੇ ਤਾਂ ਹੀ ਆਪਾਂ ਹੜ੍ਹ ਤੋਂ, ਤੂਫਾਨ ਤੋਂ, ਇਹਨਾਂ ਬਿਮਾਰੀਆਂ ਤੋਂ ਬਚ ਸਕਾਂਗੇ। ਕੁਦਰਤ ਦਾ ਕਹਿਰ ਕੋਈ ਨਹੀਂ ਹੈ, ਇਹ ਇੱਕ ਵਾਤਾਵਰਣ ਦੇ ਵੀ ਜਦੋਂ ਤਬਦੀਲੀ ਆਉਂਦੀ ਹੈ ਉਹਨੂੰ ਆਮ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ। ਅਤੇ ਇਹ ਕਿਸੇ ਪੁੰਨਦਾਨ ਦੇ ਨਾਲ ਠੀਕ ਨਹੀਂ ਹੋਣਾ ਅਤੇ ਕਿਸੇ ਅਰਦਾਸ ਦੇ ਨਾਲ ਠੀਕ ਨਹੀਂ ਹੋਣਾ। ਜਿਵੇਂ ਕਿ ਪੁਰਾਣੇ ਸਮਿਆਂ 'ਚ ਜਦੋਂ ਕੋਈ ਬਹੁਤਾ ਮੀਂਹ ਆਦਿਕ ਪੈਂਦਾ ਸੀ ਤਾਂ ਉਹਨੂੰ ਰੋਕਣ ਵਾਸਤੇ ਵੀ ਇੰਦਰ ਦੇਵਤੇ ਵਾਸਤੇ ਯੱਗ ਕੀਤਾ ਜਾਂਦਾ ਸੀ। ਜਦੋਂ ਮੀਂਹ ਨਹੀਂ ਪੈਂਦਾ ਸੀ ਉਦੋਂ ਮੀਂਹ ਪਵਾਉਣ ਵਾਸਤੇ ਵੀ ਇੰਦਰ ਦੇਵਤੇ ਦੇ ਨਾਮ ਦਾ ਯੱਗ ਕੀਤਾ ਜਾਂਦਾ ਸੀ। ਇਹ ਪੁਰਾਤਨ ਸਮਿਆਂ ਦੀਆਂ ਗੱਲਾਂ ਬਾਤਾਂ ਪੁਜਾਰੀ ਵੱਲੋਂ ਸਾਡੇ ਦਿਮਾਗਾਂ 'ਚ ਪਾਈਆਂ ਹੋਈਆਂ ਅੱਜ ਤੱਕ ਵੀ ਬੈਠੀਆਂ ਨੇ। ਹੁਣ ਆਪਾਂ ਕੁਦਰਤ ਦੇ ਨਿਯਮ ਨੂੰ ਸਮਝਣ ਦਾ ਉਪਰਾਲਾ ਕਰੀਏ। ਅਸੀਂ ਤਾਂ ਉਹਨਾਂ ਭਾਵੇਂ ਕੰਮ ਨਾ ਕਰ ਸਕੀਏ, ਪਰ ਜ਼ਿਆਦਾ ਕੰਮ ਤਾਂ ਸਰਕਾਰਾਂ ਨੇ ਅਤੇ ਵਿਗਿਆਨੀਆਂ ਨੇ ਕਰਨਾ ਹੁੰਦਾ, ਤਾਂ ਕਿ ਸਮੁੱਚੇ ਜੀਵ ਜਗਤ ਨੂੰ, ਇਨਸਾਨਾਂ ਨੂੰ, ਪਸ਼ੂ ਪੰਛੀਆਂ ਨੂੰ, ਸਾਰਿਆਂ ਨੂੰ ਘੱਟ ਤੋਂ ਘੱਟ ਮੁਸ਼ਕਲਾਂ ਆਉਣ, ਕੁਦਰਤ ਦੇ ਵਿੱਚ ਵਿਗਾੜ ਪੈਦਾ ਨਾ ਹੋਵੇ, ਸੋਹਣਾ ਵਾਤਾਵਰਣ ਹੋਵੇ। ਵਿਦੇਸ਼ਾਂ ਦੇ ਵਿੱਚ ਉਹਨਾਂ ਨੇ ਵਾਤਾਵਰਣ ਨੂੰ ਇੰਨਾ ਵਧੀਆ ਬਣਾ ਲਿਆ ਹੋਇਆ, ਆ ਇੱਥੇ ਵਰਗੀ ਧੂੜ, ਮਿੱਟੀ ਘੱਟਾ, ਇੱਥੇ ਵਰਗੀ ਹੁਮਸ, ਇੱਥੇ ਵਰਗਾ ਜਿਹੜੀ ਤਪਸ਼ ਹੈ ਉਹ ਉੱਥੇ ਉਹਨਾਂ ਦੇਸ਼ਾਂ 'ਚ ਹੁੰਦੀ ਹੀ ਨਹੀਂ। ਬਿਮਾਰੀਆਂ ਘੱਟ ਤੋਂ ਘੱਟ ਹੁੰਦੀਆਂ ਨੇ। ਤਾਂ ਇਸ ਤਰ੍ਹਾਂ ਅਸੀਂ ਆਪਣੇ ਦੇਸ਼ ਨੂੰ ਵੀ ਬਣਾ ਸਕਦੇ ਹਾਂ ਜੇ ਸਰਕਾਰਾਂ ਦਿਆਨਤਦਾਰੀ ਨਾਲ ਕੰਮ ਕਰਨ ਤਾਂ। ਸਵਾਲ ਨੰਬਰ 156 ਡਾਕਟਰ ਵਰਿਆਮ ਸਿੰਘ ਜੀ ਭੇਵਾ, ਇਹਨਾਂ ਦਾ ਸਵਾਲ ਹੈ ਕਿ ਬਿਰਧ ਬੀੜਾਂ ਦਾ ਸੰਸਕਾਰ ਕਰਨ ਦੀ ਪਿਰਤ ਕਦੋਂ ਸ਼ੁਰੂ ਹੋਈ? ਇਸ ਦਾ ਅਸਲ ਮਕਸਦ ਕੀ ਹੈ? ਗੁਰਦੁਆਰਾ ਐਕਟ ਵਿੱਚ ਇਸ ਬਾਰੇ ਕੋਈ ਜ਼ਿਕਰ ਹੈ ਕਿ ਨਹੀਂ ਹੈ? ਗੁਰੂ ਪਿਆਰ ਵਾਲਿਓ, ਗੁਰੂ ਗ੍ਰੰਥ ਸਾਹਿਬ ਨੂੰ ਸਿੱਖਾਂ ਨੇ ਇੱਕ ਕਮਾਈ ਦਾ ਸਾਧਨ ਬਣਾ ਲਿਆ ਹੋਇਆ ਹੈ। ਭਾਵੇਂ ਕਿਸੇ ਨੂੰ ਬੀੜਾਂ ਛਪਵਾ ਕੇ ਪੈਸੇ ਮਿਲਦੇ ਹੋਣ ਅਤੇ ਭਾਵੇਂ ਕਿਸੇ ਥਾਂ 'ਤੇ ਬੀੜ ਨੂੰ ਪ੍ਰਕਾਸ਼ ਕਰਕੇ ਮਾਇਆ ਆਉਂਦੀ ਹੋਵੇ, ਅਤੇ ਭਾਵੇਂ ਇਹਦਾ ਸੰਸਕਾਰ ਕਰਕੇ ਮਾਇਆ ਆਉਂਦੀ ਹੋਵੇ, ਭਾਵੇਂ ਇਹਦਾ ਨਗਰ ਕੀਰਤਨ ਦੇ ਵਿੱਚ ਵਿਚਾਲੇ ਰੱਖ ਕੇ ਪਿੰਡ ਪਿੰਡ, ਸ਼ਹਿਰ ਸ਼ਹਿਰ ਘੁਮਾ ਕੇ ਪੈਸੇ ਕਮਾਏ ਜਾ ਸਕਦੇ ਹੋਣ, ਅਤੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕੇਵਲ ਅਤੇ ਕੇਵਲ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ। ਇਹਦੇ ਵਿੱਚ ਕੀ ਲਿਖਿਆ ਹੈ ਉਹਦੇ ਬਾਰੇ ਘੱਟ ਤੋਂ ਘੱਟ ਸਿੱਖਾਂ ਨੂੰ ਪਤਾ ਹੈ, ਆਮ ਸਿੱਖ ਨੂੰ ਉਹਦਾ ਕੁਝ ਵੀ ਪਤਾ ਨਹੀਂ ਹੈ। ਇੱਥੇ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ, ਇਹ ਜਿਹੜਾ ਪੁਰਾਤਨ ਬੀੜਾਂ ਨੂੰ ਅਗਨ ਭੇਟ ਕਰਨਾ, ਇਹ ਬਹੁਤ ਹੀ ਖਤਰਨਾਕ ਗੱਲ ਚੱਲ ਰਹੀ ਹੈ, ਅਤੇ ਸਾਡੇ ਲੀਡਰਾਂ ਦੀਆਂ ਅੱਖਾਂ ਕਦੀ ਵੀ ਨਹੀਂ ਖੁੱਲ੍ਹੀਆਂ, ਸਗੋਂ ਸ਼ਰੇਆਮ ਸਾਰੇ ਲੋਕਾਂ ਦੇ ਸਾਹਮਣੇ ਹਿੱਕ ਦੇ ਤਾਣ ਕਿੰਨੀਆਂ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਨੂੰ ਸੰਸਕਾਰ ਕਰਨ ਦੇ ਗੁਰਦੁਆਰਾ ਨਾਮ 'ਤੇ ਪੂਜਾ ਅਸਥਾਨ ਵਗੈਰਾ ਬਣਾ ਲਏ ਨੇ, ਅਤੇ ਖੁਦ ਸ਼੍ਰੋਮਣੀ ਕਮੇਟੀ ਦੇ ਅਧੀਨ ਗੋਇੰਦਵਾਲ ਸਾਹਿਬ ਵਿਖੇ ਪੁਰਾਣੇ ਬਿਰਧ ਸਰੂਪਾਂ ਨੂੰ ਅਗਨ ਭੇਟ ਕਰਕੇ ਉਹਦੀ ਜਿਹੜੀ ਬਚੀ ਸੁਆਹ ਹੈ, ਇਹਨੂੰ ਅਸਥੀਆਂ ਕਹਿ ਦਿੰਦੇ ਨੇ, ਉਹਨੂੰ ਦਰਿਆ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਕੋਈ ਸਾਡਾ ਮੁਖੀ ਵਿਦਵਾਨ, ਸ਼੍ਰੋਮਣੀ ਕਮੇਟੀ ਦੇ ਕੋਈ ਜਿਹੜੇ ਰੱਖੇ ਹੋਏ ਵਿਦਵਾਨ ਮੈਂਬਰ ਹੋਣ, ਉਹ ਆ ਕੇ ਕਦੀ ਚੈੱਕ ਨਹੀਂ ਕਰਦੇ ਕਿ ਇਹ ਬੀੜ ਸਾਂਭਣ ਯੋਗ ਹੈ ਕਿ ਨਹੀਂ ਹੈ, ਇਹਦੀ ਪੁਰਾਤਨਤਾ ਵਾਲੀ ਕੀਮਤ ਕਿੰਨੀ ਕੁ ਹੈ, ਕਦੋਂ ਦੀ ਛਪੀ ਹੋਈ ਹੈ ਜਾਂ ਹੱਥ ਲਿਖਤ ਹੈ, ਇਹਦੀ ਲਾਇਬ੍ਰੇਰੀ 'ਚ ਰੱਖਣਾ ਜ਼ਰੂਰੀ ਹੈ ਕਿ ਇਹ ਹੁਣ ਸਾਂਭਣ ਤੋਂ ਅਸੀਂ ਅਸਮਰੱਥ ਹੋ ਗਏ ਹਾਂ, ਪੱਤਰੇ ਬਹੁਤਾ ਨਕਾਰਾ ਹੋ ਗਏ ਨੇ ਅਤੇ ਇਹਨੂੰ ਰੱਖਣ ਦੀ ਮੁਸ਼ਕਿਲ ਜ਼ਿਆਦਾ ਹੈ, ਅਗਨ ਭੇਟ ਕਰ ਦਈਏ। ਇਹ ਫੈਸਲਾ ਤਾਂ ਵਿਦਵਾਨਾਂ ਦੀ ਕਮੇਟੀ ਨੂੰ ਕਰਨਾ ਚਾਹੀਦਾ ਸੀ, ਪਰ ਡੁੱਬ ਮਰਨ ਵਾਲੀ ਗੱਲ ਹੈ, ਸਿੱਖਾਂ ਕੋਲੇ ਇਹੋ ਜਿਹੇ ਵਿਦਵਾਨਾਂ ਦੀ ਕੋਈ ਕਮੇਟੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਤੱਕ ਇਸ ਪਾਸੇ ਧਿਆਨ ਨਹੀਂ ਦਿੱਤਾ। ਕਿੰਨੀਆਂ ਥਾਵਾਂ 'ਤੇ ਇਹ ਦਾਹ ਸੰਸਕਾਰ ਕਰਨ ਦੇ ਇਹੋ ਜਿਹੇ
ਜਿਹੜੇ ਅਦਾਰੇ ਖੁੱਲ੍ਹ ਚੁੱਕੇ ਹੋਏ ਨੇ, ਜਿੱਥੇ ਕਿਤੇ ਗੁਟਕਾ ਬੀੜ ਮਿਲਦੀ ਹੈ ਉਹਨੂੰ ਅਗਨ ਭੇਟ ਕਰਨ ਦੇ ਨੇ। ਗੁਰੂ ਪਿਆਰ ਵਾਲਿਓ, ਕਈ ਤਾਂ ਇੰਨੀਆਂ ਕੀਮਤੀ ਬੀੜਾਂ ਜਿਨ੍ਹਾਂ ਦਾ ਗੁਰੂ ਸਾਹਿਬ ਦੇ ਜ਼ਮਾਨੇ ਨਾਲ ਸੰਬੰਧ ਹੁੰਦਾ ਹੈ, ਮਿਸਲਾਂ ਦੇ ਜ਼ਮਾਨੇ ਨਾਲ ਸੰਬੰਧ ਹੁੰਦਾ ਹੈ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਕਿ ਸਾਂਭ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਅਤੇ ਉਹ ਵੀ ਅਗਨ ਭੇਟ ਕਰ ਦਿੱਤੀਆਂ ਗਈਆਂ ਨੇ ਅਤੇ ਉਹਨਾਂ ਨੂੰ ਵੀ ਸੰਭਾਲਣ ਵਾਲਾ ਕੋਈ ਵੀ ਨਹੀਂ ਹੈ। ਗੁਰਦੁਆਰਾ ਐਕਟ ਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਹੈ, ਕਿਉਂਕਿ ਉਦੋਂ ਹਾਲੀ ਬੀੜਾਂ ਨੂੰ ਅਗਨ ਭੇਟ ਕਰਨ ਦੀ ਪਰੰਪਰਾ ਚੱਲੀ ਹੀ ਨਹੀਂ ਸੀ। ਇਹ ਬਾਅਦ ਦੇ ਵਿੱਚ ਸਾਧਾਂ ਆਦਿਕ ਨੇ ਚਾਲੂ ਕੀਤੀ ਹੈ। ਜਿਨ੍ਹਾਂ ਨੂੰ ਬਾਣੀ ਪੜ੍ਹਨੀ ਨਹੀਂ ਆਉਂਦੀ, ਜਿਨ੍ਹਾਂ ਨੂੰ ਰਹਿਤ ਬਹਿਤ ਰੱਖਣੀ ਨਹੀਂ ਆਉਂਦੀ, ਜਿਹਨੂੰ ਸਮਾਜ ਦਾ ਕੋਈ ਭਲਾ ਕੰਮ ਪਰਉਪਕਾਰ ਕਰਨਾ ਨਹੀਂ ਆਉਂਦਾ, ਉਹਨਾਂ ਨੂੰ ਬੀੜਾਂ ਨੂੰ ਅੱਗ ਲਾਉਣੀ ਤਾਂ ਆਉਂਦੀ ਹੈ ਨਾ। ਉਹਨਾਂ ਨੇ ਫਿਰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਮੈਂ ਸ਼ਬਦ ਤਾਂ ਵਰਤ ਰਿਹਾ, ਜੇ ਕਿਸੇ ਨੂੰ ਮੁਰਦਾ ਹੋ ਚੁੱਕੀ ਜ਼ਮੀਰ ਵਾਲਾ ਕੋਈ ਸਾਡਾ ਲੀਡਰ ਹੈ, ਉਹਨੂੰ ਥੋੜ੍ਹੀ ਬਹੁਤੀ ਝੁਣਝਣੀ ਆਵੇ ਕਿ ਇਹਨਾਂ ਸੰਸਕਾਰ ਹੋ ਰਹੀਆਂ ਬੀੜਾਂ ਨੂੰ ਉਹ ਕਿਸੇ ਤਰੀਕੇ ਰੋਕੇ, ਪਰਖ ਪੜਚੋਲ ਕਰੇ ਕਿ ਇਹ ਸਾਂਭਣਯੋਗ ਨੇ ਕਿ ਸੰਸਕਾਰ ਕਰਨ ਯੋਗ ਨੇ। ਜੇ ਸੰਸਕਾਰ ਕਰਨਾ ਹੀ ਹੈ ਤਾਂ ਜ਼ਿੰਮੇਵਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਨਿਗਰਾਨੀ ਦੇ ਵਿੱਚ ਇਹ ਕੰਮ ਕਰੇ, ਨਹੀਂ ਤਾਂ ਟਕੇ ਟਕੇ ਦੇ ਸਾਧ ਨਾਲੇ ਲੋਕਾਂ ਤੋਂ ਉਗਰਾਹੀਆਂ ਕਰਦੇ ਨੇ, ਨਾਲੇ ਪੁਰਾਣੀਆਂ ਬੀੜਾਂ ਚੁੱਕ ਕੇ ਲੈ ਜਾਂਦੇ ਨੇ, ਗੁਟਕੇ ਲੈ ਜਾਂਦੇ ਨੇ, ਆਪਣੀ ਮਰਜ਼ੀ ਨਾਲ ਉਹਨਾਂ ਨੂੰ ਫਿਰ ਅਗਨ ਭੇਟ ਕਰ ਦਿੰਦੇ ਨੇ। ਇਹ ਬਹੁਤ ਦੁਖਦਾਈ ਪੱਖ ਹੈ। ਇਹੋ ਜਿਹਾ ਪੱਖ ਇੱਕ ਨਹੀਂ, ਪਤਾ ਨਹੀਂ ਕਿੰਨਾ ਕੁਝ ਵਾਪਰ ਗਿਆ। ਇਹ ਸਾਰਾ ਕੁਝ ਰੋਜ਼ਾਨਾ ਵਾਪਰ ਰਿਹਾ, ਪਰ ਸਾਡੇ ਲੀਡਰਾਂ ਦੀ ਨੀਂਦ ਕਦੀ ਵੀ ਨਹੀਂ ਖੁੱਲ੍ਹਦੀ। ਸਵਾਲ ਨੰਬਰ 157, ਭਾਈ ਅਜੀਤ ਸਿੰਘ ਜੀ ਮੋਹਾਲੀ। ਇਹਨਾਂ ਦਾ ਸਵਾਲ ਹੈ, ਕੀ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ? ਗੁਰੂ ਪਿਆਰ ਵਾਲਿਓ, ਬਹੁਤ ਕੁਝ ਗੁਰੂ ਦੇ ਨਾਮ 'ਤੇ ਕੂੜ ਕਵਾੜ ਸਾਡੇ ਪੱਲੇ ਪਾ ਦਿੱਤਾ ਗਿਆ ਹੈ। ਸਿੱਖਾਂ ਨੇ ਅੱਜ ਤੱਕ ਚੰਗੀ ਤਰ੍ਹਾਂ ਸਮਝ ਕੇ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਵੀ ਨਹੀਂ ਪੜ੍ਹਿਆ, ਨਹੀਂ ਸਮਝਿਆ, ਅਤੇ ਜ਼ਿੰਦਗੀ 'ਚ ਲਾਗੂ ਕਰਨ ਦਾ ਮਸਲਾ ਤਾਂ ਬਹੁਤ ਦੂਰ ਰਹਿ ਗਿਆ। ਸਗੋਂ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਵਾਸਤੇ ਸਾਡੇ ਦਸਮ ਗ੍ਰੰਥ ਪੱਲੇ ਪਾ ਦਿੱਤਾ ਗਿਆ। ਦਸਮ ਗ੍ਰੰਥ ਕਹਿ ਕੇ ਇਹਨੂੰ ਦਸਮ ਪਾਤਸ਼ਾਹ ਦੀ ਬਾਣੀ ਵੀ ਸਾਰੇ ਪਾਸੇ ਪ੍ਰਚਾਰ ਦਿੱਤਾ ਗਿਆ, ਅਤੇ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਵੀ ਇਹਨੂੰ ਸ਼ਾਮਲ ਕਰ ਦਿੱਤਾ ਗਿਆ, ਅਤੇ ਫਿਰ ਅੰਮ੍ਰਿਤ ਦੀਆਂ ਬਾਣੀਆਂ ਦੇ ਵਿੱਚ ਵੀ ਇਹਨੂੰ ਸ਼ਾਮਲ ਕਰ ਦਿੱਤਾ ਗਿਆ। ਪਰ ਸਿੱਖਾਂ ਦੀਆਂ ਅੱਖਾਂ ਕਦੇ ਵੀ ਨਹੀਂ ਖੁੱਲ੍ਹੀਆਂ ਕਿ ਜੋ ਕੁਛ ਅਸੀਂ ਕਰ ਰਹੇ ਹਾਂ ਇਹ ਕਿੰਨਾ ਕੁ ਸਾਰਥਕ ਹੈ, ਕਿੰਨਾ ਕੁ ਸਹੀ ਹੈ, ਨੁਕਸਾਨਦੇਹ ਹੈ ਕਿ ਫਾਇਦੇਮੰਦ ਹੈ। ਜੋ ਕੁਛ ਸਾਤੋਂ ਸਾਡੇ ਮੁਖੀ ਕਰਵਾ ਰਹੇ ਨੇ, ਅੱਜ ਦੇ ਯੁੱਗ ਵਿੱਚ ਸਾਡੇ ਹਾਲਾਤ ਅਨੁਸਾਰ ਇਹਦੀ ਕਿੰਨੀ ਕੁ ਲੋੜ ਹੈ, ਜਾਂ ਇਹਨੂੰ ਗਲੋਂ ਲਾਹ ਦੇਣਾ ਚਾਹੀਦਾ ਹੈ। ਅੰਦਰੋਂ ਅਕਲ ਤਾਂ ਮੁੱਕੀ ਸੀ, ਹਿੰਮਤ ਵੀ ਮੁੱਕ ਗਈ ਹੈ। ਕੋਈ ਵੀ ਬੰਦਾ ਸਵਾਲ ਜਵਾਬ ਕਰਨ ਤੋਂ ਕੰਨੀ ਕਤਰਾਉਂਦਾ ਹੈ, ਕਿਉਂਕਿ ਅੱਗੇ ਕਈ ਲੱਠਮਾਰ ਕਿਸਮ ਦੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ, ਸਿੱਖੀ ਦੇ ਆਪੂ ਬਣੇ ਠੇਕੇਦਾਰ, ਉਹ ਮਾਰਾਂ ਕੁੱਟਾਂ 'ਤੇ ਵੀ ਉਤਰ ਆਉਂਦੇ ਨੇ। ਹੁਣ ਜਾਪ ਸਾਹਿਬ, ਮੇਰਾ ਸਿੱਧਾ ਸਵਾਲ ਹੈ, ਮੈਂ ਲੰਮੇ ਸਮੇਂ ਤੋਂ ਇਸ ਪਾਸੇ ਲਿਖਦਾ ਅਤੇ ਬੋਲਦਾ ਆ ਰਿਹਾ। ਮੇਰੀ ਬਹੁਤ ਪਹਿਲਾਂ 1 ਘੰਟੇ ਦੀ ਦਸਮ ਗ੍ਰੰਥ ਦੇ ਜੋ ਅਸ਼ਲੀਲ ਚਰਿੱਤਰ ਆਦਿਕ ਨੇ, ਉਹਦੇ ਵਿੱਚੋਂ ਮੈਂ YouTube 'ਤੇ ਪਾ ਚੁੱਕਿਆ ਹੋਇਆ 1 ਘੰਟੇ ਦੀ ਵੀਡੀਓ ਬਣਾ ਕੇ, ਅਤੇ ਬਹੁਤ ਚੰਗੇ ਵੀ ਅਤੇ ਮਾੜੇ ਵੀ ਜਿਹੜੇ ਰਿਸਪੌਂਸ ਸੰਗਤਾਂ ਵੱਲੋਂ ਮਿਲੇ ਸਨ। ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਜਾਪ ਹੈ ਜਿਹੜਾ, ਇਹ ਸ਼ਿਵ ਪੁਰਾਣ ਦੇ ਵਿੱਚੋਂ 539 ਪੰਨੇ ਤੋਂ 561 ਪੰਨੇ ਤੱਕ ਸ਼ਿਵ ਪੁਰਾਣ ਦੇ ਵਿੱਚ ਲਿਖਿਆ ਹੋਇਆ ਮੌਜੂਦ ਹੈ, ਅਤੇ ਇਹ ਗੀਤਾ ਪ੍ਰੈਸ ਗੋਰਖਪੁਰ ਵੱਲੋਂ ਜੋ ਸ਼ਿਵ ਪੁਰਾਣ ਛਾਪਿਆ ਜਾਂਦਾ ਹੈ, ਇਹ ਪੰਨੇ ਉਹਦੇ ਮੁਤਾਬਕ ਮੈਂ ਤੁਹਾਨੂੰ ਦੱਸ ਰਿਹਾ, ਕਿਉਂਕਿ ਸ਼ਿਵ ਪੁਰਾਣ ਨੂੰ ਹੋਰ ਵੀ ਛਾਪੇ ਖਾਨੇ ਵਾਲਿਆਂ ਨੇ ਛਾਪਿਆ ਅਤੇ ਉਹਨਾਂ ਦੇ ਪੰਨਿਆਂ ਦਾ ਫਰਕ ਪੈ ਜਾਂਦਾ ਹੈ। ਇੱਥੇ ਇਹ ਦੱਸ ਦੇਣਾ ਜ਼ਰੂਰੀ ਹੈ, ਗੁਰਬਾਣੀ ਦੀ ਲਿਖਤ ਜੋ ਇੱਕ ਤਰਤੀਬ ਦਿੱਤੀ ਗਈ ਹੈ, ਜਿੱਥੇ ਸ਼ਬਦ ਕੋਈ ਸਮਾਪਤ ਹੁੰਦਾ ਹੈ, ਆਮ ਤੌਰ 'ਤੇ ਉੱਥੇ ਨਾਨਕ ਨਾਮ ਕਵੀ ਛਾਪ ਆਉਂਦੀ ਹੈ। ਜਿੱਥੇ ਭਗਤਾਂ ਦੀ ਬਾਣੀ ਦਾ ਕੋਈ ਸ਼ਬਦ ਸਮਾਪਤ ਹੁੰਦਾ ਹੈ, ਉੱਥੇ ਭਗਤ ਦਾ ਨਾਮ ਕਵੀ ਛਾਪ ਦੇ ਤੌਰ 'ਤੇ ਆਉਂਦਾ ਹੈ। ਜਿੱਥੇ ਬਾਣੀ ਸ਼ੁਰੂ ਹੁੰਦੀ ਹੈ, ਉੱਥੇ ਮਹੱਲਾ ਪਹਿਲਾ, ਮਹੱਲਾ ਤੀਜਾ, ਚੌਥਾ, ਪੰਜਵਾਂ, ਇਸ ਤਰ੍ਹਾਂ ਉੱਥੇ ਭਗਤਾਂ ਦਾ ਨਾਮ, ਜਿਸ ਦੀ ਲਿਖਤ ਹੈ, ਉਹ ਲਿਖਤ ਦਾ ਲਿਖਣ ਵਾਲਾ ਜਿਹੜਾ ਹੈ ਉਹਦਾ ਨਾਮ ਮਹੱਲਾ ਕਰਕੇ ਆਇਆ ਹੋਇਆ ਹੈ। ਭਗਤਾਂ ਦਾ ਦੂਜੇ ਢੰਗ ਨਾਲ ਹੈ। ਗੁਰੂ ਅਰਜਨ ਸਾਹਿਬ ਨੇ ਸੰਪਾਦ ਵੇਲੇ ਲਿਖਿਆ, ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ, ਰਾਗ ਆਦਿਕ ਅੱਗੇ ਲਿਖਿਆ ਹੋਇਆ ਮਿਲ ਜਾਂਦਾ ਹੈ।
ਪਰ ਇੱਥੇ ਜਾਪ ਦੇ ਵਿੱਚ ਪਹਿਲੀ ਗੱਲ ਤਾਂ ਪਾਤਸ਼ਾਹੀ ਦਸਵੀਂ ਨਹੀਂ ਹੈ ਕਿਤੇ ਵੀ। ਜਿਹੜੀਆਂ ਪੁਰਾਤਨ ਬੀੜਾਂ ਨੇ ਉਹਦੇ ਵਿੱਚ ਪਾਤਸ਼ਾਹੀ ਦਸਵੀਂ ਦਾ ਨਾਮੋ ਨਿਸ਼ਾਨ ਨਹੀਂ ਹੈ। ਇਹ 1896 ਦੇ ਵਿੱਚ ਜਿਹੜੀ ਸੋਧਕ ਕਮੇਟੀ ਆਪਣੇ ਆਪੇ ਬਣੀ ਹੋਈ ਸਿੱਖ ਵਿਰੋਧੀ ਕਮੇਟੀ, ਉਹਨਾਂ ਨੇ ਆਪਣੀ ਮਰਜ਼ੀ ਦੀਆਂ ਕੋਈ ਬੀੜਾਂ ਚੁਣ ਕੇ ਆਪੇ ਵਾਧੇ ਘਾਟੇ ਕਰਕੇ ਪਹਿਲੀ ਵਾਰੀ ਭਾਈ ਜਵਾਹਰ ਸਿੰਘ ਕਿਰਪਾਲ ਸਿੰਘ ਤੋਂ 1901 ਦੇ ਵਿੱਚ ਦਸਮ ਗ੍ਰੰਥ ਨਾਮ ਧਰ ਕੇ ਛਪਵਾਈ ਗਈ ਹੈ। ਉਦੋਂ ਪਹਿਲਾਂ ਇਹਦਾ ਨਾਮ ਦਸਮ ਗ੍ਰੰਥ ਨਹੀਂ ਸੀ, ਬਚਿੱਤਰ ਨਾਟਕ ਸੀ। ਅਤੇ ਦਸਮ ਗ੍ਰੰਥ ਨਾਮ ਤਾਂ ਰੱਖਿਆ ਇਹਨਾਂ ਨੇ ਹੌਲੀ ਹੌਲੀ ਸਮਾਂ ਪਾ ਕੇ ਦਸਵੇਂ ਪਾਤਸ਼ਾਹ ਨਾਲ ਜੋੜ ਕੇ ਇਹਨੂੰ ਦਸਵੇਂ ਪਾਤਸ਼ਾਹ ਦੀ ਬਾਣੀ ਸਿੱਧ ਕਰਨਾ ਸੀ। ਇੱਕ ਤਾਂ ਇਹ ਕਿ 1901 ਦੇ ਵਿੱਚ ਜਿਹੜੀ ਬੀੜਾਂ ਚੱਲ ਰਹੀਆਂ ਨੇ ਇਹ 1901 ਦੇ ਵਿੱਚ ਪਹਿਲੀ ਵਾਰੀ ਛਪੀਆਂ ਨੇ। ਉਦੋਂ ਪਹਿਲਾਂ ਇਹਨਾਂ ਦੀ ਹੋਂਦ ਇਸ ਹਿਸਾਬ ਨਾਲ ਨਹੀਂ ਸੀ, ਖਿਲਰੀਆਂ ਹੋਈਆਂ ਸੀ ਅੱਡੋ ਅੱਡ ਰਚਨਾਵਾਂ। ਅਤੇ ਫਿਰ ਅੱਜ ਤੱਕ ਜਿਹੜੀ ਮੇਰੇ ਕੋਲੇ ਮੌਜੂਦ ਬੀੜਾਂ ਨੇ ਭਾਈ ਚਤਰ ਸਿੰਘ, ਜੀਵਨ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਛਾਪੀਆਂ ਹੋਈਆਂ ਨੇ। ਇਹਦੇ ਵਿੱਚ ਸੋਧਕਰਤਾ ਦਾ ਕਿਤੇ ਨਾਮ ਨਹੀਂ ਤੁਹਾਨੂੰ ਲੱਭੇਗਾ ਕਿ ਇਹਨੇ ਇਸ ਰੂਪ ਦੇ ਵਿੱਚ ਇਹ ਦਸਮ ਗ੍ਰੰਥ ਦੀ ਬੀੜ ਨੂੰ ਕਿਹਨੇ ਲੈ ਕੇ ਆਂਦਾ। ਅਤੇ ਉਹਨਾਂ ਦੇ ਨੇੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਚਤਰ ਸਿੰਘ, ਜੀਵਨ ਸਿੰਘ ਹੋਰਾਂ ਦੀ ਦੁਕਾਨ ਦੇ ਨੇੜੇ ਹੀ ਰਹਿੰਦੇ ਨੇ। ਅੱਜ ਤੱਕ ਕਦੀ ਕਿਸੇ ਨੇ ਉਹਨਾਂ ਨੂੰ ਜਾ ਕੇ ਨਹੀਂ ਪੁੱਛਿਆ ਕਿ ਤੁਸੀਂ ਕਿਸੇ ਦੀ ਜ਼ਿੰਮੇਵਾਰੀ ਤੋਂ ਬਿਨਾਂ ਇਹਦੇ ਸੋਧਕ ਜਾਂ ਅਰਥ ਕਰਨ ਵਾਲਾ ਕੌਣ ਹੈ, ਇਸ ਬੀੜ ਦਾ ਜਿਹੜੀ ਤੁਸੀਂ ਦਸਮ ਗ੍ਰੰਥ ਦੇ ਨਾਮ ਥੱਲੇ ਛਾਪੀ ਹੈ ਉਹਦਾ ਨਾਮ ਉੱਤੇ ਕਿਉਂ ਨਹੀਂ ਪਾਇਆ। ਕਾਨੂੰਨੀ ਕਾਰਵਾਈ ਕੋਈ ਨਹੀਂ ਕੀਤੀ ਗਈ ਅੱਜ ਤੱਕ। ਅਤੇ ਫਿਰ ਇਸੇ ਤਰ੍ਹਾਂ ਅਕਾਲ ਤਖਤ ਦਾ ਜਥੇਦਾਰ, ਬਾਕੀ ਤਖਤਾਂ ਦੇ ਜਥੇਦਾਰ ਉੱਥੇ ਬੜੀਆਂ ਬੜੀਆਂ ਫੜਾਂ ਮਾਰਦੇ ਨੇ, ਡੀਂਗਾਂ ਮਾਰਦੇ ਨੇ ਕਿ ਪੰਥ ਨੂੰ ਆਹ ਖਤਰਾ ਪੈ ਗਿਆ, ਫਲਾਣੇ ਨੇ ਪੰਥ ਦਾ ਆਹ ਨੁਕਸਾਨ ਕਰਤਾ, ਨਹੀਂ ਅਸੀਂ ਉਹਨੂੰ ਪੰਥ 'ਚੋਂ ਛੇਕਾਂਗੇ। ਆਹ ਜਿਹੜੀ ਸਿਰੇ ਦੀ ਨੀਚ ਰਚਨਾ ਹੈ ਦਸਮ ਗ੍ਰੰਥ, ਇਹ ਸਾਡੇ ਸਿਰ ਦੇ ਵਿੱਚ ਪਾ ਦਿੱਤੀ, ਮੱਥੇ ਮੜ ਦਿੱਤੀ ਇਹਨਾਂ ਦੁਕਾਨਦਾਰਾਂ ਵੱਲੋਂ। ਅਤੇ ਜਥੇਦਾਰ ਕੋਲੇ ਚੈਨ ਦੀ ਬੰਸਰੀ ਵਜਾਰੇ ਨੇ, ਕਦੇ ਆਪਣੀ ਜ਼ਬਾਨ ਨਹੀਂ ਖੋਲ੍ਹਦੇ ਕਿ ਸਾਨੂੰ ਪੁੱਛੇ ਤੋਂ ਬਿਨਾਂ ਤੁਸੀਂ ਇਹ ਬੀੜਾਂ ਆਪੀ ਕਿਉਂ ਛਾਪੀਆਂ। ਖੈਰ ਇਹ ਤਾਂ ਉਹ ਹੋਈ ਗੱਲ। ਪਰ ਮੈਂ ਤੁਹਾਨੂੰ ਅਗਲੀ ਗੱਲ ਦੱਸਾਂ ਕਿ ਇਹਦੇ ਵਿੱਚ ਜਿਹੜਾ ਜਾਪ ਸਾਹਿਬ ਹੈ ਇਹਦੇ ਵਿੱਚ ਕਿਤੇ ਵੀ ਕੋਈ ਉਪਦੇਸ਼ ਨਹੀਂ ਹੈ। ਜਿਵੇਂ ਗੁਰਬਾਣੀ ਚਾਹੁੰਦਾ ਕਿ ਭਾਈ ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਭਾਈ ਜਾਤ ਪਾਤ ਨਹੀਂ ਮੰਨੀ ਦੀ, ਚੋਰੀ ਨਹੀਂ ਕਰੀ ਦੀ, ਲਾਲਚ ਨਹੀਂ ਕਰੀਦਾ, ਧੋਖਾ ਫਰੇਬ ਠੱਗੀ ਨਹੀਂ ਕਰੀ ਦੀ। ਅਤੇ ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਨੂੰ ਸਦਾ ਯਾਦ ਰੱਖੀਦਾ ਹੈ, ਚੰਗੇ ਇਨਸਾਨ ਬਣੀਦਾ, ਬਹਾਦਰ ਬਣੀਦਾ। ਇਹ ਬੇਅੰਤ ਉਪਦੇਸ਼ ਨੇ ਗੁਰਬਾਣੀ ਦੇ ਵਿੱਚ। ਪਰ ਤੁਹਾਨੂੰ ਸਾਰੇ ਜਾਪ ਸਾਹਿਬ ਦੇ ਵਿੱਚ ਇੱਕ ਵੀ ਉਪਦੇਸ਼ ਨਹੀਂ ਮਿਲੇਗਾ। ਬਿਨਾਂ ਉਪਦੇਸ਼ਾਂ ਤੋਂ ਇਹ ਬਾਣੀ ਕਿਵੇਂ ਹੋਊਗੀ? ਇੱਕ ਗੱਲ। ਦੂਜੀ, ਜਿਵੇਂ ਗੁਰਬਾਣੀ ਦੇ ਵਿੱਚ ਨਾਨਕ ਨਾਮ ਕਵੀ ਛਾਪ ਦੇ ਤੌਰ 'ਤੇ ਆਉਂਦਾ ਅਤੇ ਇਹਦੇ ਵਿੱਚ ਵਿਖਾਓ ਨਾਨਕ ਨਾਮ ਕਿੱਥੇ ਆਉਂਦਾ ਹੈ। ਦਸਵੇਂ ਪਾਤਸ਼ਾਹ ਗੁਰੂ ਨਾਨਕ ਦੀ 10ਵੀਂ ਥਾਂ 'ਤੇ ਗੁਰਗੱਦੀ ਦੇ ਉੱਤੇ ਬਿਰਾਜਮਾਨ ਸਨ। ਉਹਨਾਂ ਨੂੰ ਸਾਰੇ ਆਪਾਂ ਮਹਾਨ ਮੰਨਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਨੂੰ। ਉਹਨਾਂ ਨੂੰ ਨਾਨਕ ਨਾਮ ਲਿਖਣ ਲੱਗੇ ਕਿਉਂ ਮੁਸ਼ਕਲ ਆਈ? ਕੀ ਉਹ ਨਾਨਕ ਜੋਤ ਦੇ ਗੱਦੀਦਾਰ ਨਹੀਂ ਸਨ? ਉਹਦੇ ਵਾਰਸ ਨਹੀਂ ਸਨ? ਸਾਡੇ ਸਤਿਕਾਰਯੋਗ ਗੁਰੂ ਪਿਤਾ ਨਹੀਂ ਸਨ? ਅਤੇ ਫਿਰ ਉਹਨਾਂ ਨੇ ਇਸ ਜਾਪ ਸਾਹਿਬ ਦੇ ਵਿੱਚ ਨਾਨਕ ਨਾਮ ਕਵੀ ਛਾਪ ਦੇ ਤੌਰ 'ਤੇ ਇਹਦੀ ਵਰਤੋਂ ਕਿਉਂ ਨਹੀਂ ਕੀਤੀ? ਪਾਤਸ਼ਾਹੀ 10ਵੀਂ ਦੀ ਥਾਂ 'ਤੇ ਮਹੱਲਾ 10ਵਾਂ ਉਹਨਾਂ ਨੇ ਕਿਉਂ ਨਹੀਂ ਲਿਖਿਆ? ਕਿਉਂਕਿ ਪਹਿਲੀਆਂ ਪਾਤਸ਼ਾਹੀਆਂ ਸਾਰੀਆਂ ਮਹੱਲਾ ਪਹਿਲਾ, ਦੂਜਾ, ਤੀਜਾ ਲਿਖਦੇ ਆਏ ਨੇ। ਇੱਥੇ ਮਹੱਲਾ 10ਵਾਂ ਗੁਰੂ ਗੋਬਿੰਦ ਸਿੰਘ ਨੂੰ ਲਿਖਣਾ ਬਣਦਾ ਸੀ। ਅਤੇ ਇਹਦੇ ਵਿੱਚ ਅਜਿਹੀਆਂ ਚੀਜ਼ਾਂ ਨੇ ਕਿ ਬੰਦਾ ਹੈਰਾਨ ਹੋ ਜਾਂਦਾ ਹੈ। ਤਾਂ ਜਿਹੜੀਆਂ ਇਹ ਚੀਜ਼ਾਂ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਿਆ ਸ਼ਿਵ ਪੁਰਾਣ ਦੇ ਵਿੱਚ ਹੋਰ ਢੰਗ ਨਾਲ ਨੇ, ਇੱਥੇ ਥੋੜ੍ਹੇ ਜਿਹੇ ਫਰਕ ਨਾਲ ਲੈ ਆਂਦੀਆਂ। ਉੱਥੇ ਆਉਂਦਾ ਓਮ ਸ਼੍ਰੀ ਅਗਨੀਏ ਨਵਾਏ, ਓਮ ਸ਼੍ਰੀ ਚੰਦਰੇ ਨਵਾਏ, ਓਮ ਸ਼੍ਰੀ ਸੂਰਜੇ ਨਵਾਏ। ਉੱਥੇ ਜਿਹੜਾ ਸ਼ਿਵ ਪੁਰਾਣ ਦੇ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਵਰਤੀ ਹੋਈ ਹੈ। ਇੱਥੇ ਜਾਪ ਸਾਹਿਬ ਦੇ ਵਿੱਚ ਨਮੋ ਚੰਦਰ ਚੰਦਰੇ, ਨਮੋ ਸੂਰ ਸੂਰਜੇ, ਇੱਥੇ ਇਸ ਤਰ੍ਹਾਂ ਦੀ ਭਾਸ਼ਾ ਆ ਗਈ ਹੈ। ਉਸੇ 'ਚੋਂ ਸ਼ਿਵ ਪੁਰਾਣ ਦੇ ਵਿੱਚੋਂ ਆਇਆ ਹੋਇਆ। ਮੈਂ ਕਿੰਨੇ ਲੋਕਾਂ ਨੂੰ ਸ਼ਿਵ ਪੁਰਾਣ ਖਰੀਦ ਕੇ ਗੀਤਾ ਪ੍ਰੈਸ ਗੋਰਖਪੁਰ ਵਾਲਿਆਂ ਤੋਂ ਸੈਂਕੜੇ ਲੋਕਾਂ ਨੂੰ ਭੇਜ ਚੁੱਕਿਆ ਅਤੇ ਇਹਦੇ ਛੋਟੇ ਛੋਟੇ ਗੁਟਕੇ ਵੀ ਮਿਲ ਜਾਂਦੇ ਨੇ। ਸ਼ਿਵ ਸੰਸਰਨਾਮਾ ਇਹ ਕਰਕੇ ਗੁਟਕੇ ਅੱਗੇ ਤਾਂ 17 ਸੈਕਟਰ ਚੰਡੀਗੜ੍ਹ ਤੋਂ ਬੱਸ ਅੱਡੇ ਦੇ ਨੇੜੇ ਛੋਟੀਆਂ ਛੋਟੀਆਂ ਦੁਕਾਨਾਂ ਸੀ ਬਣੀਆਂ ਹੋਈਆਂ, ਉੱਥੋਂ ਵੀ ਇਹ ਗੁਟਕੇ ਅਤੇ ਵੱਡੀਆਂ ਪੋਥੀਆਂ ਮਿਲ ਜਾਂਦੀਆਂ ਸੀ। ਹੁਣ ਵੀ ਕਿਤੋਂ ਨਾ ਕਿਤੋਂ ਇਹ ਦੁਕਾਨਾਂ ਤੋਂ ਮਿਲ ਜਾਣਗੀਆਂ। ਤੁਸੀਂ ਸ਼ਿਵ ਪੁਰਾਣ ਗੀਤਾ ਪ੍ਰੈਸ ਗੋਰਖਪੁਰ ਵੱਲੋਂ ਛਪਿਆ ਹੋਇਆ ਖਰੀਦ ਕੇ ਆਪਣੇ ਕੋਲੇ ਰੱਖ ਲਿਓ, ਜਾਂ ਛੋਟਾ ਗੁਟਕਾ ਜਿਹੜਾ ਕਿ 5-6 ਰੁਪਈਆਂ ਦਾ ਆ ਜਾਂਦਾ ਹੈ। ਜਾਪ ਸਾਹਿਬ ਵਰਗੀ ਰਚਨਾ ਜਿਹੜੀ ਉਹਦੇ ਵਿੱਚ
ਸੰਸਕ੍ਰਿਤ ਦੇ ਵਿੱਚ ਮੌਜੂਦ ਹੈ, ਉਹ ਤੁਸੀਂ ਲੈ ਕੇ ਪੜ੍ਹ ਵੇਖ ਸਕਦੇ ਹੋ ਅਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ, ਕਿਸੇ ਪੁਰਾਤਨ ਕਵੀ ਦੀ ਰਾਮ ਹੈ ਜਾਂ ਸ਼ਾਮ ਹੈ ਜਾਂ ਕੁਝ ਹੋਰ ਹੈ, ਉਹਨਾਂ ਦੀਆਂ ਇਹ ਰਚਨਾਵਾਂ ਨੇ। ਇਹਦੇ ਨਾਲ ਗੁਰੂ ਘਰ ਦਾ ਕੋਈ ਵੀ ਸੰਬੰਧ ਨਹੀਂ ਹੈ। ਅਸੀਂ ਗੁਰਬਾਣੀ ਵੱਧ ਤੋਂ ਵੱਧ ਪੜ੍ਹੀਏ, ਇਹਨੂੰ ਸਮਝੀਏ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ। ਸਵਾਲ ਨੰਬਰ 158 ਭਾਈ ਹਰਪ੍ਰੀਤ ਸਿੰਘ ਇੰਡੀਆਣਾ USA ਤੋਂ। ਇਹਨਾਂ ਦਾ ਸਵਾਲ ਹੈ, ਰੱਬ ਦੀ ਮਾਰ ਕੀ ਹੈ? ਕੀ ਇਹ ਲਾਚਾਰ ਲੋਕਾਂ ਵੱਲੋਂ ਆਪਣੇ ਆਪ ਨੂੰ ਤਸੱਲੀ ਦੇਣ ਵਾਲੀ ਗੱਲ ਤਾਂ ਨਹੀਂ ਹੈ? ਗੁਰੂ ਪਿਆਰ ਵਾਲਿਓ, ਇੱਕ ਪਾਸੇ ਤਾਂ ਰੱਬ ਨੂੰ ਸ੍ਰਿਸ਼ਟੀ ਦਾ ਰਚੇਤਾ, ਸਾਰੇ ਜੀਵਾਂ ਨੂੰ ਪਿਆਰ ਕਰਨ ਵਾਲਾ ਅਤੇ ਸਾਡਾ ਮਾਤਾ ਪਿਤਾ ਵੀ ਆਖੀ ਜਾਣਾ, ਅਤੇ ਦੂਜੇ ਪਾਸੇ ਉਹ ਸਾਨੂੰ ਮਾਰਨ ਵਾਲਾ ਵੀ ਹੈ, ਤਬਾਹੀ ਮਚਾਉਣ ਵਾਲਾ ਵੀ ਹੈ, ਉਹ ਜੰਗ ਲਾਉਣ ਵਾਲਾ ਵੀ ਹੈ, ਉਹ ਭੁਚਾਲ ਲਿਆਉਣ ਵਾਲਾ ਵੀ ਹੈ, ਉਹ ਬਿਮਾਰੀਆਂ ਫੈਲਾਉਣ ਵਾਲਾ ਵੀ ਹੈ। ਇਹੋ ਜਿਹਾ ਬਹੁਤ ਕਠੋਰ ਸੁਭਾਅ ਵਾਲਾ ਵੀ ਰੱਬ ਨੂੰ ਪੇਸ਼ ਕਰ ਦਿੱਤਾ ਗਿਆ। ਅਸਲ ਗੱਲ ਇਹ ਹੈ ਕਿ ਰੱਬ ਸਰੀਰਧਾਰੀ ਨਹੀਂ ਹੈ, ਅਤੇ ਜਿਹੜਾ ਬੰਦਾ ਸਰੀਰਧਾਰੀ ਹੁੰਦਾ ਹੈ, ਭਾਵੇਂ ਉਹ ਕੋਈ ਵੀ ਹੋਵੇ, ਉਹਦੇ ਦਿਮਾਗ, ਉਹਦਾ ਸੋਚਣਾ ਸਮਝਣਾ, ਉਹਦੇ ਕੋਲੇ ਫਰਿਆਦ ਕਰਨੀ, ਉਸ ਨੂੰ ਗੁੱਸਾ ਆਉਣਾ ਜਾਂ ਖੁਸ਼ੀ ਪ੍ਰਗਟ ਕਰਨੀ, ਇਹ ਸਾਰਾ ਕੁਝ ਸਰੀਰਧਾਰੀ ਇਨਸਾਨਾਂ ਨਾਲ ਤਾਂ ਸੰਭਵ ਹੈ ਵਰਤੋਂ ਵਿਹਾਰ ਕਰਨਾ। ਪਰ ਰੱਬ ਜਦੋਂ ਸਰੀਰਧਾਰੀ ਹੀ ਨਹੀਂ ਹੈ, ਉਹ ਕੁਦਰਤ ਦੇ ਵਿੱਚ ਹੀ ਰਮਿਆ ਹੋਇਆ ਹੈ, ਤਾਂ ਫਿਰ ਉਹਨੂੰ ਅਸੀਂ ਕਹਿਰ ਵਰਤਾਉਣ ਵਾਲਾ, ਜ਼ੁਲਮ ਢਾਉਣ ਵਾਲਾ, ਜੰਗ ਲਗਵਾਉਣ ਵਾਲਾ ਕਿਵੇਂ ਚਿਤਵ ਲਈਏ? ਅਸਲ ਦੇ ਵਿੱਚ ਪੁਰਾਣੇ ਸਮਿਆਂ 'ਚ ਵਿੱਦਿਅਕ ਯੋਗਤਾ ਬਹੁਤ ਘੱਟ ਸੀ, ਹਾਲੇ ਲੋਕਾਂ ਦਾ ਮਾਨਸਿਕ ਵਿਕਾਸ ਨਹੀਂ ਹੋਇਆ ਸੀ। ਇਸ ਮਾਨਸਿਕ ਵਿਕਾਸ ਦੀ ਵਿੱਦਿਆ ਦੀ ਘਾਟ ਦੇ ਕਾਰਨ ਜਦੋਂ ਕੋਈ ਪਿੰਡਾਂ ਦੇ ਅਖੌਤੀ ਸਿਆਣੇ ਪੁਰਖਾਂ ਨੂੰ ਪੁੱਛਦਾ ਸੀ ਕਿ ਪੰਡਿਤ ਜੀ, ਬਾਬਾ ਜੀ, ਆਹ ਸਾਰਾ ਕੁਛ ਤੂਫਾਨ, ਹਨੇਰੀ, ਝੱਖੜ, ਮੀਂਹ ਜਾਂ ਗੜੇ ਵਗੈਰਾ ਪੈ ਰਹੇ ਨੇ, ਇੰਨੀ ਬਿਮਾਰੀਆਂ ਪੈ ਕੇ ਸਾਡੀ ਮਾਰ ਹੋ ਰਹੀ ਹੈ, ਇਹ ਕਿਉਂ ਹੋ ਰਹੀ ਹੈ? ਤਾਂ ਆਮ ਤੌਰ 'ਤੇ ਜੇ ਉਹ ਇਹ ਕਹਿ ਦਿੰਦਾ ਕਿ ਮੈਨੂੰ ਪਤਾ ਨਹੀਂ ਹੈ, ਤਾਂ ਉਹਦੀ ਸਿਆਣਪ ਹੈ ਜਿਹੜੀ ਉਹ ਖੂਹ ਖਾਤੇ ਪੈਣੀ ਸੀ, ਲੋਕਾਂ ਨੇ ਉਹਨੂੰ ਸਿਆਣਾ ਨਹੀਂ ਸੀ ਮੰਨਣਾ। ਉਹਨੇ ਆਪਣੇ ਆਪ ਨੂੰ ਸਿਆਣਾ ਬਣਾਈ ਰੱਖਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਝੂਠ ਘੜੇ ਹੋਏ ਸੀ। ਉਹ ਲੋਕਾਂ ਨੂੰ ਤਸੱਲੀ ਦੇਣ ਵਾਸਤੇ ਅਤੇ ਇਹ ਆਮ ਕਹਿ ਦਿੰਦਾ ਸੀ ਕਿ ਭਾਈ ਇਹ ਤਾਂ ਧਰਤੀ ਦੇ ਉੱਤੇ ਬਹੁਤ ਸਾਰੇ ਪਾਪ ਫੈਲ ਗਏ ਨੇ, ਉਹਨਾਂ ਪਾਪਾਂ ਨੂੰ ਖਤਮ ਕਰਨ ਵਾਸਤੇ, ਜਿਹੜੇ ਪਾਪੀਆਂ ਨੂੰ ਸਜ਼ਾ ਦੇਣ ਵਾਸਤੇ ਇਹ ਰੱਬ ਦਾ ਕਹਿਰ ਵਾਪਰਿਆ ਹੋਇਆ ਹੈ। ਅਤੇ ਇਸ ਤਰ੍ਹਾਂ ਇਹ ਰੱਬ ਦੀ ਮਾਰ ਕਹਿ ਕੇ ਆਪਣੇ ਆਪ ਨੂੰ ਤਸੱਲੀ ਦੇ ਲੈਣ ਵਾਲੀ ਗੱਲ ਸੀ। ਉਦੋਂ ਪਰਖ ਦੇ ਕੋਈ ਸਾਧਨ ਨਹੀਂ ਸੀ। ਬਿਮਾਰੀ ਕਿਉਂ ਲੱਗੀ ਹੈ, ਜੰਗ ਕਿਉਂ ਛਿੜਿਆ, ਭੁਚਾਲ ਕਿਉਂ ਆਉਂਦੇ ਨੇ, ਇਸ ਵੱਡੇ ਲੈਵਲ ਦੀ ਸੋਚ ਮਨੁੱਖ ਦੀ ਅਜੇ ਵਿਕਸਿਤ ਨਹੀਂ ਹੋਈ ਸੀ। ਜਦੋਂ ਇਹ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਪ੍ਰਚਲਿਤ ਹੋ ਗਈਆਂ, ਤਰ੍ਹਾਂ ਤਰ੍ਹਾਂ ਦੇ ਦੇਵੀ ਦੇਵਤੇ ਪ੍ਰਗਟ ਹੋ ਗਏ, ਬਹੁਤ ਕਿਸਮ ਦੇ ਰੱਬ ਪੈਦਾ ਹੋ ਗਏ ਧਰਤੀ ਦੇ ਉੱਤੇ, ਇਹ ਸਾਰਾ ਕੁਝ ਉਦੋਂ ਦਾ ਫੈਲਿਆ ਹੋਇਆ ਫੈਲਾਅ ਹੈ ਜਦੋਂ ਹਾਲੇ ਬੰਦਾ ਮਾਨਸਿਕ ਵਿਕਾਸ ਦੇ ਸ਼ੁਰੂਆਤੀ ਦੌਰ ਦੇ ਵਿੱਚੋਂ ਦੀ ਲੰਘ ਰਿਹਾ ਸੀ। ਅਤੇ ਲੋਕਾਂ ਨੂੰ ਤਸੱਲੀ ਦੇਣ ਵਾਸਤੇ ਕਿ ਧਰਤੀ ਦੇ ਉੱਤੇ ਬਹੁਤ ਪਾਪ ਹੋ ਰਹੇ ਨੇ, ਇਸ ਕਰਕੇ ਪਾਪਾਂ ਦਾ ਅਤੇ ਪਾਪੀਆਂ ਦਾ ਖਾਤਮਾ ਕਰਨ ਵਾਸਤੇ ਰੱਬ ਨੇ ਇਸ ਤਰ੍ਹਾਂ ਦਾ ਕਹਿਰ ਢਾਹਿਆ ਹੈ। ਹੁਣ ਇੱਕ ਤਾਂ ਅੱਜ ਵਾਂਗੂ ਪੁਲਿਸ ਦਾ ਪਹਿਰਾ ਜਾਂ ਅੱਜ ਵਰਗੀ ਫੌਜ, ਅੱਜ ਵਰਗੇ ਆਵਾਜਾਈ ਦੇ ਸਾਧਨ, ਅੱਜ ਵਰਗਾ ਇਹ ਨੈੱਟ ਸਿਸਟਮ ਉਦੋਂ ਕੁਝ ਵੀ ਨਹੀਂ ਸੀ। ਅਤੇ ਕਿਸੇ ਵੀ ਮਾਰਾਮਾਰੀ ਨੂੰ, ਕਿਸੇ ਵੀ ਮੁਸੀਬਤ ਨੂੰ ਰੋਕਿਆ ਜਾਣਾ ਹਾਲੇ ਸੰਭਵ ਨਹੀਂ ਸੀ। ਤਾਂ ਫਿਰ ਲੋਕਾਂ ਨੂੰ ਤਸੱਲੀ ਦੇਣ ਵਾਸਤੇ ਇੱਕ ਤਾਂ ਕਹਿ ਦਿੱਤਾ ਜਾਂਦਾ ਸੀ ਕਿ ਰੱਬ ਦੀ ਮਾਰ ਹੈ, ਦੂਜਾ ਡਰਾਵਾ ਦੇਣ ਵਾਸਤੇ ਕਿ ਧਰਤੀ ਦੇ ਉੱਤੇ ਜਿਹੜੇ ਜ਼ੁਲਮ ਨੇ, ਪਾਪ ਨੇ, ਧੋਖੇ ਨੇ, ਫਰੇਬ ਨੇ, ਜੰਗ ਨੇ, ਇਹਨਾਂ ਤੋਂ ਡਰਾ ਕੇ ਕਿਸੇ ਤਰੀਕੇ ਲੋਕਾਂ ਨੂੰ ਰੋਕਿਆ ਜਾਵੇ। ਅਤੇ ਹੋਰ ਤਾਂ ਕੋਈ ਤਰੀਕਾ ਨਹੀਂ ਰੋਕਣ ਦਾ। ਇਹ ਡਰਾਵਾ ਦੇ ਕੇ ਕਿ ਨਹੀਂ ਤਾਂ ਰੱਬ ਦੀ ਮਾਰ ਪਵੇਗੀ, ਤਾਂ ਇਹ ਇੱਕ ਤਰੀਕਾ ਸੀ ਜਿਹੜੇ ਉਦੋਂ ਦੇ ਆਪਣੇ ਆਪ ਨੂੰ ਸਿਆਣੇ ਇਨਸਾਨ ਸਮਝਦੇ ਸੀ। ਹੋਰ ਕੋਈ ਉਦੋਂ ਚਾਰਾ ਹੈ ਨਹੀਂ ਸੀ। ਤੋ ਇਹ ਰੱਬ ਦੀ ਮਾਰ ਅੱਜ ਨਹੀਂ ਹੈ। ਅੱਜ ਵਿਗਿਆਨੀਆਂ ਨੇ ਸਾਰੀਆਂ ਗੱਲਾਂ ਦੀ ਪਰਖ ਪੜਚੋਲ ਕਰ ਲਈ ਹੈ ਕਿ ਕਿਹੜੀ ਘਟਨਾ ਕਿਵੇਂ ਵਾਪਰਦੀ ਹੈ, ਮੀਂਹ ਕਿਉਂ ਆਉਂਦਾ ਹੈ, ਗੜੇ ਕਿਉਂ ਪੈਂਦੇ ਨੇ, ਹਨੇਰੀ ਕਿਉਂ ਚੱਲਦੀ ਹੈ, ਬਿਮਾਰੀਆਂ ਕਿਉਂ ਫੈਲਦੀਆਂ ਨੇ। ਇਹ ਸਾਰਾ ਕੁਝ ਵਿਗਿਆਨੀਆਂ ਨੇ ਬਹੁਤ ਕੁਝ ਤਾਂ ਖੋਜ ਕਰ ਲਿਆ ਅਤੇ ਬਾਕੀ ਖੋਜਾਂ ਜਾਰੀ ਨੇ। ਅਤੇ ਜੇ ਕਿਤੇ ਦੁਨੀਆ ਦੇ ਵੱਡੀਆਂ ਤਾਕਤਾਂ ਦੀ ਆਪਸ ਦੇ ਵਿੱਚ ਵੱਡੀ ਜੰਗ ਨਾ ਲੱਗੀ, ਕਿਉਂਕਿ ਜੰਗ ਲੱਗਣ ਦੇ ਚਾਂਸ ਵੀ ਸਦਾ ਕਾਇਮ ਨੇ। ਇੱਕ ਰਾਸ਼ਟਰਪਤੀ, ਇੱਕ ਦੇਸ਼ ਦਾ ਜੰਗੀ ਜਰਨੈਲ
ਜਰਾ ਕੁ ਗਲਤੀ ਕਰ ਜਾਵੇ, ਗਲਤ ਫੈਸਲਾ ਲੈ ਲਵੇ ਤਾਂ ਦੁਨੀਆ ਤਬਾਹ ਹੋ ਸਕਦੀ ਆ। ਅੱਜ ਏਡੇ ਵੱਡੇ ਮਾਰੂ ਹਥਿਆਰ, ਐਟਮ ਬੰਬ ਵਗੈਰਾ ਬਣ ਚੁੱਕੇ ਨੇ। ਉਹ ਇੱਕ ਵਾਰੀ ਬਟਨ ਦੱਬਣ ਦੀ ਦੇਰ ਹੈ। ਇੱਕ ਧਿਰ ਨੇ ਬਟਨ ਦੱਬਿਆ, ਦੂਜੇ ਦੇਸ਼ਾਂ 'ਤੇ ਬੰਬ ਜਾ ਡਿੱਗਣੇ ਨੇ, ਉੱਧਰਲਿਆਂ ਨੇ ਬਟਨ ਦੱਬਿਆ, ਦੂਜਿਆਂ 'ਤੇ ਜਾ ਡਿੱਗਣੇ ਨੇ। ਇਸ ਤਰ੍ਹਾਂ ਧਰਤੀ ਦੇ ਉੱਤੇ ਵਸੋਂ ਕੁਝ ਹੀ ਮਿੰਟਾਂ 'ਚ, ਕੁਝ ਹੀ ਘੰਟਿਆਂ 'ਚ ਤਬਾਹ ਹੋ ਸਕਦੀ ਹੈ ਅਤੇ ਮੁੜ ਕੇ ਇਸ ਵਸੋਂ ਨੂੰ ਪੈਦਾ ਹੋਣ ਵਾਸਤੇ ਪਤਾ ਨਹੀਂ ਕਿੰਨੇ ਹਜ਼ਾਰ ਸਾਲ ਜਾਂ ਲੱਖਾਂ ਸਾਲ ਦੁਬਾਰਾ ਲੱਗਣਗੇ। ਇਹ ਕੁਦਰਤ ਦੇ ਵਰਤਾਰੇ ਨੇ, ਨਿਯਮ ਨੇ। ਜੇ ਮਨੁੱਖ ਇਹਨਾਂ ਨੂੰ ਸਮਝ ਕੇ ਠੀਕ ਢੰਗ ਨਾਲ ਰਹਿਣਾ, ਵਰਤਣਾ, ਅਮਨ ਅਮਾਨ ਨਾਲ ਦੂਜੇ ਨਾਲ ਵਿਹਾਰ ਕਰਨਾ ਇਹ ਸਿੱਖ ਲਵੇ ਤਾਂ ਬਹੁਤ ਕੁਝ ਭਲੇ ਢੰਗ ਨਾਲ ਇਨਸਾਨੀਅਤ ਦੇ ਹੱਕ ਵਿੱਚ ਹੋ ਸਕਦਾ ਹੈ ਅਤੇ ਦੁਨੀਆ ਪਿਆਰ ਮੁਹੱਬਤ ਨਾਲ ਇੱਥੇ ਰਹਿ ਸਕਦੀ ਹੈ। ਤੋ ਰੱਬ ਦੀ ਮਾਰ ਕੋਈ ਨਹੀਂ ਹੈ, ਇਹ ਕੇਵਲ ਕੁਦਰਤ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ। ਜਿੰਨਾ ਕੁ ਵਿਗਿਆਨੀ ਨੇ ਸਮਝ ਲਿਆ, ਆਮ ਲੋਕਾਂ ਨੂੰ ਸਮਝਾਉਣ ਦਾ ਉਪਰਾਲਾ ਕੀਤਾ। ਜਿਹੜਿਆਂ ਨੂੰ ਅਜੇ ਵੀ ਸਮਝ ਨਹੀਂ ਆਈ ਜਾਂ ਕਿਸੇ ਕਾਰਨ ਕਰਕੇ ਗਲਤੀ ਕਰ ਜਾਂਦੇ ਨੇ ਤਾਂ ਫਿਰ ਇੱਕ ਦੀ ਗਲਤੀ ਬਹੁਤ ਸਾਰੇ ਲੋਕਾਂ ਦੀ ਮਾਰ ਦਾ, ਮੁਸੀਬਤ ਦਾ ਕਾਰਨ ਵੀ ਬਣ ਜਾਂਦੀ ਹੈ। ਸਵਾਲ ਨੰਬਰ 159 ਭਾਈ ਹਰਜਿੰਦਰ ਸਿੰਘ ਫਿਰੋਜ਼ਪੁਰ ਤੋਂ। ਇਹਨਾਂ ਦਾ ਸਵਾਲ ਹੈ ਕਿ ਧਾਰਮਿਕ ਭਾਵਨਾਵਾਂ ਕੀ ਹੁੰਦੀਆਂ ਹਨ? ਇਹ ਮਿਡਲ ਕਲਾਸ ਵਿੱਚ ਹੀ ਜ਼ਿਆਦਾ ਕਿਉਂ ਭੜਕਦੀਆਂ ਹਨ? ਗੁਰੂ ਪਿਆਰ ਵਾਲਿਓ, ਸਾਡੇ ਲੋਕਾਂ ਦੇ ਮਨਾਂ ਵਿੱਚ ਪੁਜਾਰੀ ਤਬਕੇ ਨੇ ਅਤੇ ਚਾਲਬਾਜ਼ ਰਾਜਸੀ ਲੋਕਾਂ ਨੇ ਕੁਝ ਇਹੋ ਜਿਹੇ ਬੀਜ ਦਿੱਤੇ ਨੇ, ਸਾਡੀ ਸਮਝ ਤੋਂ ਬਹੁਤ ਕੁਝ ਪਰੇ ਰਹਿ ਜਾਂਦਾ ਹੈ। ਅਸੀਂ ਬਿਨਾਂ ਸੋਚੇ ਸਮਝੇ ਪੁਜਾਰੀ ਦੇ ਆਖੇ ਲੱਗ ਕੇ ਜਾਂ ਰਾਜਨੀਤਿਕ ਲੋਕਾਂ ਦੇ ਆਖੇ ਲੱਗ ਕੇ ਜਾਂ ਕੁਝ ਹੋਰ ਜਿਹੜੇ ਖੁਦਗਰਜ਼ ਇਨਸਾਨ ਹੁੰਦੇ ਨੇ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਬਹੁਤ ਕੁਝ ਅਜਿਹਾ ਕਰ ਜਾਂਦੇ ਆ ਜਿਹਦੇ ਨਾਲ ਪਛਤਾਉਣ ਤੋਂ ਸਿਵਾਏ ਬਾਕੀ ਹੱਥ ਪੱਲੇ ਕੁਝ ਵੀ ਨਹੀਂ ਰਹਿ ਜਾਂਦਾ। ਕਈ ਵਾਰੀ ਤਾਂ ਵੱਡੀਆਂ ਵੱਡੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ, ਬਹੁਤ ਮੌਤਾਂ ਹੋ ਜਾਂਦੀਆਂ ਨੇ, ਅੱਗਾਂ ਲੱਗ ਜਾਂਦੀਆਂ ਨੇ, ਪਰਿਵਾਰਾਂ ਦੀ ਪਾਟੋ ਧਾੜ ਹੋ ਜਾਂਦੀ ਹੈ, ਧਰਮਾਂ ਦੇ ਟਕਰਾਅ ਹੋ ਜਾਂਦੇ ਨੇ। ਕਈ ਵਾਰੀ ਤਾਂ ਇਹਨਾਂ ਕਾਰਨਾਂ ਕਰਕੇ ਦੇਸ਼ਾਂ ਦੀਆਂ ਆਪਸ ਦੇ ਵਿੱਚ ਜੰਗਾਂ ਵੀ ਲੱਗ ਜਾਂਦੀਆਂ ਨੇ। ਹੁਣ ਇਹ ਭਾਵਨਾ ਕੀ ਹੈ? ਕਿਸੇ ਬੰਦੇ ਨੂੰ ਬਾਰ-ਬਾਰ ਉਕਸਾ ਕੇ ਉਹਨੂੰ ਇਸ ਰਾਹ ਤੋਰ ਦੇਣਾ ਕਿ ਜੇ ਤੂੰ ਇਹ ਕੰਮ ਨਾ ਕੀਤਾ ਤੇਰੀ ਅਣਖ, ਤੇਰੀ ਗੈਰਤ ਫਿਰ ਮਰ ਗਈ ਸਮਝ ਲਓ। ਅਤੇ ਇਸੇ ਤਰ੍ਹਾਂ ਇੱਥੋਂ ਤੱਕ ਸਾਡੇ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਕਿਸੇ ਦੇ ਬੂਹੇ ਦੇ ਅੱਗੋਂ ਦੀ ਕੋਈ ਖੰਘੂਰਾ ਮਾਰ ਕੇ ਵੀ ਲੰਘ ਗਿਆ ਤਾਂ ਉਹਦੇ ਨਾਲ ਵੀ ਘਰ ਵਾਲਿਆਂ ਦੀਆਂ ਕਈ ਵਾਰੀ ਭਾਵਨਾਵਾਂ ਭੜਕ ਜਾਂਦੀਆਂ ਨੇ ਕਿ ਇਹ ਸਾਡੇ ਘਰ ਦੇ ਅੱਗੋਂ ਦੀ ਖੰਘ ਕੇ ਖੰਘੂਰਾ ਮਾਰ ਕੇ ਕਿਉਂ ਲੰਘਿਆ। ਤਾਂ ਇਸ ਤਰ੍ਹਾਂ ਕੋਈ ਹੋਰ ਉੱਚਾ ਨੀਵਾਂ ਜਰਾ ਕੁ ਬੋਲ ਦੇਣਾ ਉਹਦੇ ਨਾਲ ਵੱਡੀਆਂ ਲੜਾਈਆਂ ਛਿੜ ਜਾਂਦੀਆਂ ਨੇ ਅਤੇ ਮਾਮੂਲੀ ਗੱਲਾਂ ਦੇ ਕਾਰਨ ਭਾਵਨਾਵਾਂ ਭੜਕ ਜਾਂਦੀਆਂ ਨੇ। ਇੱਥੋਂ ਤੱਕ ਕੋਈ ਮੜੀ, ਕੋਈ ਕਬਰ ਅਤੇ ਹੋਰ ਕੋਈ ਅਜਿਹਾ ਧਾਰਮਿਕ ਰੁੱਖ, ਧਾਰਮਿਕ ਜਾਨਵਰ ਉਹਨੂੰ ਕੁਝ ਕਹਿ ਦਿੱਤਾ, ਕੋਈ ਨੁਕਸਾਨ ਪਹੁੰਚਾ ਦਿੱਤਾ ਤਾਂ ਦੂਜੀ ਧਿਰ ਜਿਹੜੀ ਉਹਨੂੰ ਮੱਥੇ ਟੇਕਦੀ ਹੈ, ਉਹਨੂੰ ਆਪਣਾ ਧਰਮ ਗੁਰੂ ਮੰਨੀ ਬੈਠੀ ਹੈ, ਉਹਨਾਂ ਦੀਆਂ ਭਾਵਨਾਵਾਂ ਇੱਕਦਮ ਭੜਕ ਜਾਂਦੀਆਂ ਨੇ। ਉਹ ਫਿਰ ਦੂਜੀ ਧਿਰ ਨੂੰ ਇਕੱਠੇ ਕਰਕੇ ਜੰਗ ਛੇੜਨ ਦਾ ਐਲਾਨ ਕਰਦੇ ਨੇ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹੁਣ ਇਸੇ ਤਰ੍ਹਾਂ ਜਿਵੇਂ ਇੱਕ ਬੰਦਾ ਹੈਪਨੋਟਾਈਜ਼ ਹੋ ਜਾਂਦਾ ਹੈ, ਉਸ ਤੋਂ ਉਹਦਾ ਹੈਪਨੋਟਾਈਜ਼ ਕਰਨ ਵਾਲਾ ਇਨਸਾਨ ਕੋਈ ਵੀ ਕੰਮ ਕਰਵਾ ਸਕਦਾ ਹੈ। ਜਿਹੜਾ ਵੀ ਉਹਨੂੰ ਹੁਕਮ ਦੇਵੇਗਾ ਉਹ ਉਹੀ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ, ਕਿਉਂਕਿ ਉਹਦਾ ਦਿਮਾਗ ਵਰਤੋਂ ਹੈ ਜਿਹੜੀ ਉਹ ਡੈੱਡ ਹੋ ਜਾਂਦਾ ਹੈ। ਆਪ ਉਹ ਸੋਚ ਸਮਝ ਕੇ ਕੰਮ ਕਰਨ ਦੀ ਯੋਗਤਾ ਗਵਾ ਬੈਠਦਾ ਹੈ। ਤਾਂ ਇਹ ਧਾਰਮਿਕ ਭਾਵਨਾਵਾਂ ਦੇ ਨਾਮ 'ਤੇ ਵੱਡੀਆਂ ਲੜਾਈਆਂ ਅਤੇ ਕਈ ਵਾਰੀ ਆਪਣੇ ਹੱਕ ਲੈਣ ਦੀਆਂ ਗੱਲਾਂ, ਅਸੀਂ ਆਪਣਾ ਰਾਜ ਲੈਣਾ, ਆਪਣੇ ਜਿਹੜੇ ਬਦਲਾ ਲੈਣਾ, ਇਹ ਬਹੁਤ ਕੁਝ ਧਾਰਮਿਕ ਭਾਵਨਾਵਾਂ ਜਦੋਂ ਬੰਦੇ ਦੀਆਂ ਕਿਸੇ ਪਾਸੇ ਕਨਵਰਟ ਕਰ ਦਿੱਤੀਆਂ ਜਾਂਦੀਆਂ ਨੇ, ਬਦਲ ਦਿੱਤੀਆਂ ਜਾਂਦੀਆਂ ਨੇ, ਉਦੋਂ ਫਿਰ ਮੌਤ ਵੀ ਬੰਦੇ ਨੂੰ ਰੋਕ ਨਹੀਂ ਸਕਦੀ, ਕਿਉਂਕਿ ਉਹਦਾ ਸੋਚਣ ਸ਼ਕਤੀ ਹੈ ਲਗਭਗ ਖਤਮ ਹੋ ਜਾਂਦੀ ਹੈ। ਤਾਂ ਦੁਨੀਆ ਦੇ ਵਿੱਚ ਅਜਿਹਾ ਬਹੁਤ ਕੁਝ ਵਾਪਰ ਰਿਹਾ ਅਤੇ ਅੱਤਵਾਦੀ ਜਥੇਬੰਦੀਆਂ ਸਦਾ ਹੀ ਕੁਝ ਨਾ ਕੁਝ ਅਜਿਹਾ ਕਰਨ ਵਾਸਤੇ ਤਤਪਰ ਰਹਿੰਦੀਆਂ ਨੇ। ਜਿਹੜੇ ਇਹਨਾਂ ਦੇ ਮੁਖੀ ਹੁੰਦੇ ਨੇ ਉਹ ਕਈ ਵਾਰੀ ਰਾਜਨੀਤਿਕ ਅਹੁਦੇ ਪ੍ਰਾਪਤ ਕਰਕੇ ਰਾਜਗੱਦੀਆਂ 'ਤੇ ਬਹਿ ਜਾਂਦੇ ਨੇ ਅਤੇ ਮਰਨ ਵਾਲੇ ਆਮ ਲੋਕੀ ਮਰ ਜਾਂਦੇ ਨੇ। ਇਹ ਤਾਂ ਹੋ ਗਈਆਂ ਕੁਝ ਇੱਕ ਧਾਰਮਿਕ ਭਾਵਨਾਵਾਂ। ਸਾਡੇ ਵਿੱਚ ਵੀ ਬਹੁਤ ਜ਼ਿਆਦਾ ਨੇ। ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦਾ ਪੱਤਰਾ ਕੋਈ ਖਿਲਾਰਤਾ, ਪਾੜਤਾ, ਕਿ ਕੋਈ ਬੇਅਦਬੀ ਕਰ ਦਿੱਤੀ, ਭਾਵੇਂ ਸੱਚ ਅਤੇ ਭਾਵੇਂ ਝੂਠ, ਜਦੋਂ ਇਹ ਗੱਲ ਫੈਲ ਗਈ ਤਾਂ ਲੋਕੀ ਮਰਨ ਮਾਰਨ 'ਤੇ ਉਤਰ ਆਉਂਦੇ ਨੇ। ਪਰ ਇਹ ਕਦੀ ਨਹੀਂ ਸੋਚਦੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਨਹੀਂ ਮੰਨਿਆ ਅਤੇ ਉਦੋਂ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਇੱਜ਼ਤ ਨਹੀਂ ਕੀਤੀ। ਭਾਵ ਕਿ ਗੁਰੂ ਦਾ ਹੁਕਮ ਨਾ ਮੰਨਣਾ ਜਿਹੜਾ ਅਪਮਾਨ ਹੈ। ਅਸੀਂ ਨਸ਼ੇ ਵੀ ਕਰਦੇ ਹਾਂ, ਰਿਸ਼ਵਤਾਂ ਵੀ ਲੈਂਦੇ ਹਾਂ, ਜਾਤ ਪਾਤ ਵੀ ਮੰਨਦੇ ਹਾਂ,
ਕਿੰਨੇ ਮੰਦੇ ਕੰਮ ਗੁਰਬਾਣੀ ਦੇ ਅਸੂਲਾਂ ਤੋਂ ਉਲਟ ਕਰਦੇ ਆ, ਉਦੋਂ ਕੋਈ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਦੀ। ਪਰ ਜਦੋਂ ਕਿਸੇ ਨੇ ਆ ਕੇ ਭੜਕਾ ਦਿੱਤਾ, ਸਾਨੂੰ ਕਹਿ ਦਿੱਤਾ ਕਿ ਉਹ ਤੁਹਾਡੀਆਂ ਭਾਵਨਾਵਾਂ ਕਿੱਥੇ ਰਹਿ ਗਈਆਂ, ਤੁਹਾਡੇ ਤਾਂ ਗੁਰੂ ਨੂੰ ਇਹ ਕਹਿ ਦਿੱਤਾ, ਉਹ ਕਰ ਦਿੱਤਾ, ਤਾਂ ਅਸੀਂ ਮਰਨ ਮਾਰਨ 'ਤੇ ਆਮ ਤੌਰ 'ਤੇ ਉਤਰ ਆਉਂਦੇ ਹਾਂ। ਇਹ ਥੱਲੇ ਵਾਲੇ ਲੈਵਲ ਦੇ ਲੋਕ ਇਸ ਤਰ੍ਹਾਂ ਕਰਦੇ ਨੇ, ਜਿਨ੍ਹਾਂ ਦਾ ਦਿਮਾਗ ਵਿਕਸਿਤ ਹੋਇਆ ਹੁੰਦਾ, ਉਹ ਅਜਿਹੇ ਕੰਮ ਨਹੀਂ ਕਰਦੇ। ਅਤੇ ਭਾਰਤ ਦੇ ਵਿੱਚ ਤਾਂ ਕਿੰਨੇ ਸਾਰੇ ਦੇਵੀ ਦੇਵਤਿਆਂ ਦੇ ਨਾਮ 'ਤੇ ਭਾਵਨਾਵਾਂ ਭੜਕ ਜਾਂਦੀਆਂ ਨੇ। ਦਰਿਆਵਾਂ, ਕਿਉਂਕਿ ਦਰਿਆ ਵੀ ਧਾਰਮਿਕ ਨੇ, ਇੱਥੇ ਤੀਰਥ ਇਸ਼ਨਾਨ ਬਣੇ ਹੋਏ ਨੇ, ਉਹਨਾਂ ਦੇ ਨਾਮ 'ਤੇ ਵੀ ਧਾਰਮਿਕ ਭਾਵਨਾਵਾਂ ਭੜਕ ਜਾਂਦੀਆਂ ਨੇ। ਮੂਰਤੀਆਂ ਦੇ ਨਾਮ 'ਤੇ ਵੀ ਭਾਵਨਾਵਾਂ ਭੜਕ ਜਾਂਦੀਆਂ ਨੇ। ਜਾਤ ਪਾਤ ਦੇ ਨਾਮ 'ਤੇ ਵੀ ਭਾਵਨਾਵਾਂ ਭੜਕ ਜਾਂਦੀਆਂ ਨੇ। ਅਤੇ ਇਹ ਸਾਰਾ ਕੁਝ ਅਗਿਆਨਤਾ ਦੇ ਕਾਰਨ ਹੋਇਆ। ਰਾਜਸੀ ਲੋਕ ਅਤੇ ਧਾਰਮਿਕ ਲੋਕ ਆਮ ਪਬਲਿਕ ਨੂੰ ਅਗਿਆਨਤਾ ਦੇ ਵਿੱਚ ਰੱਖਦੇ ਨੇ, ਉਹਨਾਂ ਦੀ ਸਮਝ ਤੋਂ ਇਹ ਸਾਰਾ ਕੁਝ ਪਰੇ ਹੁੰਦਾ। ਇਹਨਾਂ ਨੂੰ ਆਪਣੇ ਮੋਹਰੇ ਬਣਾ ਕੇ ਲੋਕਾਂ ਨੂੰ ਉਹ ਵਰਤਦੇ ਨੇ। ਪਹਿਲਾਂ ਤਾਂ ਧਾਰਮਿਕ ਭਾਵਨਾਵਾਂ ਸੀ, ਅਤੇ ਫਿਰ ਇੱਥੋਂ ਤੱਕ ਦੇਸ਼ ਭਗਤੀ ਦੀਆਂ ਭਾਵਨਾਵਾਂ ਵੀ ਕਈ ਵਾਰੀ ਭੜਕ ਜਾਂਦੀਆਂ ਨੇ। ਤੁਸੀਂ ਸਾਡੇ ਦੇਸ਼ ਪ੍ਰਤੀ ਇਉਂ ਕਿਉਂ ਆਖਿਆ, ਇਹ ਕੰਮ ਸਾਡੇ ਦੇਸ਼ ਦੀ ਸੇਵਾ ਵਾਸਤੇ ਕਿਉਂ ਨਹੀਂ ਕੀਤਾ, ਤੁਸੀਂ ਸਾਡੇ ਦੇਸ਼ ਦੇ ਦੁਸ਼ਮਣ ਹੋ, ਅਸੀਂ ਦੇਸ਼ ਦੇ ਸਿਪਾਹੀ ਹਾਂ, ਵਫਾਦਾਰ ਹਾਂ। ਇਹ ਦੇਸ਼ ਦੀਆਂ ਭਗਤੀ ਦੀਆਂ ਗੱਲਾਂ ਵੀ ਸਟੇਜਾਂ ਦੇ ਉੱਤੇ ਬਹੁਤ ਕੀਤੀਆਂ ਜਾਂਦੀਆਂ ਨੇ। ਦੇਸ਼ ਭਗਤੀ ਵੀ ਲੋਕਾਂ ਦੇ ਵਿੱਚ ਪੈਦਾ ਕਰਨ ਵਾਸਤੇ ਉਹਨਾਂ ਨੂੰ ਹੈਪਨੋਟਾਈਜ਼ ਕੀਤਾ ਜਾਂਦਾ ਹੈ ਕਿ ਤੁਹਾਡਾ ਦੇਸ਼ ਹੈ, ਤੁਹਾਡੀ ਇਹ ਮਾਂ ਹੈ, ਧਰਤੀ ਹੈ ਜਿਹੜੀ। ਧਰਤੀ ਤਾਂ ਸਾਰੀ, ਜੇ ਮਾਂ ਮੰਨਣਾ ਹੈ ਫਿਰ ਤਾਂ ਸਾਰੀ ਧਰਤੀ ਮਾਂ ਹੈ। ਪਰ ਛੋਟਾ ਜਿਹਾ ਟੁਕੜਾ ਕੱਟ ਕੇ, ਇੱਕ ਮਾਂ ਦਾ ਹਿੱਸਾ ਕੱਟ ਕੇ ਵੱਖਰਾ ਕੀਤਾ ਜਾ ਸਕਦਾ ਹੈ। ਇਹ ਛੋਟਾ ਜਿਹਾ ਟੁਕੜਾ ਕੱਟ ਕੇ ਸਾਡੇ ਭਾਰਤ ਵਾਸੀਆਂ ਦੇ ਹਿੱਸੇ ਆ ਗਿਆ, ਇਹ ਫਿਰ ਇੰਨੀ ਕੁ ਮਾਂ ਕਿਵੇਂ ਹੋਊਗੀ? ਜੇ ਮਾਂ ਕਹਿਣਾ ਤਾਂ ਸਾਰੀ ਧਰਤੀ ਹੀ ਮਾਂ ਹੈ, ਪਰ ਇਹ ਸਾਡਾ ਭਾਰਤ ਮਾਂ ਵੀ ਹੋ ਗਈ ਹੈ। ਅਸਲ ਦੇ ਵਿੱਚ ਭਾਰਤ ਇੱਕ ਦੇਵੀ ਮਾਤਾ ਦੇ ਨਾਲ ਜੋੜ ਦਿੱਤੀ ਗਈ ਹੈ। ਬਹੁਤ ਕੁਝ ਇਹਦੇ ਪਿੱਛੇ ਛੁਪਿਆ ਹੁੰਦਾ ਹੈ। ਇਹ ਭਾਵਨਾਵਾਂ ਨਾ ਸਮਝ ਲੋਕਾਂ ਦੀਆਂ ਭੜਕਦੀਆਂ ਨੇ। ਸਿਆਣੇ ਲੋਕ ਵਿਚਾਰ ਵਟਾਂਦਰੇ ਦੇ ਨਾਲ ਮਸਲੇ ਹੱਲ ਕਰ ਲੈਂਦੇ ਨੇ, ਉਹਨਾਂ ਦੀਆਂ ਭਾਵਨਾਵਾਂ ਭੜਕਦੀਆਂ ਨਹੀਂ, ਸਗੋਂ ਉਹਨਾਂ ਨੇ ਆਪਣੀਆਂ ਭਾਵਨਾਵਾਂ ਨੂੰ ਕੰਟਰੋਲ ਦੇ ਵਿੱਚ ਰੱਖ ਕੇ ਕੋਈ ਸਮਝੌਤਾ ਕਰਨਾ ਹੁੰਦਾ, ਕੋਈ ਰਾਹ ਕੱਢਣਾ ਹੁੰਦਾ। ਘੱਟ ਤੋਂ ਘੱਟ ਨੁਕਸਾਨ ਕਰਕੇ ਬਹੁਤੇ ਤੋਂ ਬਹੁਤਾ ਲੋਕਾਂ ਦਾ ਫਾਇਦਾ ਹੋਵੇ, ਮਾਰ ਕਾਟ ਤੋਂ ਬਚਿਆ ਜਾ ਸਕੇ। ਤੋ ਇਸ ਤਰ੍ਹਾਂ ਇਹਨਾਂ ਭਾਵਨਾਵਾਂ ਭੜਕਣ ਨੂੰ ਰਾਜਸੀ ਲੋਕਾਂ ਤੋਂ ਬਚਣਾ ਹੈ ਅਤੇ ਧਾਰਮਿਕ ਲੋਕਾਂ ਤੋਂ ਬਚਣਾ ਹੈ। ਇਹੋ ਹੀ ਦੋਵੇਂ ਧਿਰਾਂ ਜ਼ਿਆਦਾ ਭੜਕਾਉਂਦੀਆਂ ਨੇ, ਧਾਰਮਿਕ ਭਾਵਨਾਵਾਂ, ਅਤੇ ਜਿਹੜੇ ਲੋਕ ਨਾ ਸਮਝ ਨੇ, ਅਗਿਆਨੀ ਨੇ, ਉਹ ਭੜਕ ਜਾਂਦੇ ਨੇ, ਆਪਸ ਦੇ ਵਿੱਚ ਲੜ ਕੇ ਝਗੜ ਕੇ ਆਪਣਾ ਨੁਕਸਾਨ ਕਰਵਾ ਲੈਂਦੇ ਨੇ। ਅਤੇ ਜਿਹੜੇ ਉੱਚੇ ਦਰਜੇ 'ਤੇ ਕੁਰਸੀਆਂ 'ਤੇ ਬੈਠੇ ਲੋਕ ਨੇ, ਉਹਨਾਂ ਦਾ ਤਾਂ ਕੁਝ ਵੀ ਨਹੀਂ ਵਿਗੜਦਾ, ਮਰਦੇ ਨੇ, ਜੇਲ੍ਹਾਂ 'ਚ ਜਾਂਦੇ ਨੇ, ਮੁਕੱਦਮੇ ਭੁਗਤਦੇ ਨੇ ਜਾਂ ਜ਼ਖਮੀ ਹੁੰਦੇ ਨੇ, ਉਹ ਤਾਂ ਛੋਟੇ ਲੋਕ ਹੀ ਹੁੰਦੇ ਨੇ। ਇਹਨਾਂ ਗੱਲਾਂ ਨੂੰ ਸਮਝਣ ਦੀ ਬਹੁਤ ਜ਼ਿਆਦਾ ਲੋੜ ਹੈ, ਗਹਿਰਾਈ ਨਾਲ ਪਰਖਣ ਦੀ ਲੋੜ ਹੈ। ਕਿਤੇ ਇਹ ਰਾਜਸੀ ਲੋਕ ਅਤੇ ਧਾਰਮਿਕ ਲੋਕ ਸਾਨੂੰ ਬੇਵਕੂਫ ਤਾਂ ਨਹੀਂ ਬਣਾ ਰਹੇ, ਕਿਤੇ ਸਾਨੂੰ ਹੈਪਨੋਟਾਈਜ਼ ਤਾਂ ਨਹੀਂ ਕਰ ਰਹੇ। ਇਹ ਚੀਜ਼ਾਂ 'ਤੇ ਡੂੰਘਾਈ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਸਵਾਲ ਨੰਬਰ 160 ਭਾਈ ਸੁਖਵਿੰਦਰ ਸਿੰਘ USA। ਉਹਨਾਂ ਦਾ ਸਵਾਲ ਹੈ, ਜੇ ਸਾਡਾ ਗੁਰੂ ਸ਼ਬਦ ਹੈ ਤਾਂ 10 ਗੁਰੂ ਪਾਤਸ਼ਾਹਾਂ ਨੂੰ ਗੁਰੂ ਕਿਉਂ ਕਹਿੰਦੇ ਹਾਂ? ਗੁਰੂ ਪਿਆਰ ਵਾਲਿਓ, ਗੁਰੂ ਪਾਤਸ਼ਾਹਾਂ ਨੇ ਸਾਨੂੰ ਗਿਆਨ ਦਿੱਤਾ ਹੈ, ਸ਼ਬਦ ਦਿੱਤਾ ਹੈ। ਸ਼ਬਦ ਦਾ ਮਾਇਨਾ ਹੈ ਵਿੱਦਿਆ, ਗਿਆਨ, ਅਕਲ, ਮਾਨਸਿਕ ਵਿਕਾਸ। ਜਿੰਨਾ ਉਹ ਗਿਆਨ ਸਾਨੂੰ ਦੇ ਸਕਦੇ ਸਨ, ਉਹਨਾਂ ਨੇ ਆਪਣੇ ਪ੍ਰੈਕਟੀਕਲ ਜੀਵਨ ਰਾਹੀਂ ਵੀ ਸਾਨੂੰ ਗਿਆਨ ਦਿੱਤਾ, ਅਕਲ ਦੇ ਰਾਹ ਪਾਇਆ। ਅਤੇ ਉਹਨਾਂ ਨੇ ਲਿਖ ਕੇ ਵੀ ਗੁਰਬਾਣੀ ਦਾ ਜੋ ਖਜ਼ਾਨਾ ਸਾਡੇ ਸਾਹਮਣੇ ਰੱਖਿਆ ਹੈ, ਜਿਹਨੂੰ ਅਸੀਂ ਪੜ੍ਹਨ ਤੋਂ ਲਗਭਗ ਬਹੁਤੇ ਸਿੱਖ ਇਨਕਾਰੀ ਹਾਂ। ਤਾਂ ਜਿੰਨੇ ਕੁ ਪੜ੍ਹਦੇ ਹਾਂ, ਉਹ ਲੜੀਆਂ ਪਾਠਾਂ ਅਤੇ ਮੁੱਲ ਦੇ ਪਾਠਾਂ ਦੇ ਦੁਆਰਾ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਦੇ ਢੰਗ ਨਾਲ ਤਾਂ ਪੜ੍ਹਦੇ ਹਾਂ, ਪਰ ਇਹਨੂੰ ਸਮਝ ਕੇ ਅਕਲ ਲੈਣ ਵਾਸਤੇ, ਗਿਆਨ ਲੈਣ ਵਾਸਤੇ ਆਪਾਂ ਨਹੀਂ ਪੜ੍ਹਦੇ। ਕਦੀ ਅੱਜ ਤੱਕ ਵੇਖਿਆ ਕਿ ਸਕੂਲਾਂ 'ਚ, ਕਾਲਜਾਂ 'ਚ ਵਿਦਿਆਰਥੀ ਆਪਣੀਆਂ ਕਿਤਾਬਾਂ ਨੂੰ ਮੱਥੇ ਤਾਂ ਬਹੁਤ ਟੇਕਦੇ ਹੋਣ, ਨੱਕ ਤਾਂ ਬਹੁਤ ਰਗੜਦੇ ਹੋਣ, ਉਹਨਾਂ ਦੇ ਅੱਗੇ ਭੇਟਾ ਪੂਜਾ ਪੈਸੇ ਤਾਂ ਬਹੁਤ ਰੱਖਦੇ ਹੋਣ, ਪਰ ਉਹਨਾਂ ਕਿਤਾਬਾਂ ਨੂੰ ਕਦੀ ਨਾ ਪੜ੍ਹਨ ਤਾਂ ਇਮਤਿਹਾਨ ਦੇ ਵਿੱਚੋਂ ਪਾਸ ਹੋ ਜਾਣਗੇ? ਕਦੀ ਵੀ ਨਹੀਂ। ਉਹ ਕਦੀ ਕਾਮਯਾਬ ਨੌਕਰੀ ਲੈ ਸਕਣਗੇ? ਕਦੀ ਵੀ ਨਹੀਂ। ਕਦੀ ਅਫਸਰ ਜਾਂ ਕਦੀ ਇੰਜੀਨੀਅਰ, ਕੋਈ ਵਕੀਲ, ਕੋਈ ਜੱਜ ਉਹ ਬਣ ਸਕਣਗੇ? ਕਦੀ ਵੀ ਨਹੀਂ। ਮੱਥਾ ਟੇਕਣ ਵਾਲੇ ਕੇਵਲ ਨਾ ਸਮਝ ਲੋਕ ਹੁੰਦੇ ਨੇ। ਅਕਲਮੰਦ ਲੋਕ ਕੇਵਲ ਮੱਥੇ ਨਹੀਂ ਟੇਕਦੇ, ਉਹ ਉਹਦੀ ਵਿੱਦਿਆ ਹਾਸਲ ਕਰਦੇ ਨੇ। ਆਪਣੇ ਉਸਤਾਦ ਜਿਹੜੇ ਸਕੂਲਾਂ ਕਾਲਜਾਂ 'ਚ ਪੜ੍ਹਾਉਂਦੇ ਨੇ, ਉਹਨਾਂ ਦੇ ਪੈਰੀਂ ਹੱਥ ਲਾਉਣਾ ਜਾਂ ਉਹਨਾਂ ਨੂੰ ਕੇਵਲ ਮੱਥੇ ਟੇਕਣੇ, ਇਹ ਕੋਈ ਅਕਲਮੰਦੀ ਨਹੀਂ ਹੈ। ਆਦਰ ਕਰਨਾ ਆਪਣੀ ਥਾਂ 'ਤੇ ਮਹੱਤਵਪੂਰਨ ਹੈ, ਪਰ ਜੋ ਪ੍ਰੋਫੈਸਰ, ਜੋ
ਮਾਸਟਰ ਬੱਚਿਆਂ ਨੂੰ ਪੜ੍ਹਾਉਂਦਾ ਹੈ, ਉਸ ਸਬਕ ਨੂੰ ਸਿੱਖ ਕੇ ਜ਼ਿੰਦਗੀ 'ਚ ਅਪਣਾਉਣਾ ਅਤੇ ਅੱਗੋਂ ਆਉਣ ਵਾਲੇ ਸਮੇਂ 'ਚ ਉਹਦੀ ਵਰਤੋਂ ਕਰਨੀ ਇਹ ਜ਼ਰੂਰੀ ਹੁੰਦੀ ਹੈ। ਹੁਣ ਗੁਰੂ ਦਾ ਸ਼ਬਦ ਗਿਆਨ ਹੈ। ਉਹਨਾਂ ਜ਼ਮਾਨਿਆਂ 'ਚ ਕੋਈ ਸਕੂਲ, ਕੋਈ ਕਾਲਜ ਕਿਤੇ ਵੀ ਨਹੀਂ ਸੀ। ਇਹੋ ਹੀ ਸਾਡੇ ਵਾਸਤੇ ਗਿਆਨ ਦਾ ਖਜ਼ਾਨਾ ਸੀ। ਪਰ ਗੁਰੂ ਸਾਹਿਬ ਨੇ ਇਹ ਕਿਤੇ ਵੀ ਨਹੀਂ ਆਖਿਆ ਕਿ ਗਿਆਨ ਹੋਰ ਕਿਤੋਂ ਨਹੀਂ ਲੈਣਾ। ਅਤੇ ਇੱਥੋਂ ਤੱਕ ਗੁਰਬਾਣੀ 'ਚ ਸਿੱਧੇ ਸ਼ਬਦ ਲਿਖੇ ਹੋਏ ਨੇ, ਨਾਨਕ ਭਗਤਾਂ ਸਦਾ ਵਿਗਾਸ। ਸਦਾ ਹੀ ਭਗਤਾਂ ਨੇ, ਸੇਵਕਾਂ ਨੇ, ਸਿੱਖਾਂ ਨੇ ਆਪਣਾ ਮਾਨਸਿਕ ਵਿਕਾਸ ਕਰਦੇ ਰਹਿਣਾ, ਅੱਗੇ ਤੋਂ ਅੱਗੇ ਵੱਧਦਾ ਜਾਣਾ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹਕੈ ਬੁੱਝੀਐ, ਅਕਲੀ ਕੀਚੈ ਦਾਨ, ਨਾਨਕ ਆਖੈ ਰਾਹ ਏ, ਹੋਰ ਗੱਲਾਂ ਸ਼ੈਤਾਨ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਮੈਂ ਤੁਹਾਨੂੰ ਅਕਲ ਦੇ ਰਾਹ ਪਾ ਰਿਹਾ, ਤੁਹਾਨੂੰ ਜ਼ਿੰਦਗੀ ਜਿਉਣ ਦੇ ਅਕਲਮੰਦੀ ਢੰਗ ਨਾਲ ਰਾਹ ਦੱਸ ਰਿਹਾ, ਤਰੀਕੇ ਸਮਝਾ ਰਿਹਾ, ਅਤੇ ਤੁਹਾਨੂੰ ਸਮਾਜ ਦਾ ਵਰਤੋਂ ਵਿਹਾਰ ਇਹਦੇ ਬਾਰੇ ਮੈਂ ਦੱਸ ਰਿਹਾ। ਜਾਤ ਪਾਤ ਨੂੰ ਤੋੜਨਾ ਅਤੇ ਹੋਰ ਔਰਤ ਨੂੰ ਬਰਾਬਰ ਮੰਨਣਾ ਅਤੇ ਹੁਕਮ ਦੇਣਾ ਕਿ ਔਰਤ ਵੀ ਬਰਾਬਰ ਹੈ, ਇੰਨਾ ਕੁਝ ਗੁਰਬਾਣੀ 'ਚ ਲਿਖਿਆ ਹੈ। ਉਸ ਗਿਆਨ ਨੂੰ ਅਸੀਂ ਭੁਲਾ ਦਿੱਤਾ ਹੈ, ਉਹਨੂੰ ਆਪਣੀ ਜ਼ਿੰਦਗੀ 'ਚ ਕਦੇ ਲਾਗੂ ਨਹੀਂ ਕੀਤਾ। ਡੀਂਗਾ ਮਾਰਦੇ ਹਾਂ ਰੋਜ਼ਾਨਾ ਕਿ ਇਹ ਤਾਂ ਜੀ ਬ੍ਰਹਿਮੰਡ ਦੀ ਚੇਤਨਾ, ਬ੍ਰਹਿਮੰਡ ਦਾ ਗਿਆਨ ਗੁਰਬਾਣੀ 'ਚ ਮੌਜੂਦ ਹੈ, ਇਹ ਤਾਂ ਵਿਗਿਆਨਕ ਸੱਚ ਇਹਦੇ 'ਚ ਭਰਿਆ ਪਿਆ ਹੈ। ਪਰ ਖੁਦ ਨੂੰ ਨਹੀਂ ਪਤਾ ਵਿਗਿਆਨ ਕੀ ਹੁੰਦਾ ਹੈ, ਖੁਦ ਨੂੰ ਨਹੀਂ ਪਤਾ ਗੁਰਬਾਣੀ 'ਚ ਕੀ ਲਿਖਿਆ ਹੋਇਆ। ਕੇਵਲ ਗੱਪਾਂ ਬਹੁਤ ਮਾਰੀਆਂ ਜਾ ਰਹੀਆਂ ਨੇ ਸਾਡੇ ਪ੍ਰਚਾਰਕਾਂ ਵੱਲੋਂ। ਆਮ ਸਿੱਖ ਹੈ ਜਿਹੜਾ, ਉਹ ਕੇਵਲ ਮੱਥੇ ਟੇਕਦਾ, ਅਖੰਡ ਪਾਠ ਕਰਾਉਂਦਾ, ਕੋਤਰੀਆਂ ਕਰਾਉਂਦਾ, ਸਿਮਰਨ ਕਰਦਾ, ਦਾਨ ਪੁੰਨ ਕਰਦਾ, ਅਤੇ ਖਾਲੀ ਜੇਬ ਅਤੇ ਖਾਲੀ ਦਿਮਾਗ ਲੈ ਕੇ ਘੁੰਮਦਾ ਫਿਰਦਾ ਨਜ਼ਰ ਆ ਰਿਹਾ ਹੈ। ਗੁਰਬਾਣੀ ਨੇ ਜਿਹੜਾ ਸ਼ਬਦ ਦੀ ਗੱਲ ਕੀਤੀ ਹੈ, ਉਹ ਮੈਂ ਤੁਹਾਨੂੰ ਗੁਰਬਾਣੀ 'ਚੋਂ ਕੁਝ ਪ੍ਰਮਾਣ ਦੇਣ ਲੱਗੇ ਹਾਂ ਕਿ ਗੁਰੂ ਸਾਹਿਬ ਨੇ, ਸਾਰੇ ਭਗਤਾਂ ਨੇ ਬਹੁਤ ਵਾਰੀ ਪਰਮਾਤਮਾ ਨੂੰ ਨਹੀਂ ਬਲਕਿ ਗਿਆਨ ਨੂੰ ਗੁਰੂ ਆਖਿਆ। ਭਗਤਾਂ ਨੇ ਵੀ ਗਿਆਨ ਨੂੰ ਗੁਰੂ ਆਖਿਆ, ਭਾਵ ਕਿ ਜ਼ਿੰਦਗੀ ਦੇ ਵਿੱਚ ਹਰ ਥਾਂ 'ਤੇ ਤੁਹਾਡਾ ਅਕਲ ਨੇ ਸਾਥ ਦੇਣਾ, ਬਾਕੀ ਚੀਜ਼ਾਂ ਪਾਸੇ ਰਹਿ ਜਾਣਗੀਆਂ, ਤੁਸੀਂ ਭੁੱਲ ਜਾਓਗੇ। ਪਰ ਜੇ ਤੁਹਾਡੇ ਕੋਲ ਅਕਲ ਹੈ, ਹਰ ਥਾਂ 'ਤੇ ਸਹੀ ਫੈਸਲਾ ਲੈਣ ਦੀ ਯੋਗਤਾ ਤੁਹਾਡੇ ਅੰਦਰ ਪੈਦਾ ਹੋ ਜਾਵੇਗੀ। ਗੁਰਦਾਤਾ ਗੁਰ ਹਿਵੈ ਘਰ। ਹੁਣ ਗੁਰੂ ਹੀ ਦਾਤਾ ਹੈ, ਭਾਵ ਕਿ ਦਾਤਾਂ ਤਾਂ ਪ੍ਰਾਪਤ ਹੋਣਗੀਆਂ ਜੇ ਤੁਹਾਡੇ ਕੋਲ ਅਕਲ ਹੈ। ਗੁਰਦਾਤਾ ਗੁਰ ਹਿਵੈ ਘਰ, ਤੁਹਾਡੇ ਅੰਦਰ ਟਿਕਾਓ ਵੀ ਤਾਂ ਆਵੇਗਾ ਜੇ ਤੁਸੀਂ ਅਕਲਮੰਦ ਹੋ। ਤੁਹਾਡੇ ਅੰਦਰ ਗਿਆਨ ਦਾ ਦੀਵਾ ਤਾਂ ਬਲੇਗਾ ਜੇ ਅਕਲਮੰਦ ਬਣ ਜਾਓਗੇ। ਗੁਰਦੀਪਕ ਤਹਿ ਲੋਏ। ਅੱਗੇ ਗੁਰਬਾਣੀ 'ਚ ਗੁਰੂ ਸਾਹਿਬ ਕਹਿ ਰਹੇ ਨੇ, ਗੁਰ ਪੌੜੀ, ਗਿਆਨ ਹੀ ਜ਼ਿੰਦਗੀ ਦੇ ਵਿੱਚ ਉੱਚਾ ਚੜ੍ਹਨ ਦੀ ਪੌੜੀ ਹੈ। ਗਿਆਨ ਹੀ ਬੇੜੀ ਹੈ, ਗਿਆਨ ਹੀ ਤੁਲਾ ਹੈ। ਗੁਰ ਪੌੜੀ ਬੇੜੀ ਗੁਰੂ, ਗੁਰ ਤੁਲਾ ਹਰ ਨਾਉ, ਗੁਰ ਸਰ ਸਾਗਰ ਬੋਹਿਥੋ, ਗੁਰ ਤੀਰਥ ਦਰਿਆਓ। ਇਹ ਚਾਹੇ ਸਮੁੰਦਰ ਹੈ, ਸਾਗਰ ਹੈ, ਚਾਹੇ ਬੇੜਾ ਹੈ, ਚਾਹੇ ਤੀਰਥ ਹੈ, ਦਰਿਆ ਹੈ, ਇਹ ਤੁਹਾਨੂੰ ਵਰਤੋਂ ਵਿੱਚ ਤਾਂ ਲਿਆ ਸਕੋਗੇ ਜੇ ਤੁਹਾਨੂੰ ਗਿਆਨ ਹੈ, ਅਕਲ ਹੈ ਕਿ ਇੱਥੇ ਅਸੀਂ ਕਿਹੜਾ ਢੰਗ ਅਪਣਾਉਣਾ ਅਤੇ ਕਿਵੇਂ ਅਸੀਂ ਕਾਮਯਾਬ ਹੋ ਸਕਦੇ ਹਾਂ। ਹਉ ਗੁਰ ਪੁੱਛੋ ਆਪਣਾ, ਗੁਰ ਪੁੱਛ ਕਾਰ ਕਮਾਓ। ਹੁਣ ਗੁਰੂ ਨੂੰ ਕਿਵੇਂ ਪੁੱਛਾਂਗੇ? ਗੁਰੂ ਨੂੰ ਪੁੱਛ ਕੇ ਕਿਵੇਂ ਆਪਣੀ ਜ਼ਿੰਦਗੀ ਦੇ ਕੰਮ ਕਰਾਂਗੇ? ਭਾਵ ਗਿਆਨ ਦੇ ਨਾਲ ਆਪਣੇ ਦਿਮਾਗ ਨੂੰ ਪੁੱਛਾਂਗੇ ਕਿ ਆਹ ਕੰਮ ਮੈਂ ਕਿਹੜੇ ਢੰਗ ਨਾਲ ਸਿਰੇ ਚੜ੍ਹਾਵਾਂ। ਗੁਰਦਾਤਾ ਸਮਰੱਥ ਗੁਰ, ਗੁਰ ਸਭ ਮੈਂ ਰਹਿਆ ਸਮਾਏ, ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਧਿਆਨ ਦੇਣਾ, ਗੁਰਦਾਤਾ ਸਮਰੱਥ ਗੁਰ, ਗੁਰੂ ਦਾਤਾਂ ਦੇਣ ਵਾਲਾ, ਭਾਵ ਕਿ ਗਿਆਨ ਦੇ ਰਾਹੀਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਗੁਰ ਸਭ ਮੈਂ ਰਹਿਆ ਸਮਾਏ, ਉਹ ਭਾਈ ਇਹ ਗਿਆਨ ਤਾਂ ਤੁਹਾਡੇ ਅੰਦਰ, ਸਾਰਿਆਂ ਦੇ ਅੰਦਰ ਹੀ ਹੈ, ਇਹਦੀ ਵਰਤੋਂ ਕਰਨੀ ਸਿੱਖ ਲਓ। ਦਿਮਾਗ ਤਾਂ ਸਾਰਿਆਂ ਦੇ ਅੰਦਰ ਹੈ। ਗੁਰ ਪਰਮੇਸ਼ਰ ਪਾਰ ਬ੍ਰਹਮ, ਇਹ ਤੁਹਾਡਾ ਦਿਮਾਗ ਹੀ ਪਾਰ ਬ੍ਰਹਮ ਪਰਮੇਸ਼ਰ ਬਾਰੇ ਜਾਣਦਾ ਹੈ। ਗੁਰ ਡੁੱਬਦਾ ਲਏ ਤਰਾਏ, ਤੁਸੀਂ ਜ਼ਿੰਦਗੀ 'ਚੋਂ ਫੇਲ ਹੋ ਰਹੇ ਹੋਵੋਗੇ, ਤੁਹਾਨੂੰ ਡੁੱਬਦਿਆਂ ਨੂੰ ਬਚਾ ਲਵੇਗਾ ਕੌਣ? ਤੁਹਾਡਾ ਦਿਮਾਗ, ਤੁਹਾਡੀ ਅਕਲ, ਕਿ ਮੈਂ ਕਿਨਾਰੇ 'ਤੇ ਕਿਵੇਂ ਲੰਘਣਾ ਹੈ, ਮੈਂ ਜ਼ਿੰਦਗੀ 'ਚ ਕਾਮਯਾਬ ਕਿਵੇਂ ਹੋਣਾ ਹੈ। ਸਾਚੇ ਗੁਰ ਕੀ ਸਾਚੀ ਸੀਖ, ਸੱਚਾ ਗੁਰੂ ਸੱਚਾ ਗਿਆਨ ਸੱਚੀ ਸਿੱਖਿਆ ਦਿੰਦਾ ਹੈ। ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ। ਹਰੀ ਗੁਰੂ ਹੈ ਸਾਡਾ, ਹਰੀ ਦਾ ਗਿਆਨ ਗੁਰੂ ਹੈ, ਸਾਡੀ ਅਕਲਬੰਦ ਸਾਡਾ ਗੁਰੂ ਹੈ। ਅਤੇ ਇੱਥੋਂ ਤੱਕ ਨਾਨਕ ਨਾਮ ਨਾ ਬੀਸਰੈ ਮੇਰੇ ਗੁਰ ਕਰਤਾਰ,
ਮੈਨੂੰ ਕਦੇ ਤੇਰਾ ਨਿਯਮ ਭੁੱਲ ਨਾ ਜਾਵੇ, ਵਿਸਰ ਨਾ ਜਾਵੇ। ਹੇ ਮੇਰੇ ਗੁਰੂ ਕਰਤਾਰ, ਮੈਂ ਤੁਹਾਡੇ ਤੋਂ ਬਲਿਹਾਰ ਹਾਂ। ਤੁਸੀਂ ਗਿਆਨ ਰੂਪ 'ਚ ਮੇਰੇ ਗੁਰੂ ਹੋ। ਆਗਾ ਪੁੱਛ ਨਾ ਹੋ ਬਈ ਜਿਸ ਬੇਲੀ ਗੁਰ ਕਰਤਾਰ। ਉਹਨਾਂ ਨੂੰ ਰਾਹ ਦੇ ਵਿੱਚ ਕੋਈ ਰੁਕਾਵਟ ਨਹੀਂ ਪਵੇਗੀ, ਜ਼ਿੰਦਗੀ 'ਚ ਠੋਕਰਾਂ ਨਹੀਂ ਖਾਣਗੇ, ਜਿਨ੍ਹਾਂ ਨੇ ਆਪਣਾ ਸੰਗੀ ਸਾਥੀ ਗਿਆਨ ਨੂੰ ਬਣਾਇਆ ਹੈ, ਕਰਤਾਰ ਰੂਪੀ ਗਿਆਨ ਨੂੰ ਬਣਾਇਆ ਹੈ। ਜੋ ਆਇਆ ਸੋ ਚੱਲ ਸੀ, ਅਮਰ ਸੋ ਗੁਰ ਕਰਤਾਰ। ਜਿਹੜਾ ਵੀ ਸੰਸਾਰ 'ਤੇ ਆਉਂਦਾ ਉਹਨੇ ਤਾਂ ਇੱਕ ਦਿਨ ਜਾਣਾ ਹੀ ਜਾਣਾ ਹੈ, ਪਰ ਇਹ ਨਿਯਮ ਸਦਾ ਅਟਲ ਕਾਇਮ ਰਹੇਗਾ। ਇਸ ਨਿਯਮ ਨੇ ਕਦੇ ਬਦਲਣਾ ਨਹੀਂ। ਗੁਰੂ ਪਿਆਰ ਵਾਲਿਓ, ਇੱਥੇ ਤਾਂ ਨਾਮਾ ਛੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ। ਇਹਨਾਂ ਨੇ ਨਾਂਬੇ ਨੇ, ਕਬੀਰ ਨੇ ਅਤੇ ਬਾਕੀ ਭਗਤਾਂ ਨੇ ਪੂਰੇ ਗੁਰੂ ਤੋਂ ਗਤ ਪਾਈ ਹੈ। ਕਿਹੜਾ ਪੂਰਾ ਗੁਰੂ? ਪਰਮਾਤਮਾ ਵਾਹਿਗੁਰੂ। ਉਹਦਾ ਨਿਯਮ, ਉਹਦਾ ਕਣ ਕਣ ਦੇ ਵਿੱਚ ਰਮਿਆ ਹੋਣਾ, ਇਹ ਗਿਆਨ ਰੂਪੀ ਗੁਰੂ ਉਹਨਾਂ ਕੋਲੇ ਹੈਗਾ ਸੀ, ਅਤੇ ਤਾਂ ਉਹ ਦੁਨੀਆ ਦੇ ਵਿੱਚ ਮਾਰਕੇ ਦੇ ਕੰਮ ਕਰ ਗਏ, ਜਿਹੜੇ ਕਿ ਅੱਜ ਵੀ ਅਸੀਂ ਨਮਸਕਾਰਾਂ ਕਰਦੇ ਹਾਂ। ਮੇਰੇ ਕੋਲੇ ਪ੍ਰਮਾਣ ਇੰਨੇ ਨੋਟ ਕੀਤੇ ਹੋਏ ਨੇ, ਜੇ ਮੈਂ ਸੁਣਾਉਣ ਲੱਗ ਪਵਾਂ ਤਾਂ ਬਹੁਤ ਲੰਮਾ ਸਮਾਂ ਇਹਦੇ 'ਤੇ ਖਰਚ ਹੋ ਸਕਦਾ ਹੈ। ਇੱਥੋਂ ਤੱਕ ਗੁਰੂ ਸਾਹਿਬ ਤਾਂ ਕਹਿੰਦੇ ਨੇ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸੈ ਦੇ ਆਧਾਰ। ਪੂਰਾ ਲੰਮਾ ਸ਼ਬਦ ਬਾਰ-ਬਾਰ ਅਨੇਕਾਂ ਢੰਗਾਂ ਨਾਲ ਸਾਨੂੰ ਸਮਝਾਉਂਦੇ ਨੇ ਪੰਜਵੇਂ ਪਾਤਸ਼ਾਹ ਕਿ ਉਸ ਗਿਆਨ ਰੂਪੀ ਗੁਰੂ ਨੂੰ ਆਪਣੇ ਹਿਰਦੇ 'ਚ ਵਸਾ ਲਿਓ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆਦਿ ਜੁਗਾਦਿ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਗੁਰੂ ਪਿਆਰ ਵਾਲਿਓ, ਇੰਨਾ ਕੁਝ ਗੁਰਬਾਣੀ 'ਚ ਲਿਖਿਆ ਪਿਆ, ਪਰ ਅਸੀਂ ਨਹੀਂ ਪੜ੍ਹਦੇ, ਅਸੀਂ ਉਹਨੂੰ ਨਹੀਂ ਸਮਝਦੇ, ਗੁਰਬਾਣੀ ਤੋਂ ਦੂਰ ਚਲੇ ਗਏ ਹਾਂ। ਗੁਰੂ ਸਾਹਿਬ ਤਾਂ ਇੱਥੋਂ ਤੱਕ ਲਿਖਦੇ ਨੇ, ਆਦ ਗੁਰੇ ਨਮੈ। ਉਹ ਜਿਹੜਾ ਆਦ ਤੋਂ ਹੀ ਗਿਆਨ ਚਲਿਆ ਆ ਰਿਹਾ ਹੈ। ਜੁਗਾਦ ਗੁਰੇ ਨਮੈ, ਸਤ ਗੁਰੇ ਨਮੈ, ਸ੍ਰੀ ਗੁਰਦੇਵੇ ਨਮੈ। ਗੁਰੂ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੈ ਅਰਾਧ ਮੇਰਾ ਮਨ ਧੀਰਾ। ਬਹੁਤ ਕੁਝ ਗੁਰਬਾਣੀ 'ਚ ਗੁਰੂ ਬਾਰੇ, ਗਿਆਨ ਬਾਰੇ ਲਿਖਿਆ ਹੋਇਆ ਹੈ। ਭਗਤਾਂ ਨੇ ਵੀ ਆਪਣੀ ਬਾਣੀ 'ਚ ਬਹੁਤ ਕੁਝ ਲਿਖਿਆ ਹੋਇਆ ਅਤੇ ਗੁਰੂ ਸਾਹਿਬ ਨੇ ਵੀ ਲਿਖਿਆ ਹੋਇਆ। ਅਤੇ ਜਰਾ ਧਿਆਨ ਦਿਓ, ਇੱਕ ਇੱਕ ਦੋ ਦੋ ਜਿਹੜਾ ਮੈਂ ਪ੍ਰਮਾਣ ਦੇਵਾਂਗਾ। ਤੂੰ ਸਤਿਗੁਰ ਹਉ ਨੌਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਤੂੰ ਮੇਰਾ ਸਤਿਗੁਰੂ ਹੈ, ਗਿਆਨ ਰੂਪੀ ਸਤਿਗੁਰੂ ਤੂੰ ਹੀ ਹੈ। ਇਹ ਕਬੀਰ ਜੀ ਕਹਿ ਰਹੇ ਨੇ। ਸੋ ਗੁਰ ਕਰੋ ਜੇ ਬਹੁਰ ਨਾ ਕਰਨਾ, ਸੋ ਪਦ ਰਵੋ ਜੇ ਬਹੁਰ ਨਾ ਰਵਣਾ। ਉਹ ਭਾਈ ਉਹ ਗੁਰੂ ਧਾਰਨ ਕਰੋ ਜਿਹੜਾ ਹੋਰ ਨਾ ਕਰਨਾ ਪਵੇ, ਭਾਵ ਕਿ ਅਕਲਮੰਦ ਬਣ ਜਾਓ। ਅਕਲ ਹੀ ਤੁਹਾਡਾ ਗੁਰੂ ਬਣ ਜਾਵੇਗੀ, ਤੁਹਾਨੂੰ ਹਰ ਥਾਂ 'ਤੇ ਅਗਵਾਈ ਕਰੇਗੀ। ਇਹੋ ਜਿਹੀ ਜ਼ਿੰਦਗੀ ਜੀਵੋ ਕਿ ਤੁਸੀਂ ਆਨੰਦ ਅਵਸਥਾ 'ਚ ਰਹੋ ਸਦਾ, ਕਦੇ ਮਨ ਦੇ ਵਿੱਚ ਉਦਾਸੀ ਨਾ ਆਵੇ। ਗੁਰ ਪ੍ਰਸਾਦੀ ਜੈ ਦਿਓ ਨਾਮਾ, ਭਗਤ ਕੈ ਪ੍ਰੇਮ ਇਨਹੀ ਤੈ ਜਾਨਾ। ਅੱਗੋਂ ਇਸੇ ਤਰ੍ਹਾਂ ਨਾਮਦੇਵ ਜੀ ਨੇ, ਰਵਿਦਾਸ ਜੀ ਨੇ, ਫਰੀਦ ਜੀ ਨੇ, ਧੰਨਾ ਜੀ ਨੇ, ਸਦਨਾ ਜੀ ਨੇ, ਬੇਣੀ ਜੀ ਨੇ, ਤਰਲੋਚਨ ਜੀ ਨੇ, ਭੀਖਨ ਜੀ ਨੇ, ਭੱਟਾਂ ਨੇ, ਸਾਰਿਆਂ ਨੇ ਇਹੋ ਹੀ ਗੱਲ ਬਾਰ-ਬਾਰ ਆਖੀ ਹੈ, ਗਿਆਨ ਰੂਪੀ ਗੁਰੂ, ਗਿਆਨ ਰੂਪੀ ਗੁਰੂ। ਗੁਰ ਪ੍ਰਸਾਦ ਕਹੈ ਜਨ ਭੀਖਨ, ਪਾਵੋ ਮੋਖ ਦੁਆਰਾ। ਭੂਮ ਮਸਾਣ ਕੀ ਭਸਮ ਲਗਾਈ, ਗੁਰ ਬਿਨ ਤਤ ਨਾ ਪਾਇਆ। ਗੁਰੂ ਪਿਆਰ ਵਾਲਿਓ, ਇੰਨੇ ਪ੍ਰਮਾਣ ਨੇ, ਦੇਣ ਲੱਗੇ ਵੀ ਹੁਣ ਸੰਕੋਚ ਹੀ ਕਰਨਾ ਪੈਂਦਾ ਹੈ ਕਿ ਜੇ ਇੰਨੇ ਪ੍ਰਮਾਣ ਦੇਣ ਲੱਗ ਪਏ ਤਾਂ ਪੜ੍ਹਨ ਵਾਲੇ, ਸੁਣਨ ਵਾਲੇ ਕਿਤੇ ਅਕੇਵਾਂ ਮਹਿਸੂਸ ਨਾ ਕਰਨ। ਤੁਸੀਂ ਆਪ ਮੇਰੀਆਂ ਕਿਤਾਬਾਂ 'ਚੋਂ ਅਜਿਹਾ ਮੈਟਰ ਪੜ੍ਹ ਸਕਦੇ ਹੋ, ਕਿਤਾਬਾਂ ਖਰੀਦ ਸਕਦੇ ਹੋ ਅਤੇ ਗੁਰਬਾਣੀ 'ਚੋਂ ਆਪ ਖੇਚਲ ਕਰਕੇ ਇਹੋ ਜਿਹੇ ਪ੍ਰਮਾਣ ਲੈ ਸਕਦੇ ਹੋ, ਪੜ੍ਹ ਸਕਦੇ ਹੋ। ਅਤੇ ਗੁਰੂ ਤਾਂ ਗਿਆਨ ਨੂੰ ਜੇ ਆਪਾਂ ਮੰਨ ਲਈਏ ਤਾਂ ਇਹਦੇ ਵਿੱਚ ਸਾਡਾ ਸਿੱਖਾਂ ਦਾ ਭਲਾ ਹੈ। ਅਸੀਂ ਗਿਆਨਵਾਨ ਬਣਨ ਵਾਸਤੇ ਉਪਰਾਲਾ ਕਰਨਾ ਸ਼ੁਰੂ ਕਰ ਦੇਵਾਂਗੇ। ਅੱਜ ਤਾਂ ਅਸੀਂ ਕੇਵਲ ਮੱਥੇ ਟੇਕ ਰਹੇ ਹਾਂ ਅਤੇ ਸਾਧਾਂ ਸੰਤਾਂ ਦੇ ਪਿੱਛੇ ਤੁਰੇ ਫਿਰਦੇ ਹਾਂ, ਮੜੀਆਂ ਕਬਰਾਂ 'ਤੇ ਲੱਗੇ ਹੋਏ ਹਾਂ ਨਮਸਕਾਰਾਂ ਕਰਨ। ਜੇ ਸਾਨੂੰ ਅਕਲ ਆ ਜਾਵੇ, ਜੇ ਸਾਨੂੰ ਗਿਆਨ ਆ ਜਾਵੇ, ਗਿਆਨ ਸਾਡਾ ਗੁਰੂ ਬਣ ਜਾਵੇ, ਅਤੇ ਫਿਰ ਅਸੀਂ ਇਹਨਾਂ ਗਲਤ ਥਾਵਾਂ 'ਤੇ ਨੱਕ ਨਹੀਂ ਰਗੜਾਂਗੇ, ਆਪਣਾ ਦਿਮਾਗ ਖਰਾਬ ਨਹੀਂ ਕਰਾਂਗੇ, ਆਪਣੀਆਂ ਜੇਬਾਂ ਖਾਲੀ ਨਹੀਂ ਕਰਵਾਵਾਂਗੇ, ਰਾਜਨੀਤਿਕ ਲੋਕਾਂ ਤੋਂ ਧੋਖੇ ਨਹੀਂ ਖਾਵਾਂਗੇ, ਇਹ ਝੂਠੇ ਪੁਜਾਰੀਆਂ ਤੋਂ
ਅਤੇ ਝੂਠੇ ਪ੍ਰਚਾਰਕਾਂ ਤੋਂ ਆਪਣਾ ਜੇਬਾਂ ਖਾਲੀ ਨਹੀਂ ਕਰਵਾਵਾਂਗੇ, ਆਪਣਾ ਸਮਾਂ ਕਦੇ ਵੀ ਬਰਬਾਦ ਨਹੀਂ ਕਰਾਂਗੇ, ਆਪਣੀ ਜ਼ਿੰਦਗੀ ਸੁਚੱਜੇ ਢੰਗ ਨਾਲ ਜੀਵਾਂਗੇ, ਪਰਿਵਾਰ ਦੀ ਵਧੀਆ ਪਾਲਣਾ ਕਰਾਂਗੇ, ਸਮਾਜ ਦੇ ਵਿੱਚ ਪਰਉਪਕਾਰ ਕਰਨ ਦਾ ਉਪਰਾਲਾ ਕਰਾਂਗੇ, ਚੰਗੇ ਅਹੁਦੇ ਲਵਾਂਗੇ ਅਤੇ ਚੰਗੇ ਅਹੁਦੇ ਲੈ ਕੇ ਹੋਰ ਵੀ ਸਮਾਜ ਦੇ ਸੁਧਾਰ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ। ਇਹ ਤਾਂ ਪਾ ਸਕਾਂਗੇ ਜੇ ਅਕਲਮੰਦ ਹੋਵਾਂਗੇ, ਜੇ ਗਿਆਨਵਾਨ ਹੋਵਾਂਗੇ। ਨਹੀਂ ਤਾਂ ਦੁਨੀਆ ਬਹੁਤ ਫਿਰਦੀ ਹੈ, ਧੱਕੇ ਖਾਂਦੀ। ਇੱਥੇ ਭਾਰਤ ਦੇ ਵਿੱਚ 1 ਅਰਬ 30 ਕਰੋੜ ਦੇ ਨੇੜੇ ਤੇੜੇ ਲੋਕੀ ਨੇ, ਜਿਹਦੇ ਵਿੱਚੋਂ 20 ਕਰੋੜ ਵਿਚਾਰੇ ਸੜਕਾਂ 'ਤੇ ਰੁਲਦੇ ਫਿਰਦੇ ਨੇ। ਜੇ ਕਿਤੇ ਉਹਨਾਂ ਨੂੰ ਗਿਆਨ ਆ ਜਾਵੇ ਤਾਂ ਉਹ ਵੀ ਚੰਗੇ ਕਾਰੋਬਾਰ ਕਰ ਸਕਦੇ ਨੇ, ਚੰਗੀਆਂ ਨੌਕਰੀਆਂ ਲੈ ਸਕਦੇ ਨੇ, ਆਪਣੇ ਆਪੇ ਨੂੰ ਸੰਭਾਲ ਸਕਦੇ ਨੇ, ਆਪਣੇ ਪਰਿਵਾਰਾਂ ਦੀ ਰਾਖੀ ਕਰ ਸਕਦੇ ਨੇ। ਪਰ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹਨਾਂ ਨੂੰ ਅਕਲ ਆਵੇ। ਸੋ ਆਪਾਂ ਆਪਣੀ ਹਿੰਮਤ ਕਰਕੇ, ਆਪਣੇ ਢੰਗ ਵਰਤ ਕੇ ਵੱਧ ਤੋਂ ਵੱਧ ਗਿਆਨ ਅਕਲ ਹਾਸਲ ਕਰਨੀ ਹੈ, ਤਾਂ ਹੀ ਅਸੀਂ ਕਾਮਯਾਬ ਹੋਵਾਂਗੇ। ਤਾਂ ਇਹ ਸਾਰਾ ਕੁਝ ਬਾਰ-ਬਾਰ ਦੱਸਣ ਦਾ, ਸੁਣਾਉਣ ਦਾ ਇੱਕੋ ਹੀ ਮਕਸਦ ਹੈ ਕਿ ਸਮਾਜ ਅਤੇ ਸਾਡੇ ਪੰਥ ਦੇ ਵਿੱਚ ਜੋ ਖੁਨਾਮੀਆਂ, ਗਲਤੀਆਂ, ਪਛੜੇਵਾਂ ਆਇਆ ਹੋਇਆ, ਅਸੀਂ ਉਹਦੇ ਤੋਂ ਬਚ ਸਕੀਏ, ਅਕਲਮੰਦ ਬਣ ਕੇ ਦੁਨੀਆ ਦੇ ਵਿੱਚ ਮਾਣ ਪਾ ਸਕੀਏ, ਆਪਣੇ ਆਪ ਨੂੰ ਉੱਚਾ ਉਠਾ ਸਕੀਏ। ਨਹੀਂ ਤਾਂ ਅੱਜ ਸਿੱਖ ਨਸ਼ੇੜੀ ਬਣ ਗਏ ਨੇ, ਸਿੱਖ ਝਗੜਾਲੂ ਬਣ ਗਏ ਨੇ, ਸਿੱਖਾਂ ਨਾਲ ਜੇਲ੍ਹਾਂ ਭਰੀਆਂ ਪਈਆਂ ਨੇ, ਸਿੱਖ ਸੜਕਾਂ 'ਤੇ ਤੁਰੇ ਫਿਰਦੇ ਨੇ। ਪਰ ਚੰਗੇ ਅਫਸਰ, ਚੰਗੇ ਵਪਾਰੀ, ਚੰਗੇ ਇਮਾਨਦਾਰ ਰਾਜਨੇਤਾ, ਚੰਗੇ ਇਮਾਨਦਾਰ ਧਾਰਮਿਕ ਨੇਤਾ, ਇਸ ਗੱਲੋਂ ਸਿੱਖ ਬਹੁਤ ਪਛੜ ਗਏ ਨੇ। ਇਸ ਪਾਸੇ ਅਕਲਮੰਦ ਬਣ ਕੇ ਧਿਆਨ ਦੇਣ ਦੀ ਲੋੜ ਹੈ। ਇਤਨੇ ਇੱਕ ਬਚਨ ਪ੍ਰਵਾਨ ਕਰਨੇ। ਆਪਣੇ ਸਵਾਲ ਤਤ ਗੁਰਮਤ ਗਿਆਨ ਨੂੰ ਭੇਜ ਸਕਦੇ ਹੋ, ਅਤੇ ਜਿਹੜਾ WhatsApp ਨੰਬਰ ਅਸੀਂ ਹਰ ਵਾਰੀ ਨਾਲ ਲਿਖ ਕੇ ਪਾ ਦਿੰਦੇ ਹਾਂ, ਤਾਂ ਕਿ ਤੁਹਾਨੂੰ ਆਪਣੇ ਸਵਾਲ ਲਿਖ ਕੇ ਭੇਜਣ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ। ਹੋਈਆਂ ਭੁੱਲਾਂ ਲਈ ਖਿਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਨੌਜਵਾਨੋ, ਗੁਰਸਿੱਖੋ, ਵੀਰੋ ਭੈਣੋ, ਤਤ ਗੁਰਮਤ ਗਿਆਨ TV ਵੱਲੋਂ ਜੋ ਇਹ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਤੁਸੀਂ ਆਪਣੇ ਸਵਾਲ ਲਿਖ ਕੇ ਜਾਂ ਬੋਲ ਕੇ WhatsApp ਨੰਬਰ 'ਤੇ ਭੇਜ ਸਕਦੇ ਹੋ, ਅਤੇ ਉਹ ਨੰਬਰ ਟਾਈਪ ਕਰਕੇ ਇੱਥੇ ਦਿੱਤਾ ਜਾ ਰਿਹਾ ਹੈ। ਤੁਸੀਂ ਪੜ੍ਹ ਕੇ ਉਸ ਨੰਬਰ 'ਤੇ ਸੰਖੇਪ ਸਵਾਲ ਭੇਜਣੇ ਨੇ, ਚਾਹੇ ਬੋਲ ਕੇ ਚਾਹੇ ਲਿਖ ਕੇ, ਅਤੇ ਉਹਨਾਂ ਦੇ ਜਵਾਬ ਸਮੇਂ ਅਨੁਸਾਰ ਤੁਹਾਨੂੰ ਦਿੱਤੇ ਜਾਇਆ ਕਰਨਗੇ। ਅਤੇ ਜੇ ਤੁਹਾਨੂੰ ਇਹ ਸੱਚਮੁੱਚ ਚੈਨਲ ਚੰਗਾ ਲੱਗੇ ਤਾਂ ਇਹਨੂੰ ਹੋਰਨਾਂ ਤੱਕ ਵੀ ਸ਼ੇਅਰ ਕਰਿਆ ਕਰੋ, ਪਹੁੰਚਾਇਆ ਕਰੋ, ਤਾਂ ਕਿ ਜਿਹੜੇ ਸ਼ੰਕੇ ਨੇ ਮਨਾਂ ਦੇ ਵਿੱਚ ਉਹਨਾਂ ਨੂੰ ਸੌਖੇ ਤਰੀਕੇ ਨਾਲ ਦੂਰ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।